ਇੱਥੇ ਗੱਲ ਉਹ ਚੱਲਦੀ ਵੀ ਭਗਤ ਹੈ ਨਹੀਂ ਉਹ ਜੋ ਤੇਰੀ ਗੱਲ ਚੱਲਦੀ ਪਈ ਸਾਰੀ ਪਿੱਛੋਂ ਗੱਲ ਜਲਦੀ ਆਂਦੀ ਪਈ ਨਾ ਰੱਬੀ ਹੁਕਮਾਂ ਦੀ ਜਲਦੀ ਆਂਦੀ ਪਈ ਵੀ ਉਹ ਕਹਿੰਦੇ ਗੁਰਮਤ ਦਾ ਦੇਖੋ ਗੁਰਮਤ ਦਾ ਕਹਿੰਦਾ ਦੂਜੀ ਥਾਂ ਤੇ ਕਹਿੰਦੇ ਵੀ ਉਹ ਕਹਿੰਦਾ ਨਾਨਕ ਸਾਹਿਬ ਗੁਰੂ ਭੇਟਿਆ ਪੂਰੀ ਹੋਵੇ ਜੁਗਤ ਹੱਸੰਦਿਆਂ ਖੇਲੰਦਿਆਂ ਪਹਿਨੰਦਿਆਂ ਗੁਰਮਤ ਦਾ ਰਸਤਾ ਦੇਖੋ ਕਿੰਨਾ ਸੌਖਾ ਹੈ ਹੱਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ ਜਾਂ ਸਤਿਗੁਰੂ ਕੀ ਐਸੀ ਵਡਿਆਈ ਕਹਿੰਦੇ ਪੁੱਤਰ ਕਲਤਰ ਵਿੱਚੇ ਗੱਤ ਪਾਈ ਤੈਨੂੰ ਗੁਰੂ ਨਹੀਂ ਕਹਿੰਦਾ ਬਸ ਉਹਦੇ ਹੁਕਮਾਂ ਦੀ ਸੋਝੀ ਲੈ ਲੈ ਗੁਰੂ ਦਾ ਇੱਕ ਦੇਖੋ ਨਾ ਇੱਕ ਨਾਰਮਲ ਬੰਦੇ ਵਿੱਚ ਹੋਰ ਇੱਕ ਐਜੂਕੇਟਡ ਬੰਦੇ ਵਿੱਚ ਇੱਕ ਐਜੂਕੇਟਡ ਬੰਦਾ ਲੱਖਾਂ ਰੁਪਏ ਦੀ ਤਨਖਾਹ ਲੈ ਰਿਹਾ ਕਿਉਂ ਲੈ ਰਿਹਾ ਫਰਕ ਕੀ ਹੈ ਸਿਰਫ ਐਜੂਕੇਸ਼ਨ ਦਾ ਉਹ 12 ਘੰਟੇ 14 ਘੰਟੇ ਕੰਮ ਨਹੀਂ ਕਰਦਾ ਹੁੰਦਾ ਉਹ ਥਕਾਨ ਵਾਲੇ ਕੰਮ ਨਹੀਂ ਕਰਦਾ ਹੁੰਦਾ ਉਸਦੇ ਬਾਵਜੂਦ ਫਰਕ ਕੀ ਹੈ ਉਹ ਤਰਤੀਬ ਦੇ ਨਾਲ ਗੁਰੂ ਸਾਨੂੰ ਜੀਵਨ ਦੀ ਤਰਤੀਬ ਦੇ ਦਿੰਦਾ ਹੈ ਕਹਿੰਦੇ ਉਹ ਬੜਾ ਸਦਾ ਭਗਤ ਤੇਰੀ ਸ਼ਰਨਾਈ ਨੈਕਸਟ ਲਾਈਨ ਸੀ ਪਹਿਲਾਂ ਵੀ ਸਾਨੂੰ ਸੇਮ ਐਸਪੈਕਟ ਵਿੱਚ ਗਈ ਸੀ ਉਹ ਪਰਮਾਤਮਾ ਜਿਹੜਾ ਹੈ ਅਗਮ ਹੈ ਅਗੋਚਰ ਹੈ ਅਗਮ ਤੋਂ ਪਾਓ ਫਿਜ਼ੀਕਲ ਜਿਹੜਾ ਸਤਿਗੁਰੂ ਜੀ ਨੇ ਬੜਾ ਅੱਛੀ ਤਰ੍ਹਾਂ ਸਮਝਾਤਾ ਆਲਰੇਡੀ ਉਹਦੀ ਕੀਮਤ ਨਹੀਂ ਬਿਆਨ ਕੀਤੀ ਜਾ ਸਕਦੀ ਰੱਬ ਦੇ ਨਾਲ ਮਿਲਾਪ ਦਾ ਕਹਿੰਦਾ ਅਮੁੱਲ ਆਵੇ ਅਮੁੱਲ ਲੈ ਜਾਏ ਤੇਰਾ ਜੀਵਨ ਜਿਹੜਾ ਸਾਰਾ ਵੀ ਜਿਹੜੇ ਕੱਲ ਵੀ ਕੁਝ ਪੰਕਤੀਆਂ ਆਈਆਂ ਸਨ ਬਈ ਪੁਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਸ ਕੋ ਪਕੜੇ ਜੈਸੇ ਰਹਿਣ ਪਰਵਾਣਾ ਉੱਠ ਚਲ ਸੇ ਪ੍ਰਭਾਤ ਕਿਆ ਤੂੰ ਰਤਾ ਗ੍ਰਸਤ ਕਿਉਂ ਵੀ ਉਹ ਮੇਰੀ ਕਿਆ ਕरें ਜਾਂ ਵੀ ਉਹ ਕਹਿੰਦੇ ਕਾਂਚ ਬਾਦਰੇ ਲਾਲ ਕੋਈ ਹੈ ਫਿਰ ਆਪ ਸਰਕਤ ਲਹਾਂ ਵੀ ਲੱਖ 84 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਰੱਬ ਜਿਹੜਾ ਹੈ ਨਾ ਉਹਦਾ ਰੱਬ ਦੀ ਕੀਮਤ ਰੱਬ ਦੇ ਨਾਲ ਮਿਲਾਪ ਦੀ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ ਫਿਰ ਇਹ ਵਾਲੀ ਲਾਈਨ ਜਿਹੜੀ ਨਾ ਇਹ ਫਿਰ ਅਗੇਨ ਬਹੁਤ ਅੱਛੀ ਸੋਚਣ ਵਾਲੀ ਹੈ ਕਹਿੰਦੇ ਜੋ ਤੁਧ ਭਾਵੈ ਤਿਉ ਤੂੰ ਰਾਖੈ ਬਈ ਇੱਕ ਨੂੰ ਲਾਈਕ ਵਨ ਇਜ਼ ਆਰਬਿਟਰੀ ਅੱਛਾ ਤੂੰ ਪਸੰਦ ਆ ਗਿਆ ਤੈਨੂੰ ਰੱਖ ਲਿੱਤਾ ਤੂੰ ਪਸੰਦ ਆ ਗਿਆ ਨਹੀਂ ਜਦੋਂ ਇੱਥੇ ਗੁਰੂ ਨੇ ਜੋ ਤੁਧ ਭਾਵੈ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੁਣ ਅੱਛਾ ਰੱਬ ਨੂੰ ਚੰਗਾ ਕੀ ਲੱਗਦਾ ਇਹਦੀ ਸੋਝੀ ਵੀ ਸਾਨੂੰ ਗੁਰੂ ਦੇਗਾ ਅਸੀਂ ਸਾਡੇ ਪਿਛਲੇ ਕੁਝ ਨਾ ਜੋ ਪੰਕਤੀਆਂ ਆਪ ਸੱਚ ਭਾਵੈ ਤਿਸ ਸੱਚ ਜਿਹੜਾ ਉਹਨੇ ਸਤਿਗੁਰੂ ਜੀ ਨੇ ਬਹੁਤ ਅੱਛੀਆਂ ਜਿਹੜੀਆਂ ਲਾਈਨਾਂ ਕੋਟ ਕੀਤੀਆਂ ਅਸੀਂ ਰੋਜ਼ ਪੜ੍ਹਨੇ ਵੀ ਆ ਵੀ ਉਹ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤਰ੍ਹਾਂ ਇੱਕ ਪੜੇ ਉਹ ਸਮਤ ਸ਼ਾਸਤਰ ਜੀ ਕਰ ਕਿਰਿਆ ਖੜ ਕਰ ਬਤਾ ਅੱਗੇ ਫਿਰ ਕਹਿੰਦੇ ਨੇ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਜੇ ਤੂੰ ਰੱਬ ਨੂੰ ਨਹੀਂ ਪਾਇਆ ਤੂੰ ਭਾਵੇਂ ਜਿਤਨੇ ਮਰਜ਼ੀ ਕਰਮ ਕਾਂਡ ਕਰੀ ਜਾ ਮਤਾ ਤੂੰ ਸਮਝੀ ਕਿ ਉਹ ਨਾ ਜੋ ਪਾਤਰ ਕੀ ਪਾਈ ਤਿੰਨ ਕੀ ਕਾਲ ਅਜਾਈ ਜਾਏ ਜਾਂ ਵੀ ਉਹ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਧਰਾਏ ਕਹਿੰਦੇ ਮਨ ਕੀ ਮੈਲ ਨਾ ਉਤਰੇ ਇਹ ਜੇ ਲੱਖ ਯਤਨ ਕਰਾਏ ਤੂੰ ਭਾਵੇਂ ਕਹਿੰਦੇ ਲੱਖਾਂ ਯਤਨ ਕਰ ਲੈ ਗੁਰੂ ਉਹ ਕਹਿੰਦੇ ਕੰਨ ਨਾ ਹੀ ਸੋ ਗਾਹ ਨਾ ਲੱਗ ਗਏ ਜਿਸ ਕਰਮ ਵਿੱਚ ਕਣੀ ਨਹੀਂ ਸੀ ਉਹਦੇ ਵਾਸਤੇ ਗਾਹ ਪਾਉਣ ਦਾ ਕੀ ਇਤਨੀ ਮਿਹਨਤ ਇਤਨਾ ਸਾਰਾ ਕਹਿੰਦੇ ਜੋ ਤੁਧ ਭਾਵੇ ਆਪਾਂ ਕਹਿੰਦੇ ਵੀ ਆਪ ਸੱਚ ਭਾਵੇਂ ਕਿਸ ਸੱਚ ਜਾਂ ਇਸ ਤੋਂ ਅਗਲੀਆਂ ਜਿਹੜੀਆਂ ਦੋ ਪੰਕਤੀਆਂ ਇਸ ਤੋਂ ਇਮੀਡੀਏਟ ਵਾਲਾ ਹੈ ਨਾ ਉਹ ਅੰਦਰ ਵੀ ਗੁਰੂ ਦੱਸਦਾ ਹੈ ਕਿ ਉਹਨੂੰ ਰੱਬ ਨੂੰ ਭਾਉਂਦਾ ਕੀ ਹੈ ਕਹਿੰਦਾ ਸਦਾ ਸਦਾ ਤੇਰੇ ਗੁਣ ਗਾਵਾਂ ਸਾਚੇ ਸਾਹਿਬ ਤੇਰੇ ਮਨ ਪਾਵਾਂ ਜੇ ਮੇਰੀ ਜੀਵਨ ਜਾਂਚ ਕੈਸੀ ਹੋ ਜਾਵੇ ਬਈ ਸਦਾ ਸਦਾ ਤੇਰੇ ਗੁਣ ਗਾਵਾਂ ਕਹਿੰਦਾ ਸਾਚੇ ਸਾਹਿਬ ਤੇਰੇ ਮਨ ਪਾਵਾਂ ਜੇ ਰੱਬ ਦੀ ਸਿਫਤ ਸਲਾਹ ਸਾਡੇ ਜੀਵਨ ਦੀ ਚਾਲ ਬਣ ਚੁੱਕੀ ਹੈ ਮੇਰੀ ਸਿਫਤ ਸਲਾਹ ਲੋਕ ਮੈਨੂੰ ਵਡਿਆਨ ਮੇਰੀ ਉਪਮਾ ਕਰਨ ਮੈਨੂੰ ਵੱਡਾ ਕਹਿਣ ਮੈਨੂੰ ਆਈ ਵਾਂਟ ਪ੍ਰਿਵਿਲੇजेस ਅੱਜ ਦੇਖੋ ਨਾ ਜਿੰਨੇ ਵੱਡੇ ਰਾਗੀ ਜਥੇ ਵੀ ਨੇ ਉਹ ਛੋਟੀ ਗੱਡੀ ਉਹਨਾਂ ਨੂੰ ਲੈਣ ਭੇਜੋ ਦੇਖੋ ਕਿੰਨੇ ਔਖੇ ਹੁੰਦੇ ਨੇ ਉਹ ਕਹਿਣਗੇ ਮੈਨੂੰ ਸਾਨੂੰ ਸੇਵਾ ਦਾ ਮੌਕਾ ਕਾਹਦਾ ਸੇਵਾ ਤੁਸੀਂ ਲੱਖ ਰੁਪਏ ਦੇ ਤੁਸੀਂ ਮੰਗਦੇ ਹੋ ਅੱਛਾ ਉੱਥੇ ਫਿਰ ਆ ਗਿਆ ਅੱਛਾ ਕੋਈ ਉਹ ਅੱਛਾ ਵੱਡੀ ਗੱਡੀ ਕਿਉਂ ਨਹੀਂ ਭੇਜੀ ਬਾਬਾ ਜੀ ਵਾਸਤੇ ਗੱਲ ਕਿਹਦੀ ਕਰਨ ਨੂੰ ਆਉਂਦੇ ਪਏ ਨੇ ਗੱਲ ਗੁਰੂ ਨਾਨਕ ਦੀ ਕਰਨ ਨੂੰ ਆਉਂਦੇ ਪਏ ਨੇ ਜੋ ਮਲਕ ਭਾਗੋ ਦੇ ਘਰ ਰਹਿਣ ਨੂੰ ਤਿਆਰ ਨਹੀਂ ਲਾਲੋ ਦੇ ਘਰ ਰਹਿੰਦਾ ਹੈ ਗੱਲ ਤਾਂ ਉਹਦੀ ਕਰਨਗੇ ਲੇਕਿਨ ਚਾਹੀਦਾ ਕੀ ਨੇ ਵੀ ਏਸੀ ਰੂਮ ਤੋਂ ਬਿਨਾਂ ਮੈਂ ਰੁਕਦਾ ਨਹੀਂ ਇਹ ਅਸੀਂ ਪ੍ਰਿਵਿਲੇजेस ਮੰਗਣੇ ਪਏ ਆ ਉਹ ਸਿੰਪਲ ਲਾਈਫ ਗੁਰੂ ਕਹਿੰਦਾ ਵੀ ਤੈਨੂੰ ਭਾਵੇਗਾ ਕੌਣ ਕਹਿੰਦਾ ਜੋ ਤੇਰੀ ਸਿਫਤ ਸਲਾਹ ਵਿੱਚ ਜੁੜਿਆ ਹੈ ਨਾ ਹੁਣ ਇਹ ਰੱਬੀ ਹੁਕਮ ਨੇ ਜੇ ਤੂੰ ਚਾਹਨਾ ਕਿ ਮੈਂ ਵੀ ਰੱਬ ਨੂੰ ਭਾ ਜਾਵਾਂ ਕਿਉਂਕਿ ਰੱਖੇਗਾ ਤੈਨੂੰ ਉਹਨਾਂ ਨੂੰ ਹੀ ਰੱਖੇਗਾ ਜਿਨ੍ਹਾਂ ਜੋ ਉਹਨੂੰ ਭਾ ਜਾਣਗੇ ਤੇਰੇ ਜੀਵਨ ਦਾ ਹਰ ਕਰਮ ਰੱਬ ਨੂੰ ਭਾਉਣ ਵਾਸਤੇ ਹੋਵੇ ਕਿ ਮੈਂ ਰੱਬ ਨੂੰ ਭਾ ਜਾਵਾਂ ਮੇਰਾ ਜੀਵਨ ਰੱਬ ਨੂੰ ਸੁਚੱਜਾ ਪਰ ਕਹਿੰਦੇ ਵੀ ਉਹ ਤ੍ਰੈੜੇ ਕੁਚੱਜੀ ਸੁਚੱਜੀ ਤੇ ਗੁਣਵੰਤੀ ਵੀ ਮੇਰਾ ਜੀਵਨ ਜਿਹੜਾ ਹੈ ਨਾ ਕੁਚੱਜਾ ਹੈ ਗੁਰੂ ਚਾਹੁੰਦਾ ਕਿ ਨਹੀਂ ਉਸ ਤੋਂ ਸੁਚੱਜਾ ਜੀਵਨ ਅੰਦਰ ਵੀ ਉਹ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ ਇੰਨੀ ਟੋਲੀ ਭੁੱਲੀਅਸ ਕਿਸ ਕੰਤ ਨਾ ਬੈਠੀ ਪਾਸ ਜੀਓ ਲੈ ਕੁਚੱਜੀ ਜੀਵਨ ਕਹਿੰਦੇ ਮਾਨਕ ਤੇ ਮੋਤੀ ਕਹਿੰਦੇ ਸੇ ਵਸਤੂ ਸ਼ਹਿ ਦਿੱਤੀਆਂ ਮੈਂ ਤਿੰਨ ਸਿਉ ਲਾਇਆ ਚਿਤ ਜੀਓ ਹੋ ਇੰਨੀ ਟੋਲੀ ਭੁੱਲੀਅਸ ਤਿਸ ਕੰਤ ਨਾ ਬੈਠੀ ਪਾਸ ਜੀਓ ਦੂਜਾ ਜਿਹੜਾ ਸੀ ਉਹ ਕਹਿੰਦਾ ਤੂੰ ਅੰਦਰ ਬਈ ਤਾਂ ਤੂੰ ਅੰਦਰ ਤਾਂ ਮੈਂ ਸੁਖੇ ਬਈ ਤੂੰ ਮੇਰੀ ਰਾਸ ਜੀਓ
ਇਹ ਸੁਚੱਜਾ ਜੀਵਨ। ਕਹਿੰਦਾ ਜੇ ਗੁਰੂ ਨੂੰ ਭਾਉਣਾ ਚਾਹਨਾ ਹੈ ਨਾ, ਗੁਰੂ ਕੋਲੋਂ ਰੱਬ ਨੂੰ ਕੀ ਭਾਉਂਦਾ ਉਹਦੀ ਜਾਂਚ ਲੈ ਲੈ। ਜਿਉਂ ਤੂੰ ਭਾਵੈ, ਜਿਉਂ ਤੂੰ ਭਾਵੈ ਤਿਉਂ ਤੂੰ ਰੱਖੈ, ਗੁਰਮੁਖ ਨਾਮ ਧਿਆ। ਜਿਹੜੇ ਗੁਰਮੁਖ ਬੰਦੇ ਜਿਹੜੇ ਨੇ ਨਾ, ਉਹ ਨਾਮ ਇੱਕ ਇੱਕੋ ਨਾਮ ਹੁਕਮ ਹੈ ਨਾ। ਧਿਆਉਣਾ, ਧਿਆਉਣ ਦਾ ਮਤਲਬ ਆਪਣੇ ਧਿਆਨ ਵਿੱਚ ਲੈ ਕੇ ਆਣਾ। ਗੁਰਮੁਖ ਹੈ ਹੀ ਉਹ ਬੰਦਾ ਜੋ ਹੁਕਮਾਂ ਦੀ ਸਾਂਝ ਗੁਰੂ ਕੋਲੋਂ ਕਰ ਲੈਂਦਾ ਹੈ। ਹੋਰ ਜੀਵਨ ਦੇ ਹਰ ਕਾਰੋ ਵਿਵਹਾਰ ਵਿੱਚ, ਕਰ ਕੋਈ ਵਿਆਹ ਸ਼ਾਦੀ, ਉਹ ਕਿਉਂਕਿ ਦੇਖਣ ਦਾ ਸਮੇਂ ਤੇ ਹੁੰਦੇ ਨਾ ਜਦੋਂ ਵੀ ਨਾਰਮਲ ਤੌਰ ਤੇ ਸਭ ਠੀਕ ਚੱਲਦਾ ਪਿਆ। ਬੰਦੇ ਦੇ ਟੈਸਟ ਵਾਲੇ ਸਮੇਂ ਕਦੋਂ ਹੁੰਦੇ ਨੇ? ਘਰ ਵਿਆਹ ਸ਼ਾਦੀ ਹੋਵੇ ਤਾਂ ਦੇਖੋ ਫਿਰ ਕਿਤਨਾ ਨਾਚ ਟਪਨਾ ਤੇ ਕਿਤਨਾ ਉਹਦੇ ਅੰਦਰ ਅਡੰਬਰ ਦੇਖੋ ਤੇ ਇਸ ਕਿਸਮ ਦਾ। ਜਿਹੜਾ ਗੁਰੂ ਕਹਿੰਦਾ ਵੀ ਸਿੰਪਲ ਜੀਵਨ, ਉਹ ਸਾਡੇ ਟੈਸਟ ਵਾਲੇ ਪੀਰੀਅਡ ਦੇ ਕਹਿੰਦੇ ਜੋ ਤੁਧ ਭਾਵੈ ਤਿਉਂ ਤੂੰ ਰੱਖ ਕੇ। ਜੇ ਸਾਡਾ ਜੀਵਨ, ਜਿਹੜਾ ਜਿਹਨੇ ਵੀ ਕੋਟ ਕੀਤਾ ਵੀ ਤੀਰਥ ਨਾਵਾਂ ਜੇ ਤਿਸ ਪਾਵਾਂ, ਮੈਂ ਤੀਰਥ ਤੇ ਕਿਉਂ ਨਾ ਨਾਵਾਂ। ਜੇ ਰੱਬ ਨੂੰ ਮੇਰਾ ਤੀਰਥਾਂ ਤੇ ਨਾਣਾ ਚੰਗਾ ਲੱਗਦਾ ਤੇ ਮੈਂ ਕਿਉਂ ਨਾ ਨਾਵਾਂ। ਕਹਿੰਦਾ ਲੇਕਿਨ ਮੈਨੂੰ ਭਾਣੇ ਕਿ ਨਾ ਇਹ ਕਰੀ। ਜੇ ਉਹਨੂੰ ਮੇਰਾ ਤੀਰਥਾਂ ਤੇ ਨਾਣਾ ਚੰਗਾ ਨਹੀਂ ਲੱਗਦਾ ਤੇ ਮੈਂ ਉਹਨੂੰ ਕਿਉਂ ਜਾ ਕੇ ਤੀਰਥਾਂ ਦੇ ਉੱਤੇ ਨਾਵਾਂ। ਮੇਰੇ ਜੀਵਨ ਦੀ ਹਰ ਕਿਰਿਆ ਉਸ ਰੱਬ ਨੂੰ ਖੁਸ਼ ਕਰਨ ਦੀ ਹੈ। ਧਰਮ ਦੀ ਹਰ ਕਿਰਿਆ ਦੇ ਪਿੱਛੇ ਸੋਚ ਇੱਕੋ ਹੀ ਹੈ, ਕਿਉਂਕਿ ਅਸੀਂ ਧਰਮ ਨਹੀਂ ਸਮਝਿਆ, ਅਸੀਂ ਭਰਮਾਂ ਨੂੰ ਧਰਮ ਬਣਾ ਲਿੱਤਾ। ਤਾਂ ਕਰਕੇ ਅਸੀਂ ਨੰਗੇ ਪੈਰੀ ਜਾਣਾ, ਵਰਤ ਰੱਖਣੇ, ਤੀਰਥਾਂ ਤੇ ਜਾਣਾ, ਉਹ 50 ਅਖੰਡ ਪਾਠ ਚੱਲਦੇ ਪਏ ਨੇ। ਅਸੀਂ ਸਾਰਾ ਜਿਹੜਾ ਉਹ ਆਡੰਬਰ ਵੀ, ਉਹ ਕੇਸ਼ੀ ਇਸ਼ਨਾਨ ਕਰਕੇ ਜਿੱਥੇ ਬੈਠਾਂਗੇ, ਬੰਦਾ ਪਿਸ਼ਾਬ ਹੋ ਕੇ ਆਇਆ ਤਾਂ ਵੀ ਪੂਰੇ ਬਸਤਰ ਚੇਂਜ ਕਰਕੇ ਬੈਠੇਗਾ। ਗੱਲ ਉਹਦੀ ਚੱਲਦੀ ਨਹੀਂ ਸੀ ਪਈ ਸੀ। ਗੱਲ ਤੇ ਗੁਰੂ ਦੇ ਜਿਹੜੇ ਗੱਲ ਕਰਦਾ ਪਏ ਤੇਰਾ ਉਹ ਕਹਿੰਦੇ ਮਨ ਮੈਲੇ ਸਭ ਕੁਝ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ ਸੀ। ਕਹਿੰਦੇ ਗੁਰਮੁਖ ਜਿਹੜਾ ਬੰਦਾ ਹੈ ਨਾ, ਉਹ ਨਾਮ ਨੂੰ ਆਪਣੇ ਧਿਆਨ ਵਿੱਚ ਰੱਖਦਾ ਹੈ। ਨਾਮ ਅਸੀਂ ਨਾਮ ਸਿਮਰਨਾ ਕਰਦਾ ਵਾਹਿਗੁਰੂ 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 ਵਾਹਿਗੁਰੂ। ਉਹ ਗੁਰੂ ਕਹਿੰਦਾ ਕਿ ਉਹ ਸਿਧਾਂਤ ਤੇ ਸਾਨੂੰ ਪਤਾ ਹੀ ਨਹੀਂ। ਕੀਰਤਨ ਕਰਨਾ ਵੱਖਰਾ ਕਰ ਦਿੱਤਾ, ਨਾਮ ਜਪਣਾ ਵੱਖਰਾ ਕਰ ਦਿੱਤਾ। ਉਹਦੇ ਅੰਦਰ ਉਹ ਕਹਿੰਦੇ ਗੁਰਬਾਣੀ ਹਰ ਨਾਮ ਸਮਾਇਆ, ਗੁਰਬਾਣੀ ਵਿੱਚ ਹੀ ਨਾਮ ਸੀ ਤੇ ਅਸੀਂ ਗੁਰਬਾਣੀ ਵੱਖਰੀ ਕਰ ਦਿੱਤੀ, ਨਾਮ ਸਿਮਰਨ ਵੱਖਰਾ ਕਰ ਦਿੱਤਾ। ਗੁਰਬਾਣੀ ਵਿੱਚੋਂ ਤੇ ਨਾਮ ਕੱਢਣਾ ਸੀ, ਗੁਰਬਾਣੀ ਵਿੱਚੋਂ ਤੇ ਨਾਮ ਦੀ ਜਾਂਚ ਮਿਲਣੀ ਸੀ। ਜਿਹੜਾ ਗੁਰਮੁਖ ਬੰਦਾ ਹੈ ਨਾ, ਉਹ ਨਾਮ ਡੀਲ ਕਰਦਾ ਪਿਆ ਕਿਸੇ ਨਾਲ ਵੀ ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ, ਤੇ ਤੈਨੂੰ ਹੋ ਜਾਵੇ ਕਿ ਨਹੀਂ ਬਈ ਫਰੀਦਾ ਬੁਰੇ ਦਾ ਭਲਾ ਕਰ। ਇਹ ਸਾਰੇ ਨਾਮ ਜਿਹੜੇ ਨੇ ਨਾ, ਜੋ ਸਾਨੂੰ ਬਾਣੀ ਦੇ ਰਾਹੀਂ ਮਿਲਦੇ ਪਏ ਨੇ, ਉਸ ਨੂੰ ਆਪਣੇ ਧਿਆਨ ਵਿੱਚ ਰੱਖਦਾ। ਉਹਨੂੰ ਇੱਕ ਜਿਹੜਾ ਗੁਰੂ ਕਹਿੰਦਾ ਫਾਈਨਲ ਸਟੇਜ ਕੀ ਹੈ, ਤੇਰੇ ਜੀਵਨ ਦਾ ਸਹਿਜ ਬਣ ਜਾਣ। ਚੌਥੇ ਪਦ ਮੇਂ ਸਹਿਜ ਹੈ। ਜਦੋਂ ਇਹ ਫੁਰਨੇ ਵਿੱਚ ਨੂੰ ਪੈਦਾ ਨਾ ਹੋਣ, ਪਰ ਤੇਰੇ ਰੂਪ ਨਾ ਪੇਖੇ ਨੇ, ਇਹਨੂੰ ਧਿਆਨ ਵੀ ਬਹੁਤ ਚੰਗਾ ਹੈ, ਲੇਕਿਨ ਰੱਬ ਕਰੇ ਤੇਰੇ ਜੀਵਨ ਦਾ ਸਹਿਜ ਬਣ ਜਾਏ। ਹਾਂਜੀ ਵੀਰ ਜੀ ਵੀਰ ਜੀ, ਬਿਲਕੁਲ ਠੀਕ ਆਪ ਜੀ ਸਮਝਾ ਰਹੇ ਹੈਗੇ। ਗੁਰ ਪ੍ਰਸਾਦ ਬਿਲਕੁਲ ਆਰੰਭ ਵਿੱਚ ਹੀ ਆ ਜਾਂਦਾ। ਗੁਰ ਪ੍ਰਸਾਦ ਜੇ ਨਾਮ ਵੀ ਜਪਣਾ ਹੈ ਤੇ ਗੁਰੂ ਦੀ ਕਿਰਪਾ ਦੁਆਰਾ ਪਾਓ, ਗੁਰੂ ਦੀ ਅਗਵਾਈ ਵਿੱਚ ਜਪਣਾ। ਤੇ ਅਸੀਂ ਕਈ ਭੁਲੇਖੇ ਪਾਲੇ ਮਨ ਦੇ ਵਿੱਚ। ਜੀ ਭੁਪਿੰਦਰ ਵੀਰ ਜੀ। हाँ जी, हाँ, बहुत अच्छी विचार चल रही है। थैंक्स फॉर शेयरिंग सतबीर जी, हरविंदर जी। मेरी आवाज ठीक आ रही है? वॉल्यूम? जी जी वीर जी, बिल्कुल ठीक आ रही है। एक ना असी बार बार सांझ करते हैं कि विण गुण कीते भगत ना होए। सो रब्बी गुणा नूं लए बगैर जिहड़ी भक्ति नहीं होंदी, पर मन भगत करें बिन सतगुर भगत ना होए। हुण असीं इस भगत नूं अज इस टर्म नूं इंज जरूर समझना दोबारा तो कि जिस तरह मेरा हार्ट सारे अंगां नूं ब्लड वंडदा है, हार्ट जिहड़ा ब्लड वंडदा उहदे नाल मेरे सारे अंग जीवित रहिंदे हन। इंज मेरा मन सतगुर दी मत रूपी पवन गुरु दी ऑक्सीजन लैके, ਉਹਨੂੰ ਅੰਮ੍ਰਿਤ ਕਹਿ ਲੋ, ਉਹਨੂੰ ਦੁੱਧ ਕਹਿ ਲੋ, ਉਹ ਲੈ ਕੇ ਬਾਕੀ ਜਦੋਂ ਅੰਗਾਂ ਨੂੰ ਵੰਡਦਾ ਹੈ, ਇਸ ਸਾਰੀ ਜਿਹੜੀ ਇਹ ਕਿਰਿਆ ਹੋ ਰਹੀ ਹੈ ਨਾ, ਇਹਨੂੰ ਭਗਤ ਕਹਿੰਦੇ ਨੇ। ਉਸ ਮਨ ਦੀ ਇਹ ਵਾਲੀ ਅਵਸਥਾ ਜੋ ਵਿਜ਼ਡਮ ਨੂੰ ਅੰਗਾਂ ਵੱਲ ਲੈਣ ਤੋਂ ਬਾਅਦ ਟ੍ਰਾਂਸਮਿਟ ਕਰ ਰਿਹਾ ਹੈ। ਲਈ ਉਹਨੇ ਕਿੱਥੋਂ? ਨਿਜ ਘਰ ਚੋਂ, ਅੰਤਰ-ਆਤਮੇ ਚੋਂ ਵਸਦੇ ਰੱਬ ਜੀ ਕੋਲ। अच्छा, हुण ये जिहड़ी अवस्था है ना, ये अवस्था जिहड़े मन दा जग तैयार हो गया सी अंदर,
ਉਹਨੇ ਗੁਰਪ੍ਰਸਾਦ ਦੀ ਪ੍ਰਗਟ ਹੋਈ ਵਾਲੀ ਪਿਛਲੇ ਪਦ ਵਿੱਚ ਕਹਿ ਰਹੇ ਨੇ, ਉਹਦੇ ਸਾਰੇ ਅੰਗ ਅੰਗ ਸ਼ਬਦ ਸਲਾਹ ਸੇ ਜਾਂ ਨਿਰਮਲ, ਉਹਦੇ ਸਾਰੇ ਅੰਗ ਵੀ ਨਿਰਮਲ ਹੋ ਜਾਂਦੇ ਨੇ ਤੇ ਉਹ ਉਸ ਅੰਤਰਾਤਮੇ ਨਾਲ ਉਹਦੀ ਵਿਜ਼ਡਮ ਨਾਲ ਟਿਊਨਡ ਹੋ ਜਾਂਦੇ ਨੇ ਨਾ। ਭਗਤ ਲਫ਼ਜ਼ ਅੱਜ ਸਮਝਣ ਵਾਸਤੇ ਅਸੀਂ ਇਸ ਐਂਗਲ ਤੋਂ ਸਮਝਾਂਗੇ ਕਿ ਇਹਨਾਂ ਬੜਾ ਨੇੜੇ ਹੈ ਲਫ਼ਜ਼ ਭੁਗਤ ਦੇ ਨਾਲ ਜੁੜਿਆ ਹੋਇਆ ਹੈ। ਭੁਗਤ ਹੁੰਦਾ ਹੈ ਸੰਤੋਖ ਦਾ ਭੋਜਨ। ਜਿਹੜਾ ਮਨ ਸੰਤੋਖ ਦੀ ਗਿਆਨ ਵਾਲੀ ਮੱਤ ਲੈ ਲੈਂਦਾ ਨਾ ਨਿਜ ਘਰ ਚੋਂ, ਉਹਨੂੰ ਦਇਆ ਅਤੇ ਸੰਤੋਖ ਇਸ ਤਰੀਕੇ ਦੇ ਸਾਰੇ ਗੱਲਾਂ ਦਾ ਗਿਆਨ ਹੁੰਦਾ ਜਾਂਦਾ। ਭੁਗਤ ਗਿਆਨ ਉਹ ਇਹ ਵਾਲਾ ਭੋਜਨ ਖਾਂਦਾ ਹੈ, ਖਾ ਕੇ ਆਪਣੇ ਅੰਗਾਂ ਨੂੰ ਵੰਡਦਾ ਹੈ। ਜੇ ਕੋ ਖਾਵੇ ਜੇ ਕੋ ਪੁੰਚੈ। ਜਦੋਂ ਮੈਂ ਭੋਜਨ ਖਾਵਾਂਗਾ ਨਾ, ਪਹਿਲਾ ਭੋਜਨ ਜਿਹੜੀ ਟਰਮਸ ਵਿੱਚ ਮੈਂ ਗੱਲ ਸਾਂਝ ਕਰ ਰਿਹਾ ਨਾ, ਉਸ ਟਰਮ ਵਿੱਚ ਮਨ ਨੇ ਭੋਜਨ ਖਾਦਾ। ਜੇ ਮੈਂ ਬਾਹਰਲੀ ਦੁਨਿਆਵੀ ਰੋਟੀ ਖਾਵਾਂਗਾ, ਮਨ ਵਾਂਗੂ ਉਹ ਰੋਟੀ ਮੇਰੇ ਲੀਵਰ ਵਿੱਚ ਜਾਏਗੀ। ਜੇ ਕੋ ਖਾਵੇ ਜੇ ਕੋ ਪੁੰਚੈ, ਅਤੇ ਜਦੋਂ ਮੈਂ ਉਹਨੂੰ ਪਚਾ ਸਕਾਂਗਾ ਤਾਂ ਬਾਕੀ ਅੰਗਾਂ ਨੂੰ ਜਾਏਗੀ ਨਾ। ਕਿਉਂ ਸਤਬੀਰ ਜੀ? ਜੀ ਵੀਰ ਜੀ ਬਿਲਕੁਲ। ਲੀਵਰ ਤੋਂ ਬਾਕੀ ਅੰਗਾਂ ਨੂੰ ਟ੍ਰਾਂਸਮਿਟ ਹੋਏਗੀ। ਇੰਜ ਮਨ ਜਦੋਂ ਜੇ ਕੋ ਖਾਵੇ ਜੇ ਕੋ ਪੁੰਚੈ ਇਸਕਾ ਉਧਾਰੋ, ਉਹਦੇ ਬਾਕੀ ਸਾਰੇ ਅੰਗ ਵੀ ਨਾ ਇਸ ਭਗਤ ਅਵਸਥਾ ਵਾਲੀ ਗੇਮ ਵਿੱਚ ਆ ਜਾਂਦੇ ਨੇ। ਸਦਾ ਭਗਤ ਇੱਕ ਅੰਗ, ਇੱਕ ਰੋਮ ਰੋਮ ਰੱਬੀ ਗੁਣਾ ਦੀ ਵਡਿਆਈ ਵਾਲਾ ਬਣ ਗਿਆ। ਤੇਰੀ ਸ਼ਰਣਾਈ, ਉਹ ਨਿਜ ਘਰ ਵਾਲਾ ਜਿਹੜਾ ਮਨ ਹੈ ਨਾ, ਮਨ ਨੇ ਜਿਹੜੀ ਸ਼ਰਨ ਲੈ ਲਈ ਹੈ, ਮਨ ਨੇ ਰੱਬ ਜੀ ਦੀ ਸ਼ਰਨ ਲੈ ਲਈ ਹੈ। ਰੱਬ ਜੀ ਦੀ ਸ਼ਰਨ ਦਾ ਮਤਲਬ ਹੈ ਚੰਗੇ ਗੁਣਾ ਦੀ ਸ਼ਰਨ ਲੈਣਾ। ਜੇ ਮੈਂ ਕਿਸੇ ਬਦਮਾਸ਼ ਦੀ ਜਾ ਕੇ ਸ਼ਰਨ ਲੈ ਲਾ ਨਾ, ਕਿ ਦੋ ਮੁੰਡਿਆਂ ਨੂੰ ਕੁੱਟਣਾ ਹੈ, ਮੈਂ ਤੁਹਾਡੀ ਸ਼ਰਨ ਆਇਆ, ਤਾਂ ਮੈਨੂੰ ਆਪਣੇ 2-3 ਗੁੰਡੇ ਦੇ ਦਿਓ। ਸ਼ਰਨ ਲੈਣ ਦਾ ਮਤਲਬ ਹੈ ਮੈਂ ਉਸ ਬਦਮਾਸ਼ ਨੂੰ ਜਾ ਕੇ ਕਹਿ ਰਿਹਾ ਮੈਂ ਤੁਹਾਡਾ ਮਾਈਟ, ਤੁਹਾਡੀ ਤਾਕਤ ਯੂਜ਼ ਕਰਨਾ ਚਾਹੁੰਦਾ, ਤਾਂ ਤੇ ਮੈਂ ਬਦਮਾਸ਼ ਦੀ ਸ਼ਰਨ ਲੈ ਲਈ। ਜੇ ਮੈਂ ਭੈੜ ਕਰਨਾ ਚਾਹੁੰਦਾ ਹਾਂ ਵਰਸਿਸ ਜੇ ਮੈਂ ਇਨਸਾਨੀਅਤ ਭਰਪੂਰ ਜੀਵਨ ਜੀਣਾ ਚਾਹੁੰਦਾ ਹਾਂ, ਤਾਂ ਫਿਰ ਮੈਂ ਰੱਬ ਜੀ ਦੀ ਸਤਿਗੁਰ ਦੀ ਸ਼ਰਨ ਲੈਂਦਾ ਹਾਂ ਕਿ ਤੁਸੀਂ ਆਪਣਾ ਮਾਈਟ, ਆਪਣਾ ਬਲ ਬਖਸ਼ੋ। ਉਹਨਾਂ ਦਾ ਬਲ ਕੀ ਹੈ? ਦਇਆ, ਧਰਮ, ਸੰਤੋਖ, ਨਿਮਰਤਾ, ਹਲੀਮੀ, ਪਿਆਰ, ਮਿਠਾਸ, ਟੋਲਰੈਂਸ, ਸਬਰ, ਪੇਸ਼ੈਂਸ, ਇਹ ਉਹਨਾਂ ਦਾ ਮਾਈਟ ਹੈ। ਉਹ ਮੈਨੂੰ ਐ ਦੇ ਦਿੰਦੇ ਨੇ। ਜਦੋਂ ਇੱਕ ਇੱਕ ਅੰਗ ਸਾਰਾ ਮਾਣਨ ਲੱਗ ਪੈਂਦਾ ਨਾ, ਸਾਰੇ ਦੇ ਸਾਰੇ ਉਸ ਸ਼ਰਨ ਵਿੱਚ ਆ ਗਏ ਜਿਸ ਸ਼ਰਨ ਵਿੱਚ ਮਨ ਇਕਨਿਕ ਹੋਇਆ ਹੈ ਨਾ। ਉਹ ਮਨ ਨੂੰ ਕਹਿ ਰਹੇ ਨੇ ਤੇਰੀ ਸ਼ਰਨ ਆ ਗਈ। ਮਨ ਕਿਹਦੀ ਸ਼ਰਨ ਆ ਚੁੱਕਾ ਹੋਇਆ? ਮਨ ਬੂੰਦ ਸੀ ਸਾਗਰ ਦੀ ਸ਼ਰਨ ਵਿੱਚ ਆ ਚੁੱਕਾ ਹੋਇਆ। ਸੋ ਇਹ ਸਾਰੇ ਸ਼ਰਨ ਲਫ਼ਜ਼ ਨੂੰ ਅਸੀਂ ਇੱਕ ਪੱਖੋਂ ਹੋਰ ਵੀ ਵਿਚਾਰਿਆ ਸੀ। ਤੁਸੀਂ ਸਾਰਿਆਂ ਨੇ ਟੇਪਾਂ ਸੁਣੀਆਂ ਹੋਈਆਂ, ਤਾਂ ਵੀ ਰਿਪੀਟ ਮੈਂ ਕਰਦਾ ਹਾਂ ਕਿ ਜਦੋਂ ਪਹਿਲਾਂ ਕੋਲੂ ਦਾ ਬੈਲ ਚੱਲਦਾ ਸੀ ਨਾ, ਤਾਂ ਉਹ ਕੋਲੂ ਦੇ ਆਸ-ਪਾਸ ਘੁੰਮਦਾ ਸੀ। ਉਹਦੇ ਪੈਰਾਂ ਥੱਲੇ ਪਗਡੰਡੀ ਬਣ ਜਾਂਦੀ ਸੀ ਗੋਲ ਗੋਲ, ਜਿਸ ਤਰ੍ਹਾਂ ਜ਼ਮੀਨ ਤੇ ਇੱਕ ਆਸ-ਪਾਸ ਘਾਹ ਉੱਗੀ ਹੋਵੇ, ਵਿੱਚੋਂ ਥੋੜਾ ਜਿਹਾ ਅਸੀਂ ਬਾਰ-ਬਾਰ ਚੱਲੀਏ ਤਾਂ ਉੱਥੇ ਰਸਤਾ ਜਿਹਾ ਬਣ ਜਾਂਦਾ, ਫੁੱਟ ਸਟੈਪਸ ਬਣ ਜਾਂਦੇ ਨੇ, ਪਗਡੰਡੀ ਬਣ ਜਾਂਦੀ ਹੈ, ਪਦ ਚਿੰਨ੍ਹ ਬਣ ਜਾਂਦੇ ਨੇ। ਬੈਲ ਜਦੋਂ ਉਹਨਾਂ ਤੇ ਚੱਲਦਾ ਰਹਿੰਦਾ ਹੈ ਤਾਂ ਤੇਲ ਨਿਕਲਦਾ ਰਹਿੰਦਾ ਹੈ। ਸੋ ਤੇਲੀ ਦੀ लैंग्वेज ही दूजा तेली ਉਹਨੂੰ ਪੁੱਛਦਾ ਸੀ क्या बैल शरण में है? शरण में मतलब अपने पद चिन्ह पर, अपने मार्ग पर चल रहा है, तो ठीक है, फिर काम चल रहा है, तेल निकल रहा है। वो कहता हाँ बैल शरण में है। तो पद चिन्ह वो ਜਿਹੜੇ पद चिन्ह है ना, वो सारी सृष्टि विच जिथे भी चले जाओ, जिथे जाइए जगत में तिथे हर साई, मैं जिथे जावांगा मेरे अंदर दा साई मेरे नाल जाएगा ना। तो सब जगह मैं विदाउट फेल रब्बी गुणा दी जे मैं प्रैक्टिस करा,
ਰੱਬ ਜੀ ਦੇ ਮਾਈਟ ਨੂੰ, ਤਾਕਤ ਬਲ ਨੂੰ ਮੈਂ ਵਰਤਾਂ ਤਾਂ ਮਾਨੋ ਮੈਂ ਮਨ ਕਰਕੇ ਰੱਬ ਜੀ ਦੀ ਸ਼ਰਨ ਵਿੱਚ ਹਾਂ। ਜੇ ਮੇਰਾ ਮਨ ਰੱਬ ਜੀ ਦੀ ਸ਼ਰਨ ਵਿੱਚ ਹੈ, ਮੇਰੇ ਅੰਗਾਂ ਨੂੰ ਭੁਗਤ ਵੰਡੀ ਗਈ ਹੈ, ਮੇਰੇ ਅੰਗ ਵੀ ਭਗਤ ਬਣ ਗਏ ਨੇ, ਉਸ ਪ੍ਰੈਕਟਿਸ ਵਿੱਚ ਆ ਗਏ ਨੇ, ਤਾਂ ਮਨ ਵੀ ਸਦਾ ਸ਼ਰਨ ਵਿੱਚ ਹਨ, ਉਹ ਅੰਗ ਵੀ ਸਾਰੇ ਸ਼ਰਨ ਵਿੱਚ ਹਨ। ਜੇ ਮੈਂ ਆਪਣੇ ਥਾਟ ਪ੍ਰੋਸੈਸ ਦੀ ਮਤ ਨੂੰ ਸੁਚੱਜੀ ਮਤ ਬਣਾ ਲਾਂ, ਪਿਤਾ ਨੂੰ ਸੰਤੋਖ ਨੂੰ ਸੁਚੱਜਾ ਅਸੰਤੋਖ ਤੋਂ ਪਿਤਾ ਸੰਤੋਖ ਬਣਾ ਲਵਾਂ, ਚੰਗੇ ਗੁਣਾਂ ਦੇ ਭੈਣ ਭਰਾ ਬਣਾ ਲਵਾਂ, ਅਵਿਦਿਆ ਵਾਲੀ ਸਾਸ ਦੇ ਬਦਲੇ ਵਿਦਿਆ ਵਾਲੀ ਸਾਸ ਬਣਾ ਲਵਾਂ, ਸੁਚੱਜੀ ਆਪਣੀ ਪਤਨੀ ਬਣਾ ਲਵਾਂ, ਮਤ ਨੂੰ ਕੋਟੀ ਕਰਕੇ ਗੀਆਂ ਚੰਗੀ ਬਣਾ ਲਵਾਂ, ਜੇ ਇਹ ਸਾਰੇ ਟੱਬਰ ਨੂੰ ਲੈ ਕੇ ਮੈਂ ਜਾਵਾਂਗਾ ਸ਼ਰਨ ਵਿੱਚ, ਤਾਂ ਮੈਂ ਉਹ ਉਸ ਕੀਮੀਆਂ ਨੂੰ ਬਾਣੀ ਅੰਦਰ ਕਹਿੰਦੇ ਨੇ ਆਪਣਾ ਕੁੱਲ ਲੈ ਕੇ ਸ਼ਰਨ ਵਿੱਚ ਆ ਗਿਆ, ਆਪਣਾ ਕੁਟੰਬ ਵੀ ਲੈ ਕੇ ਸ਼ਰਨ ਵਿੱਚ ਆ ਗਿਆ। ਇਹਨੂੰ ਕਹਿੰਦੇ ਨੇ ਕੁੱਲ ਉਧਾਰ ਹੈ ਆਪਣਾ, ਵੀ ਮੈਂ ਕੱਲਾ ਹੀ ਨਹੀਂ ਆਇਆ, ਮੈਂ ਸਾਰਾ ਟੱਬਰ ਲੈ ਕੇ ਆਇਆ ਸਰ, ਮਨੂੰ ਸਾਰਾ ਫਿਕਸਅਪ ਕਰੋ। ਸੋ ਇਹ ਜਦੋਂ ਤੇਰੀ ਲਫ਼ਜ਼ ਆਇਆ ਨਾ, ਇਹ ਤੇਰੀ ਉਸੇ ਮਨ ਵਾਸਤੇ ਆਇਆ ਜਿਸ ਮਨ ਨੇ ਪਿੱਛੇ ਆਪਣੇ ਸਾਰੇ ਅੰਗਾਂ ਨੂੰ ਸਿੱਧੇ ਪਾਸੇ ਪਾ ਲਿਆ, ਤੇ ਇਹ ਮਨ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ। ਅਸੀਂ ਜਪਜੀ ਦੀ ਜਿਹੜੀ ਲੜੀਵਾਰ ਵਿਚਾਰ ਸਾਂਝ ਕਰ ਰਹੇ ਹਾਂ, ਅਸੀਂ ਉਹਦੇ ਵਿੱਚ ਸਮਝ ਰਹੇ ਹਾਂ ਮਨ ਨੂੰ ਸਾਰੇ ਅੰਗ ਫੋਲੋ ਕਰਦੇ ਨੇ, ਉਹਨੂੰ ਆਦੇਸ਼ ਕਰਦੇ ਨੇ, ਉਹ ਵੇਖਿਆ ਮਨ ਸਭ ਦੀ ਕਰਤੂਤ ਵੇਖਦਾ, ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਅੰਗਾਂ ਨੂੰ ਨਹੀਂ ਨਜ਼ਰ ਆਉਂਦਾ ਮਨ, ਪਰ ਅੰਗ ਸਾਰੇ ਫੋਲੋ ਮਨ ਨੂੰ ਕਰਦੇ। ਜਦੋਂ ਮਨ ਭੈੜਾ ਸੀ ਤੇ ਇਹਨਾਂ ਕੋਲ ਭੈੜ ਕਰਾਂਦਾ ਸੀ, ਹੁਣ ਮਨ ਨੇ ਰੱਬ ਜੀ ਦੀ ਸ਼ਰਨ ਲੈ ਲਈ ਹੈ, ਹੁਣ ਸਾਰੇ ਅੰਗ ਵੀ ਉਹਨਾਂ ਵਾਸਤੇ ਮਨ ਜਿਹੜਾ ਹੈ ਅਗੰਮ ਗੋਚਰ, ਉਹਨਾਂ ਨੂੰ ਕੀਮਤ ਤੇ ਚੰਗੇ ਗੁਣਾਂ ਦੀ ਨਹੀਂ ਸੀ, ਪਰ ਹੁਣ ਪ੍ਰਾਪਤ ਹੋ ਚੁੱਕੀ ਹੈ। ਉਹ ਸਾਰੇ ਅੰਗ ਕਹਿ ਰਹੇ ਨੇ ਜੋ ਤੁਧ ਭਾਵੈ ਤਿਉ ਰੱਖ ਤੂੰ ਰੱਖੈ। ਉਹ ਹਮੇਸ਼ਾ ਉਹਨੂੰ ਕੀ ਪਾਉਂਦਾ। ਅਸੀਂ ਨਾ ਬਾਹਰਲੇ ਰੱਬ ਜੀ ਦੇ ਅਰਥ ਨਾ ਇੱਕ ਵਾਰੀ ਸਾਂਝ ਕੀਤੇ ਸੀ। ਮੈਂ ਆਪਣੇ ਐਂਗਲ ਤੋਂ ਬਾਹਰ ਨਹੀਂ ਜਾ ਰਿਹਾ, ਕਿਉਂਕਿ ਇਹ ਭਾਵੇਂ ਲਫ਼ਜ਼ ਬੜਾ ਮਿਸਅੰਡਰਸਟੂਡ ਹੋਇਆ ਹੈ। ਮੈਨੂੰ ਕਿਸੇ ਨੇ ਪੁੱਛਿਆ ਸੀ 10-15 ਸਾਲ ਪਹਿਲਾਂ, ਵੀਰ ਜੀ ਦਾਤੇ ਦਾਤ ਰੱਖੀ ਹੱਥ ਆਪਣਾ ਜਿਸ ਭਾਵ ਹੈ ਤਿਸ ਦੇਈ, ਕਿ ਉਹ ਰੱਬ ਜੀ ਬੜੇ ਡਿਸਕ੍ਰਿਮੀਨੇਟ ਕਰਦੇ ਨੇ, ਵੀ ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਹੈ ਉਹਨੂੰ ਦਿੰਦੇ ਨੇ। ਤਾਂ ਮੈਂ ਉਹਨੂੰ ਕਿਹਾ ਮੇਰੀ ਆਦਤ ਨਹੀਂ ਹੈ ਕਿ ਮੈਂ ਸਪੌਂਟੇਨੀਅਸ ਇਸ ਤਰ੍ਹਾਂ ਇੱਕਦਮ ਹੀ ਬਾਣੀ ਦੇ ਪੰਕਤੀਆਂ ਦੇ ਟਰਮਸ ਦੇ ਜਵਾਬ ਦੇ ਦਿਆਂ। ਮੈਂ ਨਾ ਸ਼ਬਦ ਵੇਖਾਂਗਾ, ਤੁਹਾਡੇ ਨਾਲ ਸਾਂਝ ਕਰਾਂਗਾ। ਸ਼ਬਦ ਵੇਖਿਆ, ਫਿਰ ਅਸੀਂ ਵਿਚਾਰਿਆ। ਸ਼ਬਦ ਦਾ ਰਹਾਉ ਕੁਝ ਕਹਿ ਰਹੇ ਨੇ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ। ਕੌਣ ਕਹਿ ਰਿਹਾ? ਰੱਬ ਜੀ ਕਹਿ ਰਹੇ ਨੇ। ਸਤਿਗੁਰ ਕਹਿ ਰਿਹਾ ਵੀ ਸਤਿਗੁਰ ਦਾਤਾ ਮੇਲ ਮਿਲਾਵੋ। ਰੱਬ ਜੀ ਕਹਿ ਰਹੇ ਨੇ ਸਤਿਗੁਰ ਦਾਤਾ ਮੇਲ ਮਿਲਾਵੋ। ਕੋਈ ਕਹਿ ਰਿਹਾ ਨਾ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ। ਇਹ ਰਹਾਉ ਹੈ। ਇਹਦਾ ਮਤਲਬ ਜੋ ਰਹਾਉ ਵਿੱਚ ਬੇਨਤੀ ਕਰ ਰਿਹਾ ਨਾ, ਜਾਚਨਾ ਕਰ ਰਿਹਾ, ਉਹ ਇਸ ਪੰਕਤੀ ਤੇ ਅਸੀਂ ਲਾ ਕੇ ਵੇਖਾਂਗੇ। ਦਾਤੈ ਦਾਤ ਰੱਖੀ ਹੱਥ ਆਪਣੇ। ਰੱਬ ਜੀ ਨੇ ਤਾਂ ਸਾਰਿਆਂ ਵਾਸਤੇ ਦਾਤ ਇੱਥੇ ਰੱਖੀ ਹੋਈ ਹੈ ਅੰਦਰ। ਜਿਸ ਭਾਵ ਹੈ, ਜਿਹਨੂੰ ਇਹ ਦਾਤ ਭਾਵ ਹੈ, ਇਹ ਜਿਸ ਔਰ ਤਿਸ ਨਾ ਬਹੁਤ ਹੀ ਬਰੀਕੀ ਦੇ ਨਾਲ, ਕੋਮਲਤਾ ਨਾਲ ਸਮਝਣ ਵਾਲਾ ਹੈ। ਜਿਸ ਮਨੁੱਖ ਦੇ ਮਨ ਨੂੰ ਰੱਬ ਜੀ ਦੀ ਦਾਤ ਭਾਵ ਹੈ, ਜਿਸ ਅਤੇ ਤਿਸ ਦੇ ਸੱਸੇ ਨੂੰ ਔਂਕੜ ਹੈ, ਇਸ ਜਿਸ ਅਤੇ ਤਿਸ ਉਹ ਵਾਲਾ ਮਨ ਹੈ ਜਿਹੜਾ ਰਹਾਉ ਚ ਬੇਨਤੀ ਕਰ ਰਿਹਾ ਸਤਿਗੁਰ ਦਾਤਾ ਮੇਲ ਮਿਲਾਵੋ। ਉਹਨੂੰ ਸਤਿਗੁਰ ਦੀ ਗੱਲ ਪਸੰਦ ਹੈ। ਲੋਕਾਂ ਨੂੰ ਸਟਾਕ ਮਾਰਕੀਟ ਵਾਲਾ ਪਸੰਦ ਆ, ਉਹਦੇ ਕੋਲ ਜਾਂਦੇ ਨੇ। ਲੋਕਾਂ ਨੂੰ ਪ੍ਰਾਪਰਟੀ ਖਰੀਦਣ ਵਾਲੇ, ਜਿਹਨੂੰ ਜ਼ਿਆਦਾ ਅਕਲ ਹੈ ਕਿਹੜੀ ਪ੍ਰਾਪਰਟੀ ਰਾਤੋਂ ਰਾਤ ਖਰੀਦੋ ਅਮੀਰ ਬਣੀ ਦਾ, ਲੋਕੀ ਉਹਦੇ ਕੋਲ ਜਾਂਦੇ ਨੇ। ਲੋਕਾਂ ਨੂੰ ਜੈਸੀ ਜੈਸੀ ਗੱਲਾਂ ਪਸੰਦ ਨੇ ਉਹਨਾਂ ਕੋਲ ਜਾਂਦੇ ਨੇ। ਇਹ ਮਨ ਕਹਿ ਰਿਹਾ ਸਤਿਗੁਰ ਦਾਤਾ ਮੇਲ ਮਿਲਾਵੋ। ਇਹਦਾ ਮਤਲਬ ਇਹਨੂੰ ਸਤਿਗੁਰ ਦੀ ਗੱਲ ਪਸੰਦ ਹੈ ਨਾ। ਜਿਵ ਤੇ ਦਾਤੇ ਦਾਤ ਰੱਖੀ ਹੱਥ ਪਾਵਣਾ, ਹੱਥ ਆਪਣੇ ਜਿਸ ਭਾਵ ਹੈ,
ਜਿਸ ਮਨ ਨੂੰ ਦਾਤ ਭਾਵ ਰੱਬ ਜੀ ਦੀ ਵਿਜ਼ਡਮ ਦੇ ਚੰਗੇ ਗੁਣ ਭਾਉਂਦੇ ਹਨ, ਤਿਸ ਦੀ ਉਹਨੂੰ ਦੇ ਦਿੰਦੇ ਨੇ। ਹੁਣ ਇਸ ਸ਼ਬਦ ਇਸ ਪਦ ਦੇ ਵਿੱਚ ਕਹਿ ਰਹੇ ਨੇ ਉਹੀ ਐ ਤੁਧ ਉਹੀ ਤੇਰੀ ਵਾਲਾ ਹੈ ਮਨ, ਉਹਨੂੰ ਚੰਗੇ ਗੁਣ ਪਾਏ ਨੇ, ਉਹਨੇ ਚੰਗੇ ਗੁਣਾਂ ਨੂੰ ਪਸੰਦ ਕਰਕੇ ਆਪਣੇ ਅੰਗਾਂ ਨੂੰ ਦੇ ਦਿੱਤਾ ਹੈ। ਅੰਗ ਉਂਝ ਰਹਿੰਦੇ ਨੇ, ਅੰਗਾਂ ਨੇ ਪੂਰਾ ਸਰੈਂਡਰ ਕੀਤਾ ਮਨ ਅੱਗੇ, ਕਿਉਂਕਿ ਉਹਨੂੰ ਪਤਾ ਮਨ ਰਾਜਾ ਹੈ, ਮਨ ਸੁਲਤਾਨ ਹੈ, ਮਨ ਮਾਸਟਰ ਹੈ, ਮਨ ਸਾਈਂ ਹੈ, ਮਨ ਦੇ ਹੱਥ ਵਿੱਚ ਨੱਥ ਹੈ। ਇਹ ਜਿਹੜਾ ਸ਼ਬਦ ਪੜਿਆ ਜਾਂਦਾ ਨਾ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਇਹਦੇ ਆਮ ਤੌਰ ਤੇ ਅਰਥ ਇਹ ਕੀਤੇ ਜਾਂਦੇ ਨੇ, ਰੱਬ ਜੀ ਦੇ ਹੱਥ ਵਿੱਚ ਸਾਡੀ ਸਭ ਦੀ ਨੱਕ ਹੈ, ਉਹ ਪਕੜ ਕੇ ਕਸੀਟ ਕੇ ਉੱਥੇ ਲੈ ਜਾਂਦੇ ਨੇ ਜਿੱਥੇ ਸਾਨੂੰ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸਾਚੇ। ਰਾਦਰ ਇਹ ਇੰਜ ਹੈ ਕਿ ਮੇਰੀ ਨੱਥ, ਮੇਰੀ ਇਸ ਬੋਡੀ ਦੀ ਨੱਥ, ਮੇਰੀ ਬੋਡੀ ਇਜ਼ ਬੀਇੰਗ ਡਰੈਗਡ, ਮਾਈ ਬੋਡੀ ਇਜ਼ ਬੀਇੰਗ ਪੁਲਡ ਬਾਈ ਨਾਥ। ਕੌਣ ਹੈ ਇਹਦਾ? ਮੇਰਾ ਮਨ। ਨੱਕ ਨੱਥ ਮਨ ਰੂਪੀ ਖਸਮ ਦੇ ਹੱਥ ਹੈ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ। ਜਿਸ ਤਰ੍ਹਾਂ ਇਹ ਸੋਚਦਾ ਹੈ ਤਿਵੇਂ ਤਿਵੇਂ ਉਸ ਪਰ ਜਾਂਦਾ ਹੈ। ਜਹਾਂ ਦਾਣੇ, ਇਹ ਦਾਣੇ ਕਿਸ ਤਰ੍ਹਾਂ ਖਾਂਦੇ ਆ? ਕਬੀਰ ਮਨ ਪੰਖੀ ਪਿਆ ਉਡ ਉਡ ਦੇ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਇਹ ਜਹਾਂ ਦਾਣੇ ਤਾਂ ਖਾਣੇ ਅਸੀਂ ਇਸ ਤਰ੍ਹਾਂ ਜਾਣਦੇ ਹਾਂ ਜਿਸ ਤਰ੍ਹਾਂ ਮੇਰਾ ਮਨ ਮੈਨੂੰ ਕਸੀਟ ਕੇ ਲਿਜਾਂਦਾ ਹੈ। ਇਹ ਅੰਦਰ ਦੀ ਗੱਲ ਚੱਲ ਰਹੀ ਹੈ। ਨੱਕ ਨੱਥ ਸਰੀਰ ਦਾ ਖਸਮ ਹੈ ਮਨ। ਉਸ ਜਪਜੀ ਸਾਹਿਬ ਵਿੱਚ ਅਸੀਂ ਇਸ ਨੂੰ ਸਮਝਿਆ, ਆਪ ਨਾਥ ਨਾਥੀ ਸਭ ਜਾਂਕੀ। ਉਹਨੇ ਸਾਰੇ ਆਪਣੇ ਸ੍ਰਿਸ਼ਟੀ ਨੂੰ ਨੱਥਿਆ ਹੋਇਆ ਆਪਣੀ ਮਰਜ਼ੀ ਦੇ ਅਧੀਨ। ਨੈਗੇਟਿਵ ਸੀ ਤੇ ਖੁਆਰ ਕਰਦਾ ਸੀ, ਹੁਣ ਉਹਨੇ ਸਾਰਾ ਕੁੱਲ, ਸਾਰਾ ਪਿੰਡ, ਸਾਰਾ ਗਾਉਂ, ਸਾਰੀ ਸ੍ਰਿਸ਼ਟੀ, ਸਾਰਾ ਟੱਬਰ, ਸਾਰਾ ਕੁਟੰਬ, ਸਾਰਾ ਕੁੱਲ ਆਪਣਾ ਉਧਾਰ ਲਿਆ। ਉਹਨੇ ਸਾਰਿਆਂ ਨੂੰ ਸਿੱਧੇ ਪਾਸੇ ਪਾ ਲਿਆ। ਜੋ ਤੁਧ ਭਾਵ ਹੈ ਤਿਉ ਤੂੰ ਰੱਖ ਹੈ। ਜਿਸ ਤਰ੍ਹਾਂ ਤੈਨੂੰ ਚੰਗੇ ਚੰਗੇ ਗੁਣ ਪਾਉਂਦੇ ਹਨ, ਉਸ ਤਰ੍ਹਾਂ ਤੂੰ ਉਹ ਵਾਲੇ ਗੁਣ ਉਹਨਾਂ ਨੂੰ ਦਿੰਦਾ ਹੈ ਤੇ ਉਹਨਾਂ ਨੂੰ ਉਸ ਤਰੀਕੇ ਨਾਲ ਰੱਖਦਾ ਹੈ। ਗੁਰਮੁਖ ਨਾਮ ਧਿਆਹਾ ਹੈ। ਉਹਨੇ ਮਨ ਨੇ, ਜਿਹਨੂੰ ਗੱਲ ਚੱਲ ਰਹੀ ਨਾ ਜਿਹਦੇ ਬਾਰੇ, ਉਹ ਮਨ ਨੇ ਵਿਜ਼ਡਮ ਨੂੰ ਫੋਲੋ ਕੀਤਾ ਹੈ। ਵਿਜ਼ਡਮ ਨੂੰ ਆਪਣਾ ਜ਼ਿੰਦਗੀ ਦਾ ਗੋਲ ਬਣਾਇਆ ਹੈ। ਧਿਆਹਾ ਹੈ, ਧਿਆਉਣਾ, ਧਿਆ ਬਣਾ। ਧੇ ਤੋਂ ਧੇ ਹੁੰਦਾ ਲਕਸ਼, लक्ष्य ਹੁੰਦਾ गोल। मैंने अपनी जिंदगी का गोल बनाया है, मैं गुरबाणी आधार है, गुरबाणी लाग रहा हूं। लोगों ने अपना गोल की बनाया, लोग की जानन। बाणी चो मनु प्रेरणा मिल रही है, मैं अंदर दे वास्ते रब जी दी गल सुननी है। एनू नाम ਧਿਆਹਾ ही कहंदे ने। सो ਮਨ ਦੇ ਕਾਰਨ ਸਾਰੇ ਅੰਗ ਵੀ ਭਗਤ ਬਣ ਗਏ ਨੇ, ਚੰਗੇ ਗੁਣਾਂ ਦੀ ਸ਼ਰਨ ਵਿੱਚ ਰਹਿੰਦੇ ਨੇ ਅਤੇ ਉਹ ਉਹਨਾਂ ਨੂੰ ਦੇਖ ਤਾਂ ਨਹੀਂ ਪਾਉਂਦੇ ਨੇ, ਪਰ ਉਹ ਸਾਰਿਆਂ ਨੂੰ ਰੱਬੀ ਗੁਣਾਂ ਦੇ ਅਨੁਸਾਰ ਚਲਾਉਂਦਾ ਹੈ। जी जी जी, बहुत अच्छी विचार आप जी ने ਦਿੱਤੀ, बड़े अच्छे तरीके ਨਾਲ आप जी ने ਖੋਲਣਾ ਕੀਤਾ ਹੈਗਾ। ਤੇ ਸ਼ਰਨ ਦੀ ਆਪ ਜੀ ਨੇ ਕੋਲੂ ਦੇ ਬੈਲ ਨਾਲ ਰਿਲੇਟ ਕਰਕੇ ਇੱਕ ਦ੍ਰਿਸ਼ਟਾਂਤ ਹੋਰ ਆਪ ਜੀ ਨੇ ਖੋਲਣਾ ਕੀਤਾ ਬਹੁਤ ਅੱਛੇ ਤਰੀਕੇ ਦੇ ਨਾਲ। ਜੀ ਸੁਖਵਿੰਦਰ ਚਾਰ ਦੀਵਾਰਾਂ ਵਾਲੀ ਸ਼ਰਨ ਨੂੰ ਸ਼ਰਨ ਨਹੀਂ ਕਹਿੰਦੇ ਆ। ਕੋਈ ਲੋਕੀ ਸੋਚਦੇ ਨੇ ਅਸੀਂ ਕਿਸੇ ਗੁਰਦੁਆਰੇ ਚਲੇ ਜਾਾਂਗੇ ਤਾਂ ਰੱਬ ਜੀ ਦੀ ਸ਼ਰਨ ਆ ਗਏ, ਆਪਣੇ ਘਰ ਬਾਬਾ ਜੀ ਦਾ ਕਮਰਾ ਬਣਾਇਆ ਤੇ ਗੁਰੂ ਦੀ ਸ਼ਰਨ ਆ ਗਏ। ਉਹ ਉਹਨਾਂ ਦਾ ਪਿਆਰ ਹੈ, ਪਰ ਪੂਰੇ ਵਰਲਡ ਵਿੱਚ ਅਸੀਂ ਕਿੱਥੇ ਵੀ ਚਲੇ ਜਾਈਏ ਚੰਗੇ ਗੁਣਾਂ ਦੀ ਸ਼ਰਨ ਲੈ ਰਹੇ ਹਾਂ। ਸੱਚ ਦੇ ਪਦ ਚਿੰਨ ਤੇ ਮੇਰਾ ਮਨ ਦਾ ਬੈਲ ਚੱਲ ਰਿਹਾ ਹੈ ਸ਼ਰਨ ਵਿੱਚ। ਹਾਂ, ਰੱਬ ਜੀ ਦੀ ਸ਼ਰਨ ਵਿੱਚ। ਹਾਂ जी जी वीर जी। हाँ सुखविंदर वीर जी, आप जी विचार दो।
ਹਾਂਜੀ ਵੀਰ ਜੀ, ਜਿਹੜੇ ਇਸ ਬੰਦ ਦੀ ਪਹਿਲੀ ਤੁਕ ਵਿੱਚ ਲਫ਼ਜ਼ ਭਗਤ ਆਇਆ ਨਾ, ਸਦਾ ਭਗਤ ਤੇਰੀ ਸ਼ਰਨਾਈ, ਇਹ ਭਗਤ ਦਾ ਤੱਤਾ ਮੁਕਤਾ ਹੈ, ਭਾਵ ਬਹੁ ਵਚਨ ਦੇ ਵਿੱਚ ਜਾ ਰਹੇ ਹਨ। ਇਹ ਇੱਕ ਵਚਨ ਵਿੱਚ ਨਹੀਂ ਆਖਿਆ ਜਾ ਰਿਹਾ, ਪਲੂਰਲ ਫਾਰਮ ਵਿੱਚ ਦੱਸਿਆ ਜਾ ਰਿਹਾ ਸਾਨੂੰ। ਤੇ ਇੱਥੇ ਇਹ ਭਗਤ ਜਿਹੜੀ ਇੱਥੇ ਤੱਤਾ ਮੁਕਤਾ ਵਾਲਾ ਲਫ਼ਜ਼ ਆਇਆ, ਇਹ ਮਨ ਵਾਸਤੇ ਨਹੀਂ ਆਇਆ। ਇਹ ਕਹਿੰਦੇ ਨੇ ਇਹ ਅਵਸਥਾ ਦੇਖੋ, ਸਤਿਗੁਰੂ ਜੀ ਸਾਨੂੰ ਅਗਰ ਪੂਰਾ ਸ਼ਬਦ ਦੇ ਵਿੱਚ ਸਟੈਪ ਬਾਈ ਸਟੈਪ ਸਾਨੂੰ ਇੱਥੇ ਲੈ ਕੇ ਆ ਰਹੇ ਹਨ, ਤੇ ਇਹ ਅਵਸਥਾ ਬਹੁਤ ਉੱਚੀ ਆਤਮਿਕ ਅਵਸਥਾ ਵਾਲੀ ਗੱਲ ਕਰ ਰਹੇ ਨੇ। ਇਸ ਜਗ੍ਹਾ ਤੇ ਮਨ ਕਿਵੇਂ ਪਹੁੰਚਿਆ ਤੇ ਕਦੋਂ ਪਹੁੰਚਿਆ? ਦੇਖੋ ਹੁਣ ਇਸ ਅਵਸਥਾ ਤੇ ਆ ਕੇ ਜਿਹੜੇ ਸਾਰੇ ਸਾਡੇ ਭਗਤ, ਜਿਹਨੂੰ ਗੁਰਬਾਣੀ ਭਗਤ ਮੰਨਦੇ ਆ, ਇੰਦਰੇ ਗਿਆਨ ਇੰਦਰੇ ਰੋਮ ਰੋਮ ਨੂੰ, ਉਹ ਮਨ ਦੀ ਸ਼ਰਨ ਚਾਹੁੰਦੇ ਨੇ। ਲੇਕਿਨ ਇਹ ਕਹਾਣੀ ਕਿੱਥੋਂ ਸ਼ੁਰੂ ਹੋਈ? ਸਤਿਗੁਰੂ ਜੀ ਇੱਥੇ ਤੱਕ ਸਾਨੂੰ ਕੀ ਸਮਝਾਉਣਾ ਕਰ ਰਹੇ ਨੇ? ਕਹਿੰਦੇ ਨੇ ਜਦੋਂ ਅਸੀਂ ਸਮਝ ਲੈਣਾ ਕਿ ਅਸੀਂ ਵਿਕਾਰਾਂ ਦੇ ਵਿੱਚ ਮੋਹ ਚੀਕੜ ਫਾਥੇ ਨਿਗਰਤ ਹਮ ਜਾਤੇ, ਜਦੋਂ ਅਸੀਂ ਸਮਝ ਲੈਣਾ ਵੀ ਅਸੀਂ ਤਾਂ ਮੋਹ ਦੇ ਚਿੱਕੜ ਵਿੱਚ ਫਸੇ ਹੋਏ ਹਾਂ, ਤੇ ਇਸ ਚਿੱਕੜ ਰੂਪੀ ਦਲਦਲ ਦੇ ਵਿੱਚ ਅਸੀਂ ਵਿੱਚ ਧੱਸਦੇ ਜਾ ਰਿਹਾ, ਭਾਵ ਜਦੋਂ ਅਸੀਂ ਵਿਕਾਰਾਂ ਦੇ ਵਿੱਚ ਜ਼ਿੰਦਗੀ ਬਤੀਤ ਕਰਦੇ ਕਰਦੇ ਬਹੁਤ ਜ਼ਿਆਦਾ ਦੁਖੀ ਹੁੰਦੇ ਹਾਂ, ਤਾਂ ਮਨ ਅਰਦਾਸ ਕਰਦਾ ਹੈ, ਭਾਵ ਉਦੋਂ ਉਹ ਅਸੀਂ ਆਪਣੀ ਬਾਂਹ ਸਤਿਗੁਰੂ ਜੀ ਨੂੰ ਉਸ ਅਵਸਥਾ ਦੇ ਵਿੱਚ ਪਕੜਾਉਂਦੇ ਹਾਂ। ਉਸ ਨੂੰ ਗੁਰਬਾਣੀ ਆਖਦੀ ਹੈ, ਮੋਹ ਚੀਕੜ ਫਾਥੇ ਨਿਗਰਤ ਹਮ ਜਾਤੇ, ਹਰ ਬਾਹ ਪ੍ਰਭੂ ਪਕੜਾਈ ਜੀਓ। ਅਸੀਂ ਉਸ ਅਵਸਥਾ ਵਿੱਚ ਸਤਿਗੁਰੂ ਦੀ ਉਦੋਂ ਬਾਹ ਪਕੜਾਈ ਸੀ, ਭਾਵ ਉਸ ਅਵਸਥਾ ਵਿੱਚ ਅਸੀਂ ਸਤਿਗੁਰੂ ਦੀ ਸ਼ਰਨ ਵਿੱਚ ਆਏ ਸੀ। ਸਤਿਗੁਰੂ ਜੀ ਨੇ ਉਸ ਅਵਸਥਾ ਤੇ ਸਾਡੀ ਬਾਹ ਪਕੜੀ ਸੀ। ਫਿਰ ਸਤਿਗੁਰੂ ਜੀ ਸਾਨੂੰ ਸਟੈਪ ਬਾਈ ਸਟੈਪ ਅੱਗੇ ਸਮਝਾਉਂਦੇ ਪਕੜਾਉਂਦੇ ਇੱਥੇ ਲੈ ਕੇ ਆਏ ਨੇ। ਇੱਕ ਗੱਲ ਸਾਨੂੰ ਇਹ ਵੀ ਮੰਨ ਲੈਣੀ ਚਾਹੀਦੀ ਹੈ ਕਿ ਗੁਰਬਾਣੀ ਦੇ ਵਿੱਚ ਸਿਰਫ ਉਹ ਢਹਿੰਦੀ ਕਲਾ ਵਾਲੀ ਉਹ ਜਿਹੜੀ ਅਵਸਥਾ ਦੀ ਗੱਲ ਨਹੀਂ ਕੀਤੀ। ਗੁਰਬਾਣੀ ਮਨ ਨੂੰ ਪਕੜ ਕੇ ਉੱਥੋਂ ਜਿੱਥੇ ਮਨ ਮੋਚੀਕੜ ਫਾਥੇ ਵਿੱਚ ਹੋਇਆ ਸੀ, ਜਿੱਥੋਂ ਸਤਿਗੁਰੂ ਜੀ ਉਹਦੀ ਬਾਂਹ ਫੜੀ ਸੀ, ਸਤਿਗੁਰੂ ਜੀ ਲੈ ਕੇ ਕਿੱਥੇ ਆਉਂਦੇ ਨੇ? ਕਰਮਖੰਡ ਵਾਲੀ ਅਵਸਥਾ ਦੇ ਵਿੱਚ, ਜਿੱਥੇ ਸਤਿਗੁਰੂ ਜੀ ਆਖਦੇ ਨੇ ਨਾ ਉਹ ਮਰੈ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਇੱਥੇ ਤੱਕ ਸਤਿਗੁਰੂ ਜੀ ਸਾਨੂੰ ਲੈ ਕੇ ਉਸ ਤੋਂ ਬਾਅਦ ਜਿਹੜੀ ਅਵਸਥਾ ਨਾਲ ਅੱਗੇ ਫਿਰ ਦੱਸਦੇ ਨੇ, ਕਹਿੰਦੇ ਨੇ ਤਿੱਥੈ ਭਗਤ ਵਸੈ ਕੇ ਲੋ। ਇੱਥੇ ਉਹ ਵਾਲੇ ਲਫ਼ਜ਼ ਜਿਹੜਾ ਆ ਰਿਹਾ ਨਾ, ਸਦਾ ਭਗਤ ਤੇਰੀ ਸ਼ਰਨਾਈ, ਇਹ ਉਹ ਅਵਸਥਾ ਤੱਕ ਸਤਿਗੁਰੂ ਜੀ ਸਾਨੂੰ ਲੈ ਕੇ ਆਣ। ਹੁਣ ਉਹ ਅਵਸਥਾ ਸਮਝਾ ਰਹੇ ਹਨ। ਹੁਣ ਇਹ ਕੋਈ ਇਸ ਤਰ੍ਹਾਂ ਵੀ ਸਾਨੂੰ ਨਹੀਂ ਸਮਝਣਾ ਚਾਹੀਦਾ ਕਿ ਸਤਿਗੁਰੂ ਜੀ ਸਿਰਫ ਸਾਨੂੰ ਇਹੀ ਸਮਝਾਉਂਦੇ ਰਹਿਣ ਕਿ ਤੁਸੀਂ ਹਮੇਸ਼ਾ ਹੀ ਹਰੇਕ ਬਾਣੀ ਦੇ ਅਰਥ ਅਸੀਂ ਇਸ ਤਰ੍ਹਾਂ ਨਹੀਂ ਕਰਨੇ ਕਿ ਹਮੇਸ਼ਾ ਹੀ ਸਾਰੇ ਸਤਿਗੁਰੂ ਉਸ ਦੀ ਸ਼ਰਨ ਦੇ ਵਿੱਚ ਤੇਰੀ ਜਿਸ ਨੂੰ ਵੀ ਉਹਦੀ ਸ਼ਰਨ ਦੇ ਵਿੱਚ ਪਿਆ ਹੀ ਰਹਿੰਦਾ ਹੈ। ਉਹ ਕਦੀ ਵੀ ਉਹ ਮਨ ਉਸ ਦੀ ਬਾਣੀ ਦੇ ਵਿੱਚ ਜੁੜ ਕੇ ਬਾਣੀ ਦਾ ਰੂਪ ਬਣ ਹੀ ਨਹੀਂ ਸਕਦਾ। ਗੁਰੂ ਜੀ ਨੂੰ ਧਿਆ ਕੇ ਗੁਰੂ ਜੀ ਦਾ ਰੂਪ ਬਣ ਹੀ ਨਹੀਂ ਸਕਦਾ। ਨਾਮ ਨੂੰ ਧਿਆ ਕੇ ਨਾਮ ਨੂੰ ਆਪਣੇ ਹਿਰਦੇ 'ਚ ਵਸਾ ਕੇ ਨਾਮੀ ਬਣ ਹੀ ਨਹੀਂ ਸਕਦਾ। ਨਿਰੰਕਾਰ ਨੂੰ ਹਿਰਦੇ 'ਚ ਵਸਾ ਕੇ ਨਿਰੰਕਾਰ ਵਸ ਨਹੀਂ ਸਕਦਾ। ਸਤਿਗੁਰੂ ਜੀ ਸਾਨੂੰ ਇਹੀ ਸਮਝਾ ਰਹੇ ਨੇ, ਉਸ ਅਵਸਥਾ ਤੇ ਲੈ ਕੇ ਜਾ ਰਹੇ ਨੇ, ਉਸ ਅਵਸਥਾ ਤੇ ਦੱਸ ਰਹੇ ਨੇ। ਹੁਣ ਜਿਹੜੀ ਕਰਮਖੰਡ ਵਾਲੀ ਅਵਸਥਾ ਹੈ, ਉੱਥੇ ਆਖਦੇ ਨੇ ਜਦੋਂ ਮਨ ਦੇ ਵਿੱਚ ਨਾਮ ਵਸ ਜਾਂਦਾ ਹੈ, ਫਿਰ ਕਹਿੰਦੇ ਨੇ ਨਾ ਉਹ ਮਰੈ ਨਾ ਠਾਗੇ ਜਾਹੇ। ਇੱਕ ਅਮਰ ਅਵਸਥਾ ਜਦੋਂ ਮਨ ਨੂੰ ਪ੍ਰਾਪਤ ਹੋ ਜਾਂਦੀ ਹੈ, ਤਾਂ ਕਹਿੰਦੇ ਨੇ ਉਦੋਂ ਮਨ ਦੇ ਵਿੱਚ ਜਿਨ ਕੈ ਰਾਮ ਵਸੈ ਮਨ ਵਿੱਚ ਨਾਮ ਵਸ ਜਾਂਦਾ। ਫਿਰ ਕਹਿੰਦੇ ਕੀ ਨਾਲ ਹੁੰਦਾ ਹੈ? ਕਹਿੰਦੇ ਫਿਰ ਉੱਥੇ ਨਾ ਤਿੱਥੈ ਭਗਤ ਵਸੈ ਕੇ ਲੋ, ਭਗਤਾਂ ਦੇ ਲੋ ਵਸਦੇ ਨੇ। ਬਹੁਤ ਸਾਰੇ ਭਗਤਾਂ ਭਾਵ ਜਿਹੜੇ ਉਸ ਵਕਤ ਜਿਹੜੇ ਇੰਦਰੇ ਗਿਆਨ ਇੰਦਰੇ ਹੁੰਦੇ ਨੇ, ਉਹਨਾਂ ਨੂੰ ਫਿਰ ਸਮਝ ਆਉਂਦੀ ਹੈ ਕਿ ਪਹਿਲਾਂ ਇਹ ਮਨ ਤੱਕ ਸਾਡੀ ਗਮਤਾ ਸੀ, ਪਹਿਲਾਂ ਅਸੀਂ ਮਨ ਤੇ ਆਪਣਾ ਪ੍ਰਭਾਵ ਪਾ ਲੈਂਦੇ ਸਨ, ਪਹਿਲਾਂ ਇਹ ਮਨ ਸਾਡੇ ਗੋਚਰਾਂ ਤੱਕ ਸਾਡੀ ਪਹੁੰਚ ਸੀ, ਇਹ ਮਨ ਗੋਚਰਾਂ ਦੇ ਅਧੀਨ ਚਲੇ ਜਾਂਦਾ ਸੀ। ਕਹਿੰਦੇ ਹੁਣ ਇਸ ਮਨ ਦੇ ਅੰਦਰ ਗੁਰਮੁਖ ਨਾਮ ਧਿਆ ਹੈ। ਇਸ ਮਨ ਨੇ ਹੁਣ ਗੁਰੂ ਦੇ ਮੁਖ ਤੋਂ ਨਿਕਲਿਆ ਹੋਇਆ ਨਾਮ ਨੂੰ ਧਿਆਉਣ ਲੱਗ ਗਿਆ, ਉਹਨੂੰ ਆਪਣੇ ਅੰਦਰ ਵਸਾ ਲਿਆ, ਜਿਸ ਨੂੰ ਆਖਦੇ ਨੇ ਜਿਨ ਕੈ ਰਾਮ ਵਸੈ ਮਨ ਮਾਏ। ਕਹਿੰਦੇ ਹੁਣ ਸਾਡੀ ਗਮਤਾ ਖਤਮ ਹੋ ਗਈ ਇਸ ਮਨ ਤੱਕ। ਜਿਹੜਾ ਉੱਪਰ ਆਖਰੇ ਨੇ ਨਾ, ਕੌਣ ਹੈ? ਸਦਾ ਭਗਤ ਤੇਰੀ ਸ਼ਰਨਾਈ। ਤੇਰੀ ਕਿਸ ਨੂੰ ਆਖਰੇ? ਕਹਿੰਦੇ ਹੁਣ ਜਿਹੜਾ ਅਗਮ ਅਗੋਚਰ ਮਨ ਬਣ ਚੁੱਕਾ ਨਾ, ਉਸ ਨੂੰ ਤੇਰੀ ਆਖਰੇ ਨੇ। ਕਹਿੰਦੇ ਉਹ ਜਿਹੜਾ ਅਗਮ ਅਗੋਚਰ ਵਾਲੀ ਅਵਸਥਾ ਪ੍ਰਾਪਤ ਕਰ ਚੁੱਕੀ ਹੈ ਮਨ, ਭਾਵ ਹੁਣ ਇੰਦਰੀਆਂ ਦੀ ਉਹਨਾਂ ਤੱਕ ਗਮਤਾ ਨਹੀਂ ਰਹੀ, ਤਾਂ ਇੰਦਰੇ ਹੁਣ ਉਹਦੀ ਸ਼ਰਨ ਦੇ ਵਿੱਚ ਆਏ। ਇਸ ਅਵਸਥਾ ਤੱਕ ਇੰਦਰੇ ਸ਼ਰਨ ਵਿੱਚ ਤਾਂ ਹੀ ਆਉਂਦੇ ਨੇ ਜਦੋਂ ਮਨ ਨਾਮ ਨੂੰ ਆਪਣੇ ਅੰਦਰ ਵਸਾ ਲੈਂਦਾ ਹੈ, ਜਿਸ ਨੂੰ ਕਰਮਖੰਡ ਵਾਲੀ ਅਵਸਥਾ ਸਤਿਗੁਰੂ ਜੀ ਬਿਆਨ ਕਰ ਰਹੇ ਨੇ, ਜਿਨ ਕੈ ਰਾਮ ਵਸੈ ਮਨ ਮਾਹੇ। ਜਦੋਂ ਕਿਸੇ ਬੰਦ ਦੇ ਅਖੀਰਲੇ ਤੁਕ ਜਿਸ ਨੂੰ ਆਖਦੇ ਨੇ ਗੁਰਮੁਖ ਨਾਮ ਧਿਆ ਹੈ, ਕਿਉਂਕਿ ਹੁਣ ਮਨ ਨੂੰ ਕੀ ਪਸੰਦ, ਜਿਸ ਨੂੰ ਉੱਪਰ ਕਹਿੰਦੇ ਨੇ ਜਿਉਂ ਤੁਧ ਭਾਵੈ ਤਿਉਂ ਤੂੰ ਰੱਖੈ। ਜਿਉਂ ਤੁਧ ਭਾਵੈ ਭਾਵ ਮਨ ਨੂੰ ਕੀ ਪਸੰਦ ਆਉਂਦਾ? ਕਹਿੰਦੇ ਨੇ ਗੁਰਮੁਖ ਨਾਮ ਤੋਂ ਮਨ ਨੂੰ ਨਾਮ ਧਿਆਉਣਾ ਪਸੰਦ ਆ ਰਿਹਾ।
ਹੁਣ ਮਨ ਨੂੰ ਨਾਮ ਤੇ ਆਉਣਾ ਪਸੰਦ ਆਇਆ ਤੇ ਮਨ ਨੇ ਆਪਣੇ ਅੰਦਰ ਨਾਮ ਵਸਾ ਲਿਆ। ਹੁਣ ਨਾਮ ਨੂੰ ਵਸਾਇਆ ਤੇ ਗੋਚਰਾਂ ਨੂੰ ਪਤਾ ਲੱਗਿਆ ਵੀ ਹੁਣ ਇਹਨਾਂ ਤੱਕ ਸਾਡੀ ਪਹੁੰਚ ਨਹੀਂ ਹੈ, ਹੁਣ ਇਹਨਾਂ ਮਨ ਤੱਕ ਸਾਡੀ ਗਮਤਾ ਨਹੀਂ ਹੈ, ਇਸ ਲਈ ਉਸ ਨੂੰ ਉਹਦੇ ਅਗਮ ਅਗੋਚਰ ਇਸ ਅਵਸਥਾ ਤੱਕ ਜਦੋਂ ਮਨ ਪਹੁੰਚਦਾ ਹੈ ਤਾਂ ਉਹ ਮਨ ਦੀ ਅਵਸਥਾ ਨੂੰ ਅਗਮ ਅਗੋਚਰ ਕਹਿੰਦੇ ਨੇ। ਇਸ ਅਵਸਥਾ ਵਿੱਚ ਇੰਦਰੀਆਂ ਦੀ, ਗਿਆਨ ਇੰਦਰੀਆਂ ਦੀ ਮਨ ਤੱਕ ਗਮਤਾ ਨਹੀਂ ਹੁੰਦੀ, ਗੋਚਰਾਂ ਦੀ ਕੰਟਰੋਲ ਤੋਂ ਮਨ ਨਿਕਲ ਜਾਂਦਾ ਹੈ ਤੇ ਨਾਮ ਦੇ ਕੰਟਰੋਲ ਵਿੱਚ, ਨਾਮ ਦੀ ਸ਼ਰਨ ਵਿੱਚ ਮਨ ਆ ਜਾਂਦਾ ਹੈ। ਤਾਂ ਇਹ ਭਗਤ ਉਸ ਅਵਸਥਾ ਵਿੱਚ ਮਨ ਦੀ ਸ਼ਰਨ ਵਿੱਚ ਆਉਂਦੇ ਹਨ। ਇਸ ਨੂੰ ਗੁਰਬਾਣੀ ਆਖਦੀ, ਫਿਰ ਕਹਿੰਦੇ ਹੁੰਦਾ ਕੀ ਹੈ, ਕਹਿੰਦੇ ਫਿਰ ਸੱਚਖੰਡ ਵਸੈ ਨਿਰੰਕਾਰ। ਜਿਹੜੀ ਅੰਦਰਲੀ ਸ੍ਰਿਸ਼ਟੀ ਦੀ ਸਤਿਗੁਰੂ ਜੀ ਰਚਨਾ ਦੀ ਗੱਲ ਕਰਦੇ ਹਨ ਨਾ, ਉਸ ਸ੍ਰਿਸ਼ਟੀ ਦਾ ਨਾਮ ਗੁਰਬਾਣੀ ਨੇ ਸੱਚਖੰਡ ਰੱਖਿਆ ਹੈ। ਜਿਹੜੀ ਅੰਦਰ ਵਾਲੀ ਸ੍ਰਿਸ਼ਟੀ ਜਿਸ ਵਿੱਚ ਤਿੱਥੈ ਭਗਤ ਵਸੈ ਕੇ ਲੋਕ ਕਰਦੇ ਦੱਸ ਰਹੇ ਨਾ, ਉਸ ਨੂੰ ਅਗਲੇ ਤੁਕ ਚ ਦੱਸਦੇ ਨੇ ਸੱਚਖੰਡ। ਜਿਸ ਤਰ੍ਹਾਂ ਪਰਮਾਤਮਾ ਜੀ ਬਾਹਰ ਵਾਲੀ ਸ੍ਰਿਸ਼ਟੀ ਨੂੰ ਰਚਦੇ ਨੇ ਤੇ ਉਹਦੇ ਵਿੱਚ ਆਪ ਆ ਕੇ ਨਿਵਾਸ ਕਰ ਜਾਂਦੇ ਨੇ। ਪਹਿਲਾਂ ਪਰਮਾਤਮਾ ਜੀ ਆਪਣੇ ਆਪ ਨੂੰ ਨਾਮ ਦੇ ਰੂਪ ਵਿੱਚ ਪ੍ਰਗਟ ਕਰ, ਨਾਮ ਦੇ ਰੂਪ ਵਿੱਚ ਸਾਜਦੇ ਹਨ। ਉਸੇ ਤਰ੍ਹਾਂ ਹੀ ਸੇਮ ਬਿਲਕੁਲ ਅੰਦਰ ਵਾਲੀ ਸ੍ਰਿਸ਼ਟੀ ਵਿੱਚ ਪਹਿਲਾਂ ਮਨ ਆਪਣੇ ਆਪ ਨੂੰ ਨਾਮ ਦੇ ਵਿੱਚ ਸਾਜਦਾ ਹੈ। ਆਪ ਸਵਾਰੈ ਮੈਂ ਮਿਲੈ, ਆਪਣੇ ਆਪ ਨੂੰ ਸਾਜਦਾ ਹੈ। ਸਾਜਦਾ ਕਿਹਦੇ ਥਰੂ ਹੈ? ਨਾਮ ਦੇ ਥਰੂ, ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਹੈ ਤੁਮ ਸਭ ਸਾਜੇ ਸਾਜ ਨਿਵਾਜੇ ਜੀਓ ਪਿੰਡ ਦੇ ਪ੍ਰਾਣਾ। ਇਹ ਨਾਮ ਪਰਮਾਤਮਾ ਜੀ, ਇਹ ਗੁਰੂ ਜੀ ਤੁਸੀਂ ਹੀ ਸਾਜਦੇ ਹੋ। ਮਨ ਨੂੰ ਉਹ ਨਾਮ ਪਸੰਦ ਆ ਜਾਂਦਾ ਹੈ, ਮਨ ਉਸ ਨਾਮ ਦੇ ਵਿੱਚ ਜੁੜ ਕੇ ਆਪਣਾ ਆਪ ਨੂੰ ਸਾਜਦਾ ਹੈ। ਪਹਿਲਾਂ ਆਪਣੇ ਅੰਦਰ ਨਾਮ ਵਸਾਉਂਦਾ ਹੈ। ਜਿਸ ਤਰ੍ਹਾਂ ਸਤਿਗੁਰੂ ਜੀ ਨੇ ਪਹਿਲੇ ਆਪਣੀ ਆਪ ਸਾਜਿਓ ਸੀ, ਆਪੀ ਨੇ ਰਚਿਓ ਨਾਮ, ਆਪਣੇ ਆਪ ਨੂੰ ਨਾਮ ਰੂਪ ਚ ਰਚਿਆ ਸੀ। ਮਨ ਵੀ ਸੇਮ ਉਸੇ ਤਰ੍ਹਾਂ ਆਪਣੇ ਆਪ ਨੂੰ ਨਾਮ ਰੂਪ ਦੇ ਵਿੱਚ ਸਾਜਦਾ ਹੈ। ਸਾਜਦਾ ਕਿਸ ਤੋਂ ਕਰਵਾਉਂਦਾ ਹੈ? ਨਾਮ ਤੋਂ ਹੀ। ਨਾਮ ਤੋਂ ਹੀ ਸਾਜਣਾ, ਨਾਮ ਨੂੰ ਹੀ ਆਪਣੇ ਮਨ ਵਿੱਚ ਵਸਾ ਕੇ ਆਪਣੇ ਆਪ ਨੂੰ ਸਾਜਦਾ ਹੈ। ਇਸ ਨੂੰ ਆਖਦੇ ਨੇ ਜਿਨ ਕੈ ਰਾਮ ਵਸੈ ਮਨ ਮਾਹੇ। ਫਿਰ ਉਸ ਤੋਂ ਬਾਅਦ ਜਿਹੜੀ ਸ੍ਰਿਸ਼ਟੀ ਮਨ ਅੰਦਰ ਬਣਾਉਂਦਾ ਹੈ, ਜਿਵੇਂ ਸਤਿਗੁਰੂ ਜੀ ਨੇ ਬਾਹਰ ਦੂਈ ਕੁਦਰਤ ਸਾਜੀ ਹੈ, ਫਿਰ ਮਨ ਵੀ ਸਾਜਦਾ ਸ੍ਰਿਸ਼ਟੀ ਦਾ ਨਾਮ ਮਨ ਰੱਖਦਾ ਹੈ। ਸਤਿਗੁਰੂ ਜੀ ਨੇ ਸਾਨੂੰ ਦੱਸਿਆ ਉਸ ਸ੍ਰਿਸ਼ਟੀ ਦਾ ਨਾਮ ਹੈ ਸੱਚਖੰਡ। ਜਿਸ ਤਰ੍ਹਾਂ ਬਾਹਰ ਵਾਲੀ ਸ੍ਰਿਸ਼ਟੀ ਵਿੱਚ ਸਤਿਗੁਰੂ ਜੀ ਨੇ ਕੁਦਰਤ ਸਾਜ ਕੇ ਉਸ ਵਿੱਚ ਵਸੇ ਹੋਏ ਹਨ, ਸੇਮ ਉਸੇ ਤਰ੍ਹਾਂ ਬਿਲਕੁਲ ਅੰਦਰ ਵਾਲੀ ਸ੍ਰਿਸ਼ਟੀ ਸੱਚਖੰਡ ਵਿੱਚ ਮਨ ਵਸਦਾ ਹੈ। ਉਸਨੂੰ ਆਖਦੇ ਨੇ ਸੱਚਖੰਡ ਵਸੈ ਨਿਰੰਕਾਰ। ਉਹ ਨਿਰੰਕਾਰ ਕਿਉਂ? ਕਿਉਂਕਿ ਨਿਰੰਕਾਰ ਗੁਰਬਾਣੀ ਬਾਣੀ ਨੂੰ ਆਖਦੀ ਹੈ, ਸਤਿਗੁਰੂ ਜੀ ਨੂੰ ਆਖਦੀ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ। ਉਹ ਨਾਮ ਨੂੰ ਨਿਰੰਕਾਰ ਆਖਦੀ ਹੈ। ਮਨ ਵਿੱਚ ਉਹ ਨਾਮ ਵਸ ਰਿਹਾ ਹੈ, ਮਨ ਵਿੱਚ ਉਹ ਬਾਣੀ ਵਸ ਰਹੀ ਹੈ। ਮਨ ਨਿਰੰਕਾਰ ਦਾ ਰੂਪ ਹੋ ਚੁੱਕਾ ਹੈ, ਕਿਉਂਕਿ ਮਨ ਨੂੰ ਸੱਚ ਭਾ ਗਿਆ ਸੀ, ਆਪ ਸੱਚ ਬਣ ਚੁੱਕਾ ਮਨ। ਕਿਉਂ? ਕਿਉਂਕਿ ਭਾਵ ਹੈ ਤੇ ਸੱਚ, ਮਨ ਨੂੰ ਸੱਚ ਭਾ ਗਿਆ ਸੀ ਇਸ ਵਕਤ, ਇਸ ਲਈ ਮਨ ਨੂੰ ਸੱਚ ਬਣ ਚੁੱਕਾ ਹੈ। ਆਪ ਸੱਚ ਭਾਵੈ ਤਿਸ ਸੱਚ, ਮਨ ਨੂੰ ਸੱਚ ਪਸੰਦ ਆਇਆ ਸੀ, ਜਿਸ ਨੂੰ ਇਸ ਵਿੱਚ ਕਹਿ ਰਹੇ ਨੇ ਜਿਉ ਤੁਧ ਭਾਵੈ ਗੁਰਮੁਖ ਨਾਮ। ਮਨ ਨੂੰ ਨਾਮ ਪਸੰਦ ਆਇਆ ਸੀ ਤਾਂ ਮਨ ਦੇ ਵਿੱਚ ਨਾਮ ਵਸਿਆ। ਮਨ ਨੂੰ ਸੱਚ ਪਸੰਦ ਆਉਂਦਾ ਹੈ ਤਾਂ ਮਨ ਸੱਚ ਬਣਦਾ ਹੈ। ਆਪ ਸੱਚ ਭਾਵੈ ਤਿਸ ਸੱਚ, ਜਦੋਂ ਮਨ ਨੂੰ ਸੱਚ ਪਸੰਦ ਆਇਆ ਤਾਂ ਮਨ ਸੱਚ ਬਣਿਆ। ਹੁਣ ਜਦੋਂ ਮਨ ਨੇ ਸ੍ਰਿਸ਼ਟੀ ਅੰਦਰ ਦੀ ਸਾਚਤੀ ਬਾਹਰਲੀ ਸ੍ਰਿਸ਼ਟੀ ਵਾਂਗੀ, ਸਤਿਗੁਰੂ ਜੀ ਸਮਝਾ ਰਿਹਾ ਕਿ ਜਿਸ ਤਰ੍ਹਾਂ ਮੈਂ ਬਾਹਰ ਵਾਲੀ ਸ੍ਰਿਸ਼ਟੀ ਰਚ ਕੇ ਬੈਠਾ, ਮਨ ਵੀ ਅੰਦਰ ਵਾਲੀ ਸ੍ਰਿਸ਼ਟੀ ਜਿਹਦਾ ਨਾਮ ਹੈ ਸੱਚਖੰਡ, ਉਹਦੇ ਵਿੱਚ ਵਸ ਜਾਂਦਾ ਹੈ, ਜਿਸ ਨੂੰ ਆਖਦੇ ਨੇ ਸੱਚਖੰਡ ਵਸੈ ਨਿਰੰਕਾਰ। ਹੁਣ ਮਨ ਕੀ ਕਰਦਾ ਹੈ? ਜਿਸ ਤਰ੍ਹਾਂ ਬਾਹਰ ਵਾਲੀ ਸ੍ਰਿਸ਼ਟੀ ਵਿੱਚ ਸਤਿਗੁਰੂ ਜੀ ਹਰੇਕ ਦੇ ਅੰਦਰ ਬੈਠ ਕੇ ਹੁਕਮੀ ਵਿੱਚ ਸਾਰੇ ਨੂੰ ਨਾਨਕ ਹੁਕਮੈ ਅੰਦਰ ਵੇਖਿਆ ਚੱਲ ਰਹੇ ਨੇ, ਇਸੇ ਤਰ੍ਹਾਂ ਮਨ ਅੰਦਰ ਵਾਲੀ ਸ੍ਰਿਸ਼ਟੀ ਵਿੱਚ ਵੀ ਹੁਣ ਨਾਮ ਦੇ ਵਿੱਚ ਹੀ ਸਾਰਿਆਂ ਨੂੰ ਚਲਾਉਂਦਾ ਹੈ। ਕਰ ਕਰ ਵੇਖਿਆ ਨਦਰ ਨਿਹਾਲ। ਹੁਣ ਅੰਦਰ ਵੀ ਜਿਹੜੇ ਤਿੱਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਅੰਤ ਨਾ, ਅੰਦਰ ਵਾਲੀ ਸ੍ਰਿਸ਼ਟੀ ਦੇ ਵਿੱਚ ਜਿਹੜੇ ਇਹ ਹੁਣ ਮਨ ਵੀ ਸੇਮ ਸਤਿਗੁਰੂ ਜੀ ਦੀ ਤਰੀਕਾ ਹੀ ਵਰਤ ਰਿਹਾ। ਸਤਿਗੁਰੂ ਜੀ ਬਾਹਰ ਹੁਕਮ ਰੂਪ ਵਿੱਚ ਸਾਰਿਆਂ ਦੇ ਅੰਦਰ ਕੁਦਰਤ ਵਿੱਚ ਬੈਠੇ ਸ੍ਰਿਸ਼ਟੀ ਨੂੰ ਚਲਾ ਰਹੇ ਹਨ। ਮਨ ਵੀ ਅੰਦਰ ਵਾਲੀ ਕੁਦਰਤ ਸਾਜ ਚੁੱਕਾ ਹੈ, ਅੰਦਰ ਵਾਲੀ ਸ੍ਰਿਸ਼ਟੀ ਸਾਜ ਚੁੱਕਾ ਹੈ। ਉਹਦਾ ਨਾਮ ਰੱਖਿਆ ਸੱਚਖੰਡ। ਉਹਦੇ ਵਿੱਚ ਹੁਣ ਕਰ ਕਰ ਵੇਖਿਆ ਨਦਰ ਕਰ ਰਿਹਾ। ਮਨ ਵੀ ਉਹਦੇ ਵਿੱਚ ਹੁਣ ਬੈਠਾ ਪਿਆ। ਮਨ ਨਿਰੰਕਾਰ ਮਨ ਦੇ ਵਿੱਚ ਵਸ ਚੁੱਕਾ ਹੈ, ਬਾਣੀ ਵਸ ਚੁੱਕੀ ਹੈ, ਮਨ ਨਿਰੰਕਾਰ ਸਰੂਪ ਹੋ ਚੁੱਕਾ ਹੈ। ਹੁਣ ਉਹ ਆਪਣੀ ਅੰਦਰ ਵਾਲੀ ਸੱਚਖੰਡ ਰੂਪੀ ਸ੍ਰਿਸ਼ਟੀ ਵਿੱਚ ਬੈਠ ਕੇ ਜਿਹੜੇ ਉਹਦੇ ਭਗਤ ਉਹਦੀ ਸ਼ਰਨ ਵਿੱਚ ਆ ਚੁੱਕੇ ਹਨ, ਉਹਨਾਂ ਨੂੰ ਵੇਖ ਰਿਹਾ ਹੈ। ਕਰ ਕਰ ਵੇਖਿਆ ਨਦਰ ਨਿਹਾਲ, ਔਰ ਨਿਹਾਲ ਹੋ ਰਿਹਾ ਹੈ। ਜਿਸ ਤਰ੍ਹਾਂ ਸਤਿਗੁਰੂ ਜੀ ਬਾਹਰ ਬੈਠੇ ਸਾਰਿਆਂ ਨੂੰ ਦੇਖ ਕੇ ਖੁਸ਼ ਹੋ ਰਹੇ ਹਨ ਆਪਣੇ ਹੁਕਮ ਦੇ ਵਿੱਚ, ਮਨ ਵੀ ਹੁਣ ਆਪਣੇ ਅੰਦਰ ਬੈਠ ਕੇ ਸੇਮ ਉਸੇ ਤਰੀਕਾ ਮਨ ਨੇ ਉਹੀ ਅਪਣਾਇਆ ਹੈ, ਕੋਈ ਦੂਸਰਾ ਤਰੀਕਾ ਨਹੀਂ ਅਪਣਾਇਆ। ਸਤਿਗੁਰੂ ਜੀ ਸਾਨੂੰ ਉਹ ਮੋਹ ਚਿੱਕੜ ਫਾਤੇ ਨਿਘਰਤ ਹਮ ਜਾਤੇ ਤੋਂ ਬਾਹ ਪਕੜ ਪਕੜ ਕੇ ਇੱਥੇ ਲੈ ਕੇ ਆ ਰਹੇ ਹਨ, ਜਿੱਥੇ ਮਨ ਨੇ ਆਪਣੇ ਅੰਦਰ ਦੀ ਸ੍ਰਿਸ਼ਟੀ, ਜਿਸ ਨੂੰ ਸੱਚਖੰਡ ਨਾਮ ਦਿੱਤਾ ਗੁਰਬਾਣੀ ਨੇ, ਉਹ ਰਚਨੀ ਹੈ।
ਇੱਥੇ ਤੱਕ ਲੈ ਕੇ ਆ ਰਹੇ ਨੇ। ਜਿਸ ਤਰ੍ਹਾਂ ਬਾਹਰ ਸਤਿਗੁਰੂ ਜੀ ਨੇ ਸ੍ਰਿਸ਼ਟੀ ਰਚੀ, ਮਨ ਨੂੰ ਕਿਹਾ ਤੂੰ ਅੰਦਰ ਦੀ ਸ੍ਰਿਸ਼ਟੀ ਰਚੀ। ਬਾਹਰ ਹੁਕਮ ਦੇ ਰੂਪ ਵਿੱਚ ਨਿਰੰਕਾਰ ਜੀ ਵਸ ਰਹੇ ਹਨ, ਮਨ ਦੇ ਅੰਦਰ ਵੀ ਹੁਕਮ ਦੇ ਰੂਪ ਵਿੱਚ, ਨਾਮ ਦੇ ਰੂਪ ਵਿੱਚ ਮਨ ਦੇ ਅੰਦਰ ਸਤਿਗੁਰੂ ਜੀ ਵਸ ਰਹੇ ਹਨ। ਉਹ ਮਨ ਨਿਰੰਕਾਰ ਰੂਪ ਵਿੱਚ ਹੀ ਸਾਰਿਆਂ ਨੂੰ ਵੇਖ ਰਿਹਾ ਹੈ। ਇਹ ਸਤਿਗੁਰੂ ਜੀ ਇਹ ਵਾਲੀ ਉੱਚੀ ਅਵਸਥਾ ਇੱਥੇ ਸਮਝਾ ਰਹੇ ਹਨ। ਸਤਿਗੁਰੂ ਜੀ ਸਾਨੂੰ ਬਾਂਹ ਪਕੜ ਕੇ, ਸਿਰਫ ਮੂੰਹ ਚੀਕੜ ਫਾਤੇ ਤੋਂ ਪਕੜ ਕੇ ਸਿਰਫ ਸਾਰੀ ਉਮਰ ਆਪਣਾ ਚੇਲਾ ਹੀ ਨਹੀਂ ਬਣਾਈ ਰੱਖਦੇ ਨੇ, ਆਪਣੇ ਵਰਗਾ ਬਣਾ ਦਿੰਦੇ ਨੇ। ਆਪਣੇ ਵਾਂਗ ਹੀ ਮਨ ਨੂੰ ਹੁਕਮ ਕਰਨਾ, ਰਾਜ ਕਰਨਾ ਸਿਖਾ ਦਿੰਦੇ, ਅਬਨਾਸ਼ੀ ਰਾਜ ਕਰਨਾ ਸਿਖਾ ਦਿੰਦੇ ਨੇ। ਉਹ ਉੱਚੀ ਅਵਸਥਾ ਇਸ ਬੰਦਾ ਵੀ ਸਤਿਗੁਰੂ ਜੀ ਬਿਆਨ ਕਰ ਰਹੇ। ਹਾਂਜੀ ਸੁਖਵਿੰਦਰ ਵੀਰ ਜੀ, ਇੱਕ ਕੁਐਸਚਨ ਆਂਦਾ ਹੈ, ਆਪ ਜੀ ਬਾਰ-ਬਾਰ ਜਿਹੜੀ ਗੱਲ ਕਰਦੇ ਹੋ, ਪਰ ਮੈਂ ਆਪ ਜੀ ਨੂੰ ਇੱਕ ਚੀਜ਼ ਹੁਣ ਐਸੀ ਨਾਲ ਸੰਬੰਧਿਤ ਪੁੱਛ ਰਿਹਾ ਕਿ ਪਰਮਾਤਮਾ ਜਿਹੜਾ ਹੈ ਉਹਦਾ ਜੋ ਵੀ ਨਿਯਮ ਹੈ ਉਹ ਸਥਿਰ ਹੈ, ਮਨ ਤੇ ਹਮੇਸ਼ਾ ਸਥਿਰ ਹੈ, ਮਨ ਦੇ ਫੁੰਨੇ ਤੇ ਹਮੇਸ਼ਾ ਹੀ ਉੱਠਦੇ ਰਹਿੰਦੇ ਨੇ, ਫਿਰ ਇਹ ਦੋਨਾਂ ਦਾ ਸੁਮੇਲ ਕਿੰਜ ਹੋਏਗਾ? ਵੀਰ ਜੀ ਇਹਦੇ ਵਿੱਚ ਹੀ ਤਾਂ ਸਤਿਗੁਰੂ ਜੀ ਨੇ ਦੱਸਿਆ ਨਾ, ਸੁਮੇਲ ਹੋ ਚੁੱਕਿਆ ਨਾ। ਮਨ ਦੇ ਵਿੱਚ ਪਿਛਲੇ ਬੰਦਾਂ ਵਿੱਚ ਅਸੀਂ ਗੱਲ ਕਰ ਚੁੱਕੇ ਹਾਂ ਕਿ ਮਨ ਨਾਮ ਨੂੰ ਸਿਮਰ ਕੇ ਹਉਮੈ ਖੋ ਕੇ ਨਿਰਮਲ ਬਣ ਚੁੱਕਾ ਹੈ। ਵੀਰ ਜੀ ਹਮੇਸ਼ਾ ਥੋੜੇ ਮਨ ਤੇ ਹਮੇਸ਼ਾ ਫੁਰਨੇ ਨਵੇਂ ਉੱਠਦੇ ਨੇ। ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਅੱਜ ਮੇਰਾ ਮਨ ਪਰਮਾਤਮਾ, ਹੁਣ 2 ਘੰਟੇ ਮੈਂ ਪਰਮਾਤਮਾ ਵਿੱਚ ਆਪਣਾ ਧਿਆਨ ਦੇ ਰਿਹਾ, ਮੈਂ ਪਰਮਾਤਮਾ ਦੇ ਗੁਣਾਂ 'ਚ ਧਿਆਨ ਦੇ ਰਿਹਾ, ਮੈਂ ਹਮੇਸ਼ਾ ਮੇਰਾ ਮਨ ਫੁਰਨੇ ਜਿਹੜੇ ਬਿਲਕੁਲ ਏਦਾਂ ਸਥਿਰ ਹੋ ਜਾਣਗੇ? ਇਹ ਤਾਂ ਇੰਪੋਸੀਬਲ ਹੈ ਨਾ ਹਿਊਮਨ ਕਾਈਂਡ ਵਾਸਤੇ। ਵੀਰ ਜੀ ਜੋ ਤੁਸੀਂ ਅਵਸਥਾ ਦੀ ਗੱਲ ਕਰ ਰਹੇ ਹੋ, ਇਹ ਉਹ ਅਵਸਥਾ ਦੀ ਗੱਲ ਇਸ ਬੰਦ ਵਿੱਚ ਨਹੀਂ ਹੋ ਰਹੀ ਹੈ। ਤੁਸੀਂ ਅਜੇ ਉਹ ਅਵਸਥਾ ਦੀ ਗੱਲ ਕਰ ਰਹੇ ਹੋ ਜਿਹੜੀ ਅਵਸਥਾ ਵਿੱਚ ਮਨ ਅਜੇ ਕੀ ਕਹਿੰਦੇ ਸਤਿਗੁਰੂ ਜੀ ਤੋਂ ਸਿੱਖ ਰਿਹਾ ਹੈ, ਸਤਿਗੁਰੂ ਦੀ ਸ਼ਰਨ 'ਚ ਆਇਆ ਹੈ, ਲੇਕਿਨ ਅਜੇ ਉਹ ਧਰਮਖੰਡ ਗਿਆਨਖੰਡ ਵਾਲੀ ਅਵਸਥਾ ਵਿੱਚ ਵਿਚਰ ਰਿਹਾ ਹੈ। ਅਜੇ ਉਹ ਸ਼ਰਮਖੰਡ ਵਾਲੀ ਅਵਸਥਾ ਵਿੱਚ ਵੀ ਨਹੀਂ ਪਹੁੰਚਿਆ, ਹਜੇ ਉਹ ਸਤਿਗੁਰੂ ਜੀ ਤੋਂ ਸਿੱਖ ਰਿਹਾ ਹੈ, ਅਜੇ ਉਸਦੇ ਭੂੜੇ ਭੈੜੇ ਫੁੱਲੇ ਨਹੀਂ ਆ ਰਹੇ। ਲੇਕਿਨ ਆਪਾਂ ਜੋ ਇੱਥੇ ਬੰਦ ਵਿੱਚ ਗੱਲ ਕਰ ਰਹੇ ਹਾਂ ਉਹ ਉਸ ਅਵਸਥਾ ਦੀ ਕਰਮਖੰਡ ਵਾਲੀ ਸਤਿਗੁਰੂ ਜੀ ਅਵਸਥਾ ਦੀ ਗੱਲ ਕਰ ਰਹੇ ਹਨ। ਕਰਮਖੰਡ ਵਾਲੀ ਅਵਸਥਾ ਵਿੱਚ ਆਪਾਂ ਜੇ ਕੁਐਸਚਨ ਕਰੀਏ, ਅੱਜ ਅਗਰ ਕੁਐਸਚਨ ਕਰੀਏ ਤਾਂ ਜੇ ਹੋ ਸਕਦਾ ਤਾਂ ਕਰਮਖੰਡ ਦੀ ਅਵਸਥਾ ਬਾਰੇ ਅਗਰ ਕੁਐਸਚਨ ਕਰਾਂਗੇ ਤਾਂ ਬਿਲਕੁਲ ਇਸ ਬੰਦ ਦੇ ਨਾਲ ਟੁਕੇਗਾ। ਜਿਹੜੀ ਤੁਸੀਂ ਅਵਸਥਾ ਗੱਲ ਕਰੋ ਕਰਮਖੰਡ ਦੀ ਨਹੀਂ ਹੈ, ਉਹ ਵੀ ਅਵਸਥਾ ਹੈ। ਲੇਕਿਨ ਆਪਾਂ ਜੇ ਅੱਜ ਇਸ ਬੰਦ ਦੇ ਰਿਲੇਟਿਡ ਕੁਐਸਚਨ ਕਰਮਖੰਡ ਦੇ ਰਿਲੇਟਿਡ ਕੋਈ ਕੁਐਸਚਨ ਕਰਨਾ ਚਾਹੇ ਤਾਂ ਬਹੁਤ ਅੱਛਾ ਹੈ, ਕਿਉਂਕਿ ਇਹਦੇ ਨਾਲ ਰਿਲੇਟ ਹੋ ਰਿਹਾ। ਤੁਸੀਂ ਜੋ ਗੱਲ ਕਰ ਰਹੇ ਹੋ ਆਪਾਂ ਬਾਅਦ ਦੇ ਵਿੱਚ ਕੁਐਸਚਨ ਆਨਸਰ ਤੇ ਅਲੱਗ ਤੋਂ ਕਰ ਸਕਦੇ ਹਾਂ, ਬਟ ਇਸ ਵਿੱਚ ਕਰਮਖੰਡ ਦੇ ਵਾਲੀ ਅਵਸਥਾ, ਸੱਚਖੰਡ ਵਾਲੀ ਅਵਸਥਾ ਬਿਆਨ ਕੀਤੀ ਜਾ ਰਹੀ ਹੈ। ਹਾਂਜੀ ਵੀਰ ਭੁਪਿੰਦਰ ਵੀਰ ਜੀ, ਅੱਜ ਤੁਸੀਂ ਕੁਝ ਆਖਣਾ ਚਾਹ ਰਹੇ ਹੋ? ਜਿਨ੍ਹਾਂ ਨੇ ਕੁਐਸਚਨ ਕੀਤਾ ਕੀ ਨਾਂ ਹੈ ਉਹਨਾਂ ਦਾ? ਗੁਰਪ੍ਰੀਤ ਸਿੰਘ ਨਾਮ ਹੈ ਵੀਰ ਜੀ। ਹਾਂਜੀ ਗੁਰਪ੍ਰੀਤ ਵੀਰ ਜੀ, ਜਿਸ ਤਰ੍ਹਾਂ ਸੁਖਵਿੰਦਰ ਜੀ ਇਸ ਸ਼ਬਦ ਨੂੰ ਬਿਆਨ ਕਰ ਰਹੇ ਨੇ ਨਾ, ਇਹ ਜਿਹੜੀ ਮਨ ਦੀ ਅਵਸਥਾ ਹੈ, ਇਹ ਉਹ ਜਿਸ ਮਨ ਨੇ ਜਾਚਨਾ ਕੀਤੀ ਔਰ ਚੰਗੇ ਗੁਣ ਪ੍ਰਾਪਤ ਕੀਤੇ ਉਸ ਦੀ ਅਵਸਥਾ ਹੈ। ਵਰਨਾ ਤੁਹਾਡੇ ਵਾਲੇ ਕੁਐਸਚਨ 'ਚ ਮੈਂ ਤੁਹਾਡੇ ਸ਼ੂ 'ਚ ਪੈਰ ਪਾ ਕੇ ਸੋਚਾਂ ਨਾ ਤਾਂ ਮੈਂ ਕਾਮਨ ਮੈਨ ਦੀ ਲੈਂਗੁਏਜ ਵਿੱਚ ਇਸ ਤਰ੍ਹਾਂ ਸ਼ੇਅਰਿੰਗ ਕਰ ਸਕਦਾ ਕਿ ਸਾਡੇ 'ਚੋਂ ਨਾ ਕੋਈ ਕਲੇਮ ਨਹੀਂ ਕਰ ਸਕਦਾ ਕਿ ਮੈਂ ਹੁਣ ਸ਼ਰੀਫ ਹੋ ਗਿਆ, ਮੈਂ ਹੁਣ ਥਿਰ ਹੋ ਗਿਆ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਬਟ ਅਸੀਂ ਸਾਰੇ ਬਾਉਂਡ ਹਾਂ ਕਿ ਸਾਡਾ ਮਨ ਸ਼ੂਨਯ ਕਦੇ ਨਹੀਂ ਹੁੰਦਾ। ਸਿੱਧ ਜੋਗੀ ਸ਼ੂਨਯ ਦੀ ਲੈਂਗੁਏਜ ਯੂਜ਼ ਕਰਦੇ ਸੀ, ਸਾਡਾ ਮਨ ਸ਼ੂਨਯ ਕਦੇ ਨਹੀਂ ਹੁੰਦਾ। ਇਹਨੂੰ ਜ਼ਬਰਦਸਤੀ ਸ਼ੂਨਯ ਕੀਤਾ ਨਹੀਂ ਜਾ ਸਕਦਾ। ਆਖਣ ਜ਼ੋਰ ਚੁੱਪੈ ਨਾ ਜ਼ੋਰ, ਜ਼ੋਰ ਨਾ ਰਾਜ ਮਾਲ, ਮਨ ਸ਼ੋਰ। ਮਨ ਫੁਰਨਿਆਂ ਦਾ ਘਰ ਹੈ, ਸ਼ੋਰ ਪਾਉਂਦਾ ਹੈ। ਹੁਣ ਗੁਰਬਾਣੀ ਸਾਨੂੰ ਇਹ ਜਾਤ ਸਿਖਾਉਂਦੀ ਹੈ, ਤੇਰਾ ਮਨ ਡੱਕੇ ਡੋਲੇ ਖਾਂਦਾ ਹੈ, ਕਬੂ ਜੀੜਾ ਉਪਚੜਤ ਹੈ ਕਬੂ ਜਾਏ ਪਿਆਲੇ। ਮੈਂ ਕਹਾਂਗਾ ਹਾਂ ਮੇਰਾ ਮਨ ਡੱਕੇ ਡੋਲੇ ਖਾਂਦਾ ਹੈ ਡਾਕਟਰ ਸਾਹਿਬ। ਫਿਰ ਉਹ ਮੈਨੂੰ ਪੁੱਛਣਗੇ ਅੱਛਾ ਤੇਰਾ ਮਨ ਦੁਆਰੇ ਦੁਆਰ ਸਵਾਂ ਜੋ ਡੋਲਤ ਵਾਂਗੂ ਭਟਕਦਾ ਰਹਿੰਦਾ ਹੈ? ਮੈਂ ਕਹਾਂਗਾ ਹਾਂ ਜੀ ਭਟਕਦਾ ਰਹਿੰਦਾ। ਉਹ ਫਿਰ ਨਾ ਮੈਨੂੰ ਕਹਿਣਗੇ ਥਿਰ ਕਰ ਬੈਸੋ ਅਰਜਨ ਪਿਆਰੇ, ਟਿੱਕੇ ਬੈਠ। ਮੇਰੇ ਮਨ ਨੂੰ ਕਹਿਣਗੇ ਨਾ ਸਤਿਗੁਰ ਤੁਮਰੇ ਕਾਜ ਸਵਾਰੇ, ਤੂੰ ਆਪਣਾ ਟਿਕਾ ਚਾਹੁੰਦਾ ਹੈ ਤਾਂ ਕਾਮਨ ਮੈਨ ਨੂੰ ਮੇਰੇ ਸਮੇਤ ਚੰਗੇ ਅਤੇ ਮੰਦੇ ਫੁਰਨੇ ਆਉਂਦੇ ਹਨ। ਭਾਵੇਂ ਅਸੀਂ ਗੁਰਦੁਆਰੇ ਚਲੇ ਜਾਈਏ, ਭਾਵੇਂ ਅਸੀਂ ਪਾਠ ਕਰੀਏ, ਭਾਵੇਂ ਅਸੀਂ ਅੱਖਾਂ ਨੂੰ ਉੱਠ ਕੇ ਮਾਲਾ ਫੇਰੀਏ, ਭਾਵੇਂ ਅਸੀਂ ਸ਼ਬਦ ਦੇ ਅਰਥ ਕਰ ਲਈਏ, ਭਾਵੇਂ ਅਸੀਂ ਜਿਤਨੇ ਮਰਜ਼ੀ ਵਿਆਕਰਣ ਸਮੇਤ ਬੜੇ ਲੰਬੇ ਲੰਬੇ ਲੈਕਚਰ ਕਰਕੇ ਸ਼ਬਦਾਂ ਦੇ ਅਰਥ ਕਰ ਲਈਏ, ਮਨ ਅੰਦਰ ਮੰਦੇ ਫੁਰਨੇ ਆਉਂਦੇ ਹਨ। ਹੁਣ ਗੁਰਮਤਿ ਇਹ ਕਹਿੰਦੀ ਹੈ ਤੈਨੂੰ
ਮਨ ਅੰਦਰ ਮੰਦੇ ਫੁਰਨੇ ਆਉਂਦੇ ਹਨ ਨਾ ਤਾਂ ਕੁੱਟ-ਕੁੱਟ ਮਨ ਕਸਵੱਟੀ ਲਾਵੇ। ਹੁਣ ਇਸ ਮਨ ਨੂੰ ਨਾ ਜਦੋਂ ਮੰਦੇ ਫੁਰਨੇ ਆਉਂਦੇ ਨੇ ਇਹਨੂੰ ਕਸਵੱਟੀ ਲਾ ਕੇ ਨਾ ਪਤਾਲੀ ਖਿਆਲਾਂ ਬਦਲੇ ਆਗਾਸੀ ਖਿਆਲਾਂ ਦੀ ਪਰਖ ਕਰਾ ਤੇ ਅਵਗੁਣੀ ਰੂਪੀ ਖੋਟ ਵਾਲੇ ਖਿਆਲਾਂ ਦੇ ਬਾਰੇ ਸਮਝਾ ਕਿ ਇਹਨਾਂ ਦੇ ਨਾਲ ਕੀ ਨੁਕਸਾਨ ਹੁੰਦਾ ਹੈ। ਜਦੋਂ ਇਹ ਅਵਸਥਾ ਸਿੱਖਦੇ ਜਾਂਦੇ ਆ ਨਾ, ਤੁਹਾਡਾ ਕੀ ਨਾਮ ਬੋਲਿਆ? ਪ੍ਰਭਦੀਪ ਸਿੰਘ? ਗੁਰਪ੍ਰੀਤ ਸਿੰਘ ਜੀ, ਗੁਰਪ੍ਰੀਤ ਸਿੰਘ। ਜੇ ਮੈਂ ਤੁਹਾਨੂੰ ਜਾਣਦਾ ਨਹੀਂ ਆ, ਪਰ ਜੇ ਮੈਂ ਆਪਣੀ ਜਗ੍ਹਾ ਬੋਲਾਂ, ਮੈਨੂੰ ਨਹੀਂ ਲੱਗਦਾ ਕਿ ਤੁਸੀਂ ਸ਼ਰਾਬ ਪੀਂਦੇ ਹੋ। ਮੈਨੂੰ ਆਪਣੀ ਜਗ੍ਹਾ ਮੈਂ ਐਸਿਊਮ ਕਰ ਰਿਹਾ ਕਿ ਤੁਸੀਂ ਸ਼ਰਾਬ ਨਹੀਂ ਪੀਂਦੇ ਹੋ। ਹਾਂਜੀ ਹੈਲੋ, ਹਾਂਜੀ, ਤੁਸੀਂ ਅੱਗੋਂ ਬੋਲਦੇ ਹੋ ਨਾ, ਕਹੋ ਨਹੀਂ। ਹਾਂਜੀ, ਨਹੀਂ ਪੀਂਦਾ ਜੀ ਮੈਂ। ਮੇਰੀ ਹੁਣ ਜਦੋਂ ਪਰਸੋਂ ਲੋਕਡਾਊਨ ਖੁੱਲਿਆ, ਜਿਨ੍ਹਾਂ ਦੇ ਫੁਰਨੇ ਉੱਠ ਰਹੇ ਸਨ ਨਾ, ਉਹ ਦੌੜ ਕੇ ਚਲੇ ਗਏ ਨਾ ਲੈਣ। ਸ਼ਰਾਬ ਵਾਲੇ ਟੌਪਿਕ ਦੀ ਜਿਹੜੀ ਵਿੰਡੋ ਹੈ, ਉਸ ਵਿੰਡੋ ਤੇ ਤੁਹਾਡਾ ਮਨ ਨਹੀਂ ਡੋਲਿਆ, ਉਸ ਪੱਖੋਂ ਤੁਸੀਂ ਟਿਕ ਕੇ ਬੈਠੇ ਹੀ ਰਹਿਣਾ, ਨਹੀਂ ਗਏ ਨਾ ਲੈਣ। ਨਹੀਂ ਗਏ ਨਾ? ਨਹੀਂ ਜੀ, ਨਹੀਂ। ਤੁਸੀਂ ਆਪਣੇ ਮਨ ਨੂੰ ਜ਼ਬਰਦਸਤੀ ਮਨਾ ਰਹੇ ਸੀ। ਓਏ ਓਏ ਮੈਂ ਪੱਗ ਬੰਨੀ ਹੋਈ ਹੈ ਯਾਰ, ਸਰਦਾਰਾਂ ਨੂੰ ਜਾਣਾ ਚੰਗਾ ਨਹੀਂ ਲੱਗਦਾ। ਉਹ ਨਹੀਂ ਯਾਰ ਸਾਰੇ ਲੋਕੀ ਕੀ ਕਹਿਣਗੇ, ਉੱਥੇ ਕਰੋਨਾ ਹੋ ਜਾਏਗਾ, ਲਾਈਨ ਲੱਗੇਗੀ। ਤੁਸੀਂ ਇਹ ਨਹੀਂ ਸੋਚਿਆ, ਤੁਹਾਡਾ ਉਹ ਮੰਦੇ ਵਾਲਾ ਫੁਰਨਾ ਉੱਠਿਆ ਹੀ ਨਹੀਂ। ਇੰਜ ਚੰਗੇ ਤੇ ਮੰਦੇ ਫੁਰਨੇ ਆਉਂਦੇ ਹਨ। ਬਾਣੀ ਪੜ ਕੇ ਮੰਦੇ ਫੁਰਨਿਆਂ ਨੂੰ ਅਸੀਂ ਪਹਿਲਾਂ ਸਪਰੈਸ ਕਰਨਾ ਸਿੱਖਦੇ ਹਾਂ। ਆਸਤਾ ਆਸਤਾ ਜਦੋਂ ਸੁਖਮਨੀ ਸੁਖ ਅੰਮ੍ਰਿਤ ਭਗਤ ਨਾਮ ਭਗਤ ਜਨ ਆਖੇ ਮਨ ਵਿਸ਼ਰਾਮ, ਜਿਵੇਂ ਸ਼ਰਾਬ ਟੌਪਿਕ ਤੇ ਤੁਹਾਡਾ ਮਨ ਵਿਸ਼ਰਾਮ ਕਰਕੇ ਬੈਠਾ ਰਿਹਾ ਨਾ, ਇਸ ਤਰ੍ਹਾਂ ਹੀ ਹੋਰ ਅਨੇਕਾਂ ਵਿੰਡੋਜ਼, ਅਨੇਕਾਂ ਮੇਰੇ ਜ਼ਿੰਦਗੀ ਦੇ ਪਹਿਲੂ, ਉਹਨਾਂ ਤੇ ਵੀ ਬੈਠਦਾ ਜਾਏਗਾ। ਮੈਂ ਪੁੱਤਰ ਵੇਲੇ ਸ਼ਰਾਬ ਨਾ ਵੰਡਾਂਗਾ ਨਾ ਦਾਜ ਲਵਾਂਗਾ, ਉਸ ਪਾਸੋਂ ਹੀ ਬੈਠ ਗਿਆ। ਭਗਤ ਜਨਾ ਕੇ ਮਨ ਵਿਸ਼ਰਾਮ ਹੋ ਗਿਆ। ਮੈਂ ਪੁੱਤਰ ਵੇਲੇ ਦਾਜ ਨਹੀਂ ਮੰਗਾਂਗਾ, ਮੈਂ ਦਿਖਾਵੇ ਦੀ ਰੋਟੀਆਂ ਨਹੀਂ ਕਰਾਂਗਾ, ਮਨ ਵਿਸ਼ਰਾਮ ਕਰਕੇ ਉਸ ਪਾਸੋਂ ਬੈਠ ਗਿਆ। ਮੈਂ ਆਪਣੇ ਨਾਂ ਦੇ ਅੱਗੇ ਜ਼ਾਤ ਨਹੀਂ ਲਗਵਾਵਾਂਗਾ, ਐਵੇਂ ਮੈਂ ਸਭ ਜਗ੍ਹਾ ਲਿਖਿਆ ਹੋਇਆ ਭੁਪਿੰਦਰ ਸਿੰਘ ਪਕੌੜਾ, ਪਰ ਮੈਂ ਪਕੌੜਾ ਹਟਾ ਦਿਆਂਗਾ, ਮਨ ਜ਼ਾਤ ਪਾਤ ਵੱਲੋਂ ਹੀ ਮੇਰਾ ਵਿਸ਼ਰਾਮ ਕਰਕੇ ਬੈਠ ਗਿਆ। ਇਸ ਤਰ੍ਹਾਂ ਭਗਤ ਜਨਾ ਕੇ ਮਨ ਵਿਸ਼ਰਾਮ, ਉਹ ਫਿਰ ਅਲਟੀਮੇਟਲੀ ਬਾਣੀ ਰਾਹੀਂ ਅਸੀਂ ਟਿਕਦੇ ਜਾਂਦੇ ਹਾਂ। ਅਵਗੁਣਾ ਵੱਲੋਂ ਮਨ ਦੀ ਖੋਟ ਵਾਲਾ ਸੋਨਾ ਭੁੜਕ ਭੁੜਕ ਕੇ ਖੋਟ ਨੂੰ ਸਾੜ ਕੇ ਟਿਕ ਜਾਂਦਾ ਹੈ। ਦੇਂਦਾ ਦੇ ਉਹ ਸੁਮਤ ਦੇ ਰਿਹਾ, ਲੈਂਦੇ ਜਿਹੜਾ ਹਿਰਦਾ ਲੈਂਦਾ ਹੈ, ਥੱਕ ਪਾਏ ਉਹ ਟਿਕ ਜਾਂਦੇ ਹਨ। ਇਹ ਤਾਂ ਸਾਡਾ ਗੋਲ ਹੋਣਾ ਚਾਹੀਦਾ ਨਾ, ਵੀ ਮੈਂ ਟਿਕਣਾ ਚਾਹੁੰਦਾ ਹਾਂ। ਸੋ ਇਹ ਜਿਹੜੀ ਇਸ ਸ਼ਬਦ ਵਿੱਚ ਗੁਰੂ ਸਾਹਿਬ ਕੈਮਿਸਟਰੀ ਸਮਝਾ ਰਹੇ ਨੇ ਨਾ, ਉसी ਮਨ ਦੀ ਸਮਝਾ ਰਹੇ ਨੇ, ਤਾਂ ਕਿ ਉਸ ਨੂੰ ਅਸੀਂ ਇਸ ਅਵਸਥਾ ਨੂੰ ਨਾਨਕ ਪਾਤਸ਼ਾਹ ਜਿਸ ਤਰ੍ਹਾਂ ਕਹਿ ਰਹੇ ਨੇ, ਉਸ ਤਰ੍ਹਾਂ ਅਸੀਂ ਸਿੱਖਦੇ ਜਾਈਏ। We can achieve it. We can have oneness with God. ਠੀਕ ਹੈ? जी वीर जी, बहुत अच्छी तरह एक्सप्लेन किया आप जी ने भी, सुखविंदर वीर जी ने भी बहुत बढ़िया एक्सप्लेन किया वीर जी, बहुत बहुत आप जी का धन्यवाद सुखविंदर। ਥੈਂਕ ਯੂ, ਥੈਂਕ ਯੂ, ਥੈਂਕ ਯੂ। ਐਤੀ ਗੁਰਪ੍ਰੀਤ ਜੀ ਅਸੀਂ ਸੁਖਵਿੰਦਰ ਵੀਰ ਜੀ ਥੈਂਕਸ, ਬਾਕੀ ਬਹੁਤ ਸੋਹਣਾ ਵਿਚਾਰ ਦਿੱਤੇ ਜਿਹੜੇ ਪਾਠ ਕਰਨਾ ਜੀ, ਸਾਰਿਆਂ ਵੱਲੋਂ ਥੈਂਕਸ ਹੋ ਗਿਆ ਪਲੀਜ਼। ਹਾਂ, ਸਾਰਿਆਂ ਵੱਲੋਂ ਹੀ ਥੈਂਕਸ ਹੋ ਗਿਆ। ਆਪਣਾ ਐਸੀ ਸੋਲੇ ਦਾ ਅਸੀਂ ਧਿਆਨ ਦਈਏ ਨਾ, ਜਿਹੜਾ ਅੱਜ ਦੇ ਪਦੇ ਦਾ ਪਾਠ ਆ ਰਿਹਾ ਨਾ, ਸਦਾ ਭਗਤ ਤੇਰੀ ਸ਼ਰਨਾਈ, ਉਸ ਤੋਂ ਪਹਿਲੇ 13ਵੇਂ ਪਦੇ ਵੱਲ ਧਿਆਨ ਦਈਏ ਤੇ ਇਕਤ ਘਰ ਆਣੇ ਅੱਖਰ ਆਏ ਸੀ। ਇਕਤ ਘਰ ਆਣੇ, ਗੁਰੂ ਸਾਹਿਬ ਪਹਿਲੇ ਇਕਤ ਘਰ ਵਿੱਚ ਮਨ ਨੂੰ ਆਉਣ ਦਾ ਜ਼ਿਕਰ ਕਰ ਰਹੇ ਹੈਗੇ, ਔਰ ਉਹਦੇ ਬਾਅਦ 14ਵੇਂ ਪਦੇ ਵਿੱਚ ਵੀ ਨਿਜ ਘਰ ਵਾਸਾ ਤਾ ਹੈ। ਅਸੀਂ ਧਿਆਨ ਦਈਏ ਨਾ, ਇੱਕ ਇੱਕ ਪਦੇ ਦੇ ਵਿੱਚ ਸਹਿਜੇ ਸਹਿਜੇ ਉਹ ਅਵਸਥਾ ਵੱਧਦੀ ਜਾ ਰਹੀ ਹੈ। ਜਿਹੜੀ ਅਵਸਥਾ ਪੂਰੀ ਤਰ੍ਹਾਂ ਤੋਂ ਨਿਜ ਘਰ ਵਿੱਚ ਵਾਸਾ ਹੋ ਗਿਆ ਮਨ ਦਾ, ਉਹੀਓ ਮਨ ਨੂੰ ਅੱਗੇ ਤੋੜ ਰਹੇ ਹੈਗੇ। ਸਦਾ ਭਗਤ ਤੇਰੀ ਸ਼ਰਨਾਈ, ਜੇ ਉਸ ਦ੍ਰਿਸ਼ਟਾਂਤ ਨਾਲ ਵੀ ਤਕੀਏ ਤੇ ਕਲੀਅਰ ਹੋ ਜਾਂਦਾ ਹੈ। ਆਓ, ਸਮਾਂ ਵੀ ਕਾਫੀ ਹੋ ਗਿਆ, ਆਓ ਇੱਕ ਪਦੇ ਦਾ ਹੋਰ ਪਾਠ ਕਰ ਲਈਏ। ਸਦਾ ਸਦਾ ਤੇਰੇ ਗੁਣ ਗਾਵਾਂ,
सच्चे साहिब तेरे मन पावा, नानक साच कहे बेनंती, सदा सदा तेरे गुण गावा। ਹੁਣ ਦੇਖੋ ਬਿਲਕੁਲ ਅਰਦਾਸ ਦੇ ਰੂਪ ਵਿੱਚ ਸਦਾ ਸਦਾ ਤੇਰੇ ਗੁਣ ਗਾਵਾਂ, ਮਾਨੋ ਪ੍ਰਮਾਤਮਾ ਦੇ ਅੱਗੇ ਅਰਦਾਸ ਕਰ ਰਹੇ ਹੈਗੇ। ਸਹਿਜੇ ਸਹਿਜ ਦਾ ਜਿਹੜਾ ਹੈ ਉਂਗਲੀ ਪਕੜ ਕੇ ਇੱਕ ਇੱਕ ਅਵਸਥਾ ਨੂੰ ਇੱਕ ਸਟੈਪ ਪੌੜੀ ਵਾਈਜ਼ ਉੱਪਰ ਲੈ ਗਏ ਹੈਗੇ। ਦੇਖੋ ਇੱਕ ਫਿਲਾਸਫੀ ਜਿਹੜੀ ਅਸੀਂ ਲੈ ਕੇ ਚੱਲ ਰਹੇ ਹਾਂ ਨਾ, ਕਰਮਾਂ ਦੀ ਫਿਲਾਸਫੀ ਨੂੰ ਅਸੀਂ ਨਾਲ ਲੈ ਕੇ ਚੱਲ ਰਹੇ ਹਾਂ ਕਿ ਕਰਮ ਜਿਹੜੇ ਹੈਗੇ ਨੇ ਕਰਮਾਂ ਦੇ ਆਧਾਰ ਤੇ ਨਿਬੇੜਾ ਹੁੰਦਾ ਹੈਗਾ। ਬਿਲਕੁਲ ਉਹ ਗੱਲ ਠੀਕ ਹੈਗੀ ਹੈ, ਪਰ ਜਿੱਥੇ ਸਾਡੇ ਮਨ ਵਿੱਚ ਇਹ ਟਿਕਾਣਾ ਬਣ ਜਾਏਗਾ ਨਾ ਕਿ ਕਰਮਾਂ ਦੇ ਰਾਹੀਂ ਹੀ ਨਿਬੇੜਾ ਹੈਗਾ, ਤੇ ਸਾਡੇ ਮਨ ਵਿੱਚ ਨਾਲ ਹੰਕਾਰ ਆਉਣ ਲੱਗ ਪਏਗਾ ਕਿ ਮੈਂ ਚੰਗੇ ਕਰਮ ਕੀਤੇ ਤਾਂ ਮੈਂ ਇਹ ਚੀਜ਼ ਦੀ ਪ੍ਰਾਪਤੀ ਹੋਈ, ਨਾਲ ਹੰਕਾਰ ਵੀ ਨਾਲ ਘਰ ਕਰਨ ਲੱਗ ਪਏਗਾ। ਤੇ ਗੁਰੂ ਸਾਹਿਬ ਨਾਲ ਸਮਝਾਣਾ ਕਰ ਰਹੇ ਨੇ, ਸਦਾ ਸਦਾ ਤੇਰੇ ਗੁਣ ਗਾਵਾਂ। ਜੇ ਚੰਗੇ ਕਰਮ ਕਰ ਵੀ ਰਿਹਾ ਤੇ ਇਹ ਪ੍ਰਮਾਤਮਾ ਬਖਸ਼ਿਸ਼ ਕਰ ਕਿ ਮੈਂ ਤੇਰੀ ਸ਼ਰਨ ਵਿੱਚ ਰਹਿ ਕੇ ਤੁਰ ਸਕਾਂ। ਸਦਾ ਸਦਾ ਤੇਰੇ ਗੁਣ ਗਾਵਾਂ, ਸੱਚੇ ਸਾਹਿਬ ਤੇਰੇ ਮਨ ਭਾਵਾਂ, ਤੇਰੇ ਮਨ ਵਿੱਚ ਮੈਂ ਭਾ ਜਾਵਾਂ, ਚੰਗਾ ਲੱਗਣ ਲੱਗ ਪਾਵਾਂ। ਨਾਨਕ ਸਾਚ ਕਹੇ ਬੇਨੰਤੀ, ਸੱਚ ਦੇਵੋ ਸੱਚ ਸਮਾਹਾਏ। ਉਹ ਨਾਨਕ ਦੇ ਕੱਕੇ ਨੂੰ ਧਿਆਨ ਦੇਣਾ, ਔਕੜ ਹੈਗੀ। ਵਿਆਕਰਨਿਕ ਨਿਯਮ ਦੇ ਮੁਤਾਬਿਕ ਗੁਰੂ ਨਾਨਕ ਪਾਤਸ਼ਾਹ ਦਾ ਜ਼ਿਕਰ ਹੋ ਰਿਹਾ ਹੈਗਾ। ਨਾਨਕ ਜੀ ਇਹ ਬੇਨਤੀ ਕਰ ਰਹੇ ਹੈਗੇ, ਇੰਜ ਸਮਝਣਾ ਕਰੀਏ ਆਪਣੇ ਤੇ ਟੁਕਾ ਕੇ ਸਾਨੂੰ ਸਮਝਾਣਾ ਕਰ ਰਹੇ ਹੈਗੇ। ਨਾਨਕ ਜੀ ਬੇਨਤੀ ਕਰ ਰਹੇ ਹਨ, ਕੀ ਕਰ ਰਹੇ ਹਨ? ਸਾਚ ਕਹੇ ਸੱਚ ਦੇਵੋ ਸੱਚ ਸਮਾਹਾ ਹੈ, ਕਿ ਮੈਨੂੰ ਸੱਚ ਆਖ ਰਿਹਾ ਪਾਓ, ਤੇਰੇ ਗੁਣ ਗਾ ਰਿਹਾ, ਸੱਚ ਦੇ ਦਿਓ ਮੈਨੂੰ, ਸੱਚ ਦੇਵੋ ਸੱਚ ਦੇ ਦਿਓ, ਆਪਣੀ ਸਿਫਤ ਸਲਾਹ ਦੇ ਬੋਲ ਮੈਨੂੰ ਦੇ ਦਿਓ। ਸੱਚ ਸਮਾਹਾ ਹੈ ਕਿ ਸੱਚ ਵਿੱਚ ਹੀ ਤੇਰੀ ਸਿਫਤ ਸਲਾਹ ਕਰਦੇ ਕਰਦੇ ਮੈਂ ਸੱਚ ਵਿੱਚ ਹੀ ਲੀਨ ਹੋ ਜਾਵਾਂ। ਬਿਲਕੁਲ ਅਰਦਾਸ ਦੇ ਰੂਪ ਵਿੱਚ ਬਿਲਕੁਲ ਆਖਰੀ ਪਤਾ ਜਿਹੜਾ ਆਇਆ ਹੈਗਾ ਨਾ, ਇੰਜ ਸਮਝਣਾ ਕਰੀਏ ਕਿ ਸਹਿਜੇ ਸਹਿਜੇ ਸਾਰੀਆਂ ਪੌੜੀਆਂ ਚਾੜ ਦਿੱਤੀਆਂ ਤੇ ਨਾਲ ਹੀ ਉਨ ਪੌੜੀਆਂ ਨੂੰ ਚੜਨ ਦੇ ਪਿੱਛੇ ਇੱਕ ਸਿਧਾਂਤ ਦੇ ਦਿੱਤਾ ਹੈ ਕਿ ਮਨ ਦੇ ਵਿੱਚ ਬੇਨਤੀ ਵਾਲੀ ਅਵਸਥਾ ਨਾ ਛੱਡ ਜਾਈਏ। ਦੋ ਜੋ ਤੁਧ ਭਾਵੇ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਜੋ ਤੁਧ ਭਾਵੇ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਉੱਥੇ ਵੀ ਅਰਦਾਸ ਦੇ ਰੂਪ ਵਿੱਚ ਗੁਰੂ ਸਾਹਿਬ ਸਮਝਾਣਾ ਕਰ ਰਹੇ ਹੈਗੇ। ਜੀ ਹਰਵਿੰਦਰ ਵੀਰ ਜੀ, ਇੱਥੇ ਜਿਹੜੀ ਗੱਲ ਤੋਂ ਜਿਕਨ ਲੜੀਵਾਰ ਚੱਲੀ ਆਂਦੀ ਪਈ ਹੈ ਕਿ ਵੀ ਕਰ ਉਹ ਕੰਮ ਜਿਹਦੇ ਨਾਲ ਤੂੰ ਰੱਬ ਨੂੰ ਪਾ ਜਾਵੇਂ। ਗੁਰੂ ਸਾਨੂੰ ਉਹ ਸਮਝਾਉਂਦਾ ਪਿਆ, ਹੁਕਮਾਂ ਦੀ ਸੋਝੀ ਲੈ ਲੈ, ਰੱਬ ਦੀ ਸ਼ਰਨ ਵਿੱਚ ਆ ਜਾ, ਰੱਬੀ ਹੁਕਮਾਂ ਦੀ ਸ਼ਰਨ ਵਿੱਚ ਆ ਜਾ। ਹੁਣ ਇੱਥੇ ਉਹ ਕਹਿੰਦੇ ਸਦਾ ਸਦਾ ਤੇਰੇ ਗੁਣ ਗਾਵਾਂ, ਸੱਚੇ ਸਾਹਿਬ ਤੇਰੇ ਮਨ ਭਾਵਾਂ। ਜੇ ਮੇਰੇ ਜੀਵਨ ਦੀ ਨਿਤ ਦੀ ਕਿਰਿਆ ਇਹ ਵਾਲੀ ਹੋ ਜਾਵੇ, ਮੈਂ ਜਿੱਥੇ ਕਿਤੇ ਨਾ ਗੁਰਬਾਣੀ ਵਿੱਚ ਜਿਹੜੇ ਤੋਂ ਗੁਣ ਗਾਣਾ ਔਰ ਨਾਮ ਜਪਣਾ ਨਾ, ਜਿਹੜਾ ਨਾਮ ਜਪਣਾ ਦਾ ਤਰੀਕਾ ਵੀ ਹੈ, ਕਹਿੰਦਾ ਗੁਣ ਕਹੋ ਹਰ ਲਹੋ ਕਰ ਸੇਵਾ ਸਤਿਗੁਰ, ਇਮ ਹਰ ਹਰ ਨਾਮ ਤੇ ਆਈ। ਰੱਬ ਦੀ ਸਿਰਫ ਆਪਣੀ ਸਿਫਤ ਸਲਾਹ ਨਾ ਕਰਵਾਉਣੀ, ਆਪਣਾ ਨਾਮ ਨਾ ਜਪਵਾਉਣਾ, ਆਪਣੇ ਆਪ ਨੂੰ ਨਾ ਜਨਵਾਉਣਾ, ਤੇ ਰੱਬ ਦੇ ਗੁਣ ਗਾਉਣੇ, ਰੱਬ ਦੀਆਂ ਸਿਫਤਾਂ ਕਰਨੀਆਂ, ਰੱਬ ਦੀ ਵਡਿਆਈ ਦੀ ਪ੍ਰਤੀਤ ਆਪਣੇ ਹਿਰਦੇ ਵਿੱਚ ਟਿਕਾਣੀ, ਰੱਬ ਦੀ ਵਡਿਆਈ ਦੀ ਪ੍ਰਤੀਤ ਹੋਰਨਾਂ ਵਿੱਚ ਵੀ ਦੇਣੀ। ਸਾਡੇ ਹਰ ਬੋਲ ਦੇ ਨਾਲ ਉਹ ਹਰ ਇੱਕ ਦੇ ਵਿੱਚ ਪਰਮਾਤਮਾ ਦੀ ਵਡਿਆਈ ਦੀ ਉਹ ਪ੍ਰਤੀਤ ਵਧੇ। ਗੁਰਬਾਣੀ ਦੇ ਬਹੁਤ ਸਾਰੇ ਸ਼ਬਦ ਨੇ ਵੀ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਗੁਣ ਗਾਵਾਂ ਗੁਣ ਵਿਥਰਾਂ, ਗੁਣ ਬੋਲੀ ਮੇਰੀ ਮਾਏ, ਅਨ ਦਿਨ ਗੁਣ ਗਾਵਾਂ ਪ੍ਰਭ ਤੇਰੇ, ਦੇਹ ਸੁਮਤ ਸਦਾ ਗੁਣ ਗਾਵਾਂ। ਕਿ ਰੱਬ ਨੂੰ ਇਹ ਭਾਉਂਦਾ ਹੈ, ਰੱਬ ਨੂੰ ਰੱਬ ਦੀ ਸਿਫਤ ਸਲਾਹ, ਕਿਉਂਕਿ ਰੱਬ ਕੋਈ ਬੰਦਾ ਨਹੀਂ ਹੈ, ਰੱਬ ਦੇ ਨਿਯਮ ਨੇ, ਰੱਬ ਨਿਯਮ ਸਰੂਪ ਹੈ। ਹੁਣ ਅੱਜ ਅਸੀਂ ਕਹਿ ਲਈਏ ਦੇਸ਼ ਹੈ, ਦੇਸ਼ ਦਾ ਸੰਵਿਧਾਨ ਹੈ। ਹੁਣ ਦੇਸ਼ ਦੇ ਸੰਵਿਧਾਨ ਤੇ ਚੱਲਣਾ ਦੇਸ਼ ਨੂੰ ਚੰਗਾ ਲੱਗਦਾ ਹੈ। ਦੇਸ਼ ਦਾ ਤੇ ਦੇਸ਼ ਦੇ ਕੁਝ ਨਿਯਮ ਨੇ ਵੀ ਇਹ ਕਰਨਾ ਤੇ ਇਹ ਨਹੀਂ ਕਰਨਾ। ਜਦੋਂ ਅਸੀਂ ਨਿਯਮ, ਰੱਬ ਕੋਈ ਵਿਅਕਤੀ ਤੇ ਹੈ ਨਹੀਂ, ਅਸੀਂ ਕਹੀਏ ਉਹਨੂੰ ਕਿਉਂ ਚੰਗਾ ਲੱਗਦਾ, ਉਹਨੂੰ ਆਪਣੀ ਤਾਰੀਫ ਚੰਗੀ ਲੱਗਦੀ ਤੇ ਉਹ ਬੜਾ ਉਹ ਕਹਿ ਲਓ ਉਹ ਆਪਣੀ ਵਡਿਆਈਆਂ ਕਰਵਾਉਣਾ ਚਾਹੁੰਦਾ ਹੈ। ਰੱਬ ਜਿਹੜਾ ਨਾ ਤੇ ਗੁਣ ਸਰੂਪ ਹੁਕਮ ਸਰੂਪ ਹੋ ਕੇ ਵਰਤ ਰਿਹਾ, ਤੇ ਜਿਹੜੇ ਹੁਕਮ ਨੂੰ ਮੰਨਦੇ ਨੇ, ਹੁਕਮ ਦੀਆਂ ਸਿਫਤਾਂ ਕਰਦੇ ਨੇ, ਐਸਾ ਬੰਦਾ ਰੱਬ ਨੂੰ ਭਾਉਂਦਾ ਹੈ। ਸਦਾ ਸਦਾ ਤੇਰੇ ਗੁਣ ਗਾਵਾਂ, ਮੈਂ ਆਪਣੇ ਗੁਣ ਨਾ ਗਾਵਾਂ, ਮੈਂ ਤੇਰੇ ਗੁਣ ਗਾਵਾਂ। ਸੱਚੇ ਸਾਹਿਬ ਤੇਰੇ ਮਨ ਭਾਵਾਂ, ਇਹ ਤੇਰੇ ਮਨ ਨੂੰ
मैं इस तरीके नाल भा जावां, मैं तेरियां सिफतां करदा रहां, तेरे गुण गाउंदा रहां, इस तरीके नाल मैं तेरे मन नूं भा जावां। कहंदे नानक साच कहे बेनंती, इत्थे साच दा जिहड़ा है ਉਹਨੂੰ ਔਂਕੜ आ रहा है, सच स्वरूप परमात्मा, एडजेक्टिव ऑफ गॉड कह लो, वो परमात्मा जो सच स्वरूप है, या रब दे अगे बेनती करा या सच स्वरूप परमात्मा दे अगे, ਜਿਹੜਾ ਸਤਿਗੁਰੂ ਜੀ ਨੇ ਕਿਹਾ ਵੀ ਜਿਹੜਾ ਨਾਨਕ ਦਾ ਕੱਕਾ ਹੈ ਔਂਕੜ ਵਾਲਾ ਵੀ ਕਹ ਲੋ ਕਿਵੇਂ ਕਹਿੰਦੇ ਨੇ ਵੀ ਉਹ ਖਾਬ ਜਿਹੜੇ ਪੋਇਟ ਲਿਖਦੇ ਨੇ ਉਹ ਆਪਣਾ ਨਾਮ ਲਿਖ ਦਿੰਦੇ ਨੇ ਵੀ ਇਹ ਫਲਾਣਾ ਬੰਦਾ ਇਹ ਕਹਿੰਦਾ ਪਿਆ ਵੀ ਨਾਨਕ ਇਹ ਗੱਲ ਕਹਿੰਦਾ ਪਿਆ ਕਿ ਨਾਨਕ ਕਿਹਨੂੰ ਕਹਿੰਦਾ ਪਿਆ? ਸੱਚ ਨੂੰ, ਉਹ ਸੱਚ ਸਰੂਪ ਪਰਮਾਤਮਾ ਨੂੰ, ਸੱਚ ਸਰੂਪ ਰੱਬ ਨੂੰ ਉਹਦੇ ਅੱਗੇ ਬੇਨਤੀ ਕਰਦਾ ਪਿਆ, ਕਹਿੰਦਾ ਮੈਨੂੰ ਸੱਚ ਦੇਵੋ। ਇੱਥੇ ਸੱਚ ਦੂਜਾ ਸੱਚ ਕਿਹੜਾ ਆ ਜਾਏਗਾ? ਨਾਮ ਰੂਪੀ, ਹੁਕਮ ਰੂਪੀ, ਗੁਰਮਤ ਰੂਪੀ, ਗਿਆਨ ਰੂਪੀ ਸੱਚ ਮੈਨੂੰ ਦੇ। ਨਾਨਕ ਜੀ ਉਹ ਸੱਚ ਸਰੂਪ ਪਰਮਾਤਮਾ ਦੇ ਅੱਗੇ ਉਹਦੇ ਕੋਲ ਮੰਗਦੇ ਕੀ ਪਏ ਨੇ? ਮੈਨੂੰ ਕਿਹੜੀ ਦਾਤ ਦੇ? ਤੇਰੇ ਨਾਮ ਦੀ, ਤੇਰੇ ਹੁਕਮਾਂ ਦੀ, ਤੇਰੇ ਗਿਆਨ ਦੀ, ਤੇਰੇ ਗੁਰਮਤ ਦੀ, ਇਹ ਵਾਲੀ ਦਾਤ ਮੈਨੂੰ ਦੇ ਤਾਂ ਕਿ ਮੈਂ ਇਸ ਸੱਚ ਵਿੱਚ, ਨਾਮ ਵਿੱਚ, ਗੁਰਮਤ ਵਿੱਚ, ਗਿਆਨ ਵਿੱਚ ਸਮਾਇਆ ਹੋਇਆ ਮੇਰਾ ਜੀਵਨ ਰਵੇ। ਕਿਉਂਕਿ ਉਹੀ ਜੀਵਨ ਰੱਬ ਨੂੰ ਪ੍ਰਵਾਨ ਹੈ, ਉਹੀ ਜੀਵਨ ਰੱਬ ਨੂੰ ਭਾਉਂਦਾ ਹੈ। ਦੇਸ਼ ਦਾ ਚੰਗਾ ਨਾਗਰਿਕ ਉਹੀ ਗਿਣਿਆ ਜਾਂਦਾ ਹੈ ਜੋ ਦੇਸ਼ ਦੇ ਕਾਨੂੰਨ ਨੂੰ ਫੋਲੋ ਕਰਦਾ ਹੋਵੇ। ਮੈਂ ਵੀ ਤੇਰੇ, ਕਿਉਂਕਿ ਗੱਲ ਸਾਰੇ ਜਿਹੜੀ ਅਸ਼ਟਪਦੀ ਆਪਣਾ 16 ਸਾਹਿਬ ਚੱਲਦਾ ਪਿਆ ਉਹਨਾਂ ਵੀ ਉਹ ਗੱਲ ਉਹ ਚੱਲਦੀ ਪਈ ਕਿ ਹੁਕਮਾਂ ਨੂੰ ਸਮਝ ਲੈ, ਹੁਕਮ ਦੇ ਅਧੀਨ ਜੀਵਨ ਕਰ ਲੈ। ਕਹਿੰਦਾ ਮੈਨੂੰ ਵੀ ਉਹ ਸੱਚ ਦੇ, ਮੈਨੂੰ ਵੀ ਉਹ ਸੱਚ ਦੀ ਸੋਝੀ ਦੇ, ਔਰ ਮੇਰਾ ਜੀਵਨ ਇਸ ਸੱਚ ਦੀ ਸੋਝੀ ਵਿੱਚ ਜਿਹੜਾ ਹੈ ਨਾ ਉਹ ਹਮੇਸ਼ਾ ਸਮਾਇਆ ਹੋਇਆ ਰਹੇ। ਹਾਂਜੀ ਵੀਰ ਹਾਂ ਜੀ ਭੁਪਿੰਦਰ ਵੀਰ ਜੀ। ਹਾਂਜੀ, ਜਿਹੜਾ ਨਾ ਬਾਣੀ ਦੀ ਜਿਹੜੀ ਵਿਲੱਖਣਤਾ ਹੈ ਇਹਨਾਂ ਇਹਦੇ ਚ ਇਹ ਬੜੀ ਗ੍ਰੇਟਨੈਸ ਹੈ ਕਿ ਹਰ ਕਾਮਨ ਮੈਨ, ਪੜ੍ਹਿਆ ਅਨਪੜ੍ਹਿਆ, ਅਮੀਰ ਗਰੀਬ, ਇਸਤਰੀ ਮਰਦ, ਕਿਸੇ ਵੀ ਜੈਂਡਰ ਦਾ, ਪੂਰੀ ਸਾਰੇ ਵਰਲਡ ਦੇ ਅੰਦਰ ਜੇ 7 ਅਰਬ ਬੰਦੇ ਨੇ ਨਾ, ਕੋਈ ਵੀ ਆਪਣੇ ਨਾਲ ਰਿਲੇਟ ਕਰ ਸਕੇ, ਇਸ ਕਰਕੇ ਫਸਟ ਪਰਸਨ ਦੀ ਲੈਂਗੁਏਜ ਵਿੱਚ ਲਿਖੀ ਹੋਈ ਹੈ। ਤੇ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜਿਹੜੀ ਇਸ ਸ਼ਬਦ ਦੇ ਅੰਦਰ ਇੱਕ ਮਿਕਤਾ ਵਾਲੀ ਮਨ ਦੀ ਅਵਸਥਾ ਬਿਆਨ ਕੀਤੀ ਹੈ ਨਾ ਗੁਰੂ ਸਾਹਿਬ ਨੇ, ਉਹਨਾਂ ਨੇ ਉਹ ਮਾਣੀ ਹੋਈ ਸੀ, ਉਹਨਾਂ ਨੇ ਉਹ ਮਾਣੀ ਹੋਈ ਹੈ, ਕਾਮਨ ਮੈਨ ਆਪਣੇ ਨਾਲ ਰਿਲੇਟ ਕਰ ਸਕੇ, ਇਸ ਕਰਕੇ ਇਸ ਤਰੀਕੇ ਨਾਲ ਬਾਣੀ ਨੂੰ ਲਿਖਦੇ ਨੇ। ਸੋ ਮਨ ਸਦਾ ਸਦਾ ਤੇਰੇ ਗੁਣ ਗਾਵਾਂ, ਸਾਚੇ ਸਾਹਿਬ ਤੇਰਾ ਮਨ ਭਾਵਾਂ। ਮਨ ਨਿਜ ਕਰ ਦੀ ਵਡਿਆਈ ਕਰ ਰਿਹਾ ਹੈ ਕਿ ਤੁਹਾਡੇ ਗੁਣ ਲਏ, ਉਹਨਾਂ ਨੂੰ ਪ੍ਰੈਕਟਿਸ ਕੀਤਾ ਤਾਂ ਮੇਰੇ ਸਾਰੇ ਅੰਗ ਵੀ ਕਾਬੂ ਆ ਗਏ ਨੇ। ਆਮ ਤੌਰ ਤੇ ਸਾਡੇ ਗੁਰਦੁਆਰਿਆਂ 'ਚ ਜਦੋਂ ਪ੍ਰਬੰਧਕ ਲੜ ਪੈਂਦੇ ਨੇ, ਉਹਨਾਂ ਨੂੰ ਕਿਹਾ ਜਾਂਦਾ ਨਾ, ਉਹ ਯਾਰ ਲੜੋ ਨਹੀਂ ਯਾਰ, ਬਹਿਸ ਨਾ ਕਰੋ, ਬਾਣੀ 'ਚ ਆਇਆ ਹੋਏ ਇਕੱਤਰ ਮਿਲੋ ਮੇਰੇ ਭਾਈ। ਉਹ ਉਹਨਾਂ ਪ੍ਰਬੰਧਕਾਂ ਵਾਸਤੇ ਨਹੀਂ ਕਿਹਾ ਹੋਇਆ। ਇਹ ਸਾਰੇ ਜਿਹੜੇ ਇੰਦਰੇ ਗਿਆਨੇਂਦਰੇ ਸੀ ਨਾ, ਇਹਨਾਂ ਨੂੰ ਇਕੱਤਰ ਕਰਕੇ ਇਹਨਾਂ ਦੀ ਸਤ ਸੰਗਤ ਕਰਾਈ ਜਾਂਦੀ ਹੈ ਮਨ ਦੇ ਨਾਲ, ਕਿਉਂਕਿ ਮਨ ਨੇ ਨਿਜ ਕਰਦੇ ਅੰਤਰਾਤਮੇ ਦੇ ਰੱਬ ਜੀ ਦੇ ਗੁਣ ਗਾ ਕੇ ਉਹ ਵਾਲੇ ਗੁਣ ਉਹਨਾਂ ਨੂੰ ਵੰਡੇ ਨੇ। ਜਦੋਂ ਇੰਦਰੀਆਂ ਗਿਆਨੇਂਦਰੀਆਂ ਨੂੰ ਵੀ ਉਹ ਸਤ ਸੰਗਤ ਕਰਾਈ ਜਾਂਦੀ ਹੈ ਨਾ ਅੰਦਰ, ਤਾਂ ਉਹਨੂੰ ਕਹਿੰਦੇ ਨੇ ਆਵੋ ਭੈਣੇ ਗੱਲ ਮਿਲੇ। ਉਹਨਾਂ ਨੂੰ ਕਹਿੰਦੇ ਨੇ ਸਖੀਓ ਸਹੇਲੜੀਓ। ਸੋ ਇਹ ਸੱਚ ਦੀ ਸੰਗਤ ਕਰਦੇ ਨੇ। ਆਵੋ ਭੈਣੇ ਗੱਲ ਮਿਲੇ, ਅੰਤ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ, ਸਮਰੱਥ ਕੰਤ ਕੀਆਂ। ਸਮਰੱਥ ਕੰਤ ਉਹਨਾਂ ਦਾ ਮਨ ਬਣ ਚੁੱਕਾ ਹੋਇਆ ਹੈ। ਜਦੋਂ ਇਹ ਨਾਨਕ ਪਦ ਦੇ ਕੱਕੇ ਨੂੰ ਔਂਕੜ ਹੈ ਤਾਂ ਅਸੀਂ ਇਸ ਨੂੰ ਇਸ ਤਰ੍ਹਾਂ ਹੀ ਲਵਾਂਗੇ ਕਿ ਜਿਸ ਮਨ ਦੀ ਅਵਸਥਾ ਨੇ ਇਹ ਮਾਣਿਆ ਹੋਇਆ ਸੀ ਨਾ, ਉਹੀ ਸਾਨੂੰ ਇਹ ਵਾਲਾ ਸਿਸਟਮ ਸਿਖਾ ਰਿਹਾ ਕਿ ਤੁਸੀਂ ਵੀ ਇਸ ਤਰ੍ਹਾਂ ਇੱਕ ਮਿਕਤਾ ਪ੍ਰਾਪਤ ਕਰ ਸਕਦੇ ਹੋ ਤੇ ਆਪਣੇ ਸਾਰੇ ਅੰਗਾਂ ਨੂੰ ਸਿੱਧੇ ਪਾਸੇ ਪਾ ਸਕਦੇ ਹੋ। ਸਦਾ ਸਦਾ ਤੇਰੇ ਗੁਣ ਗਾਵਾਂ, ਸੱਚੇ ਸਾਹਿਬ ਤੇਰਾ ਮਨ ਭਾਵਾਂ। ਜੋ ਤੁਹਾਡੇ ਨਿਯਮ, ਜੋ ਤੁਹਾਡੇ ਗੁਣ ਹਨ ਨਾ, ਉਹ ਮੈਨੂੰ ਪਾਏ ਤਾਂ ਮੈਂ ਉਹਨਾਂ ਨੂੰ ਆਪਣੇ ਸਾਰੇ ਅੰਗਾਂ ਨੂੰ ਦਿੱਤਾ, ਤਾਂ ਹੁਣ ਪ੍ਰਵਾਨ ਚੜ ਗਏ ਨਾ। ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਜੇ ਪਾਵੇਂ ਦਰਗਾਹ ਮਾਂ। ਨਾਨਕ ਸਾਚ ਕਹਿ ਬੇਨੰਤੀ। ਹੁਣ ਸਾਨੂੰ ਕਾਮਨ ਮੈਨ ਦੀ ਲੈਂਗੁਏਜ ਸਮਝਾ ਰਹੇ ਨੇ ਵੀ ਤੁਸੀਂ ਵੀ ਇਸ ਤਰ੍ਹਾਂ ਬੇਨਤੀ ਕਰੋ, ਸੱਚ ਦੇਵੋ ਸੱਚ ਸਮਾਏ। ਮੈਂ ਵੀ ਆਪਣੇ ਮਨ ਨੂੰ ਕਵਾਂ ਕਿ ਮੇਰਾ ਮਨ ਨਿਜ ਕਰ ਅੱਗੇ ਟਹਿ ਕੇ ਇਸ ਤਰ੍ਹਾਂ ਬੇਨਤੀ ਕਰੇ
ताकि आप भी तर जाए, अपना कुल भी तार सके। आप जपो, अवरा नाम जपावो, अपने सारे इंद्रियां ज्ञानेंद्रियां, अपने मिलियंस ऑफ थॉट प्रोसेस, अपने रोम रोम नूं नाल तार सके, उन्हां नूं सीधे पासे पा सके। सो ये शब्द दा अखीर गुरु पातशाह इस तरीके दी बेनती वाली अवस्था ना समझा रहे। हाँ जी सुखविंदर वीर जी। हाँ सुखविंदर वीर जी, आप जी दी आवाज नहीं आ रही। ਵੀਰ ਜੀ ਕੱਲ ਆਪਾਂ ਇੱਕ ਸ਼ਬਦ ਦੀ ਵਿਚਾਰ ਕੀਤੀ ਸੀ, ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਏ। ਜਿਸ ਤਰ੍ਹਾਂ ਬਾਹਰ ਵਾਲੇ ਸਾਡੇ ਸਰੀਰਕ ਦੁਨੀਆ ਦੇ ਵਿੱਚ ਅਗਰ ਕਿਸੇ ਬੱਚੇ ਦਾ ਜਨਮ ਅਸੀਂ ਚਾਹੁੰਦੇ ਕਿ ਸਾਡੇ ਘਰ ਕਿਸੇ ਬੱਚੇ ਦਾ ਜਨਮ ਹੋਵੇ ਤਾਂ ਉਸ ਵਾਸਤੇ ਮਾਤਾ ਪਿਤਾ ਚਾਹੀਦੇ ਹਨ। ਮਾਤਾ ਪਿਤਾ ਤੋਂ ਪਿੱਛੇ ਸੱਸ ਸਹੁਰਾ ਵੀ, ਉਹ ਮਤਲਬ ਪੂਰਾ ਪਰਿਵਾਰ ਚਾਹੀਦਾ ਹੈ, ਤੇ ਫਿਰ ਹੀ ਸਾਡੇ ਘਰ ਦੇ ਵਿੱਚ ਬੱਚਾ ਜਨਮ ਲੈ ਸਕਦਾ ਹੈ। ਉਹੀ ਸੇਮ ਵਿਅੰਗ ਨੂੰ ਸਤਿਗੁਰੂ ਜੀ ਉੱਥੇ ਦੱਸਦੇ ਨੇ, ਕਹਿੰਦੇ ਨੇ ਗੁਰੂ ਦਾ ਜਨਮ ਕਿਸ ਤਰ੍ਹਾਂ ਹੁੰਦਾ ਹੈ। ਗੁਰੂ ਵਾਸਤੇ ਵੀ ਕਹਿੰਦੇ ਨੇ ਪਿਤਾ ਚਾਹੀਦਾ ਹੈ, ਗੁਰੂ ਵਾਸਤੇ ਵੀ ਮਾਤਾ ਚਾਹੀਦਾ ਹੈ, ਗੁਰੂ ਵਾਸਤੇ ਮਾਤਾ ਦੇ ਵੀ ਪੇਰੈਂਟਸ ਚਾਹੀਦੇ ਤੇ ਪਿਤਾ ਦੇ ਪੇਰੈਂਟਸ ਵੀ ਚਾਹੀਦੇ ਹਨ। ਤੇ ਉਹ ਜਨਨੀ ਤੋਂ ਜਿਹੜਾ ਬੱਚਾ ਪੈਦਾ ਹੋਏਗਾ ਉਸ ਨੂੰ ਗੁਰਬਾਣੀ ਗੁਰੂ ਜਣਿਆ ਵਾਲਾ ਸਿਧਾਂਤ ਸਾਨੂੰ ਸਮਝਾ ਰਹੀ ਹੈ। ਇਸ ਤੁਕ ਦੇ ਵਿੱਚ ਅਸੀਂ ਇਹਦੇ ਅਰਥ ਕਰਨ ਤੋਂ ਪਹਿਲਾਂ ਇੱਕ ਜਿਹੜਾ ਸ਼ਬਦ ਅਸੀਂ ਬਹੁਤ ਵਾਰੀ ਕੋਟ ਕਰਦੇ ਹਾਂ ਬਾਰ-ਬਾਰ ਸਾਰੇ, ਮਾਤਾ ਮਤ ਪਿਤਾ ਸੰਤੋਖ ਸਤ ਭਾਈ ਘਰੇ ਵਿਸੇਖ, ਉਸ ਦੇ ਸ਼ਬਦ ਦੇ ਵਿੱਚ ਸਾਰੇ ਜਦੋਂ ਉਹ ਸਾਰਾ ਪਰਿਵਾਰ ਟੱਬਰ ਇਕੱਠਾ ਹੁੰਦਾ ਹੈ, ਕੁੱਲ ਇਕੱਠਾ ਹੁੰਦਾ ਹੈ, ਤਾਂ ਉਸ ਸ਼ਬਦ ਦੇ ਵਿੱਚ ਵੀ ਅਖੀਰ ਵਿੱਚ ਜਾ ਕੇ ਇੱਕ ਪੁੱਤਰ ਦਾ ਜਨਮ ਹੁੰਦਾ ਹੈ, ਜਿਸ ਨੂੰ ਗੁਰਬਾਣੀ ਆਖਦੀ ਹੈ ਸੱਚ ਸੰਤਤ ਕਹੋ ਨਾਨਕ ਜੋਗ। ਇਹ ਸਾਰਿਆਂ ਦੇ ਜੋਗ ਦੇ ਨਾਲ, ਕਿਹੜਾ ਜੋਗ? ਸਾਰਿਆਂ ਦਾ ਜੋਗ ਕਿਹੜਾ? ਮਤ ਸੰਤੋਖ ਸਤ ਸ਼ਰਮ ਸੁਰਤ, ਉਹ ਸਾਰਿਆਂ ਦੇ ਸੰਜੋਗ ਦੇ ਨਾਲ ਇੱਕ ਪੁੱਤਰ ਘਰ ਵਿੱਚ ਜਨਮ ਲੈਂਦਾ, ਜਿਸ ਨੂੰ ਆਖਦੇ ਨੇ ਸੱਚ। ਇੱਥੇ ਗੁਰਬਾਣੀ ਜਿਹੜਾ ਹੁਣ ਇੱਥੇ ਬਹੁਤ ਧਿਆਨ ਦੇ ਨਾਲ ਸਾਨੂੰ ਸੁਣਨਾ ਚਾਹੀਦਾ, ਜਿਹੜਾ ਇੱਥੇ ਲਫ਼ਜ਼ ਆ ਰਿਹਾ ਨਾ ਨਾਨਕ, ਉਹਦੇ ਕੱਕੇ ਨੂੰ ਵੀ ਔਂਕੜ ਹੈ, ਸਾਚ ਦੇ ਕੱਕੇ ਨੂੰ ਵੀ ਔਂਕੜ ਹੈ। ਇੱਥੇ ਨਾਨਕ ਪਦ ਦੀ ਡੈਫੀਨੇਸ਼ਨ ਦੱਸੀ ਜਾ ਰਹੀ ਹੈ। ਜਿਹੜਾ ਉਹ ਪੁੱਤਰ ਪੈਦਾ ਹੁੰਦਾ ਨਾ, ਜਿਸ ਨੂੰ ਗੁਰਬਾਣੀ ਆਖਦੀ ਹੈ ਗੁਰੂ ਜਣਿਆ ਮਾਏ, ਇਹ ਜਿਹੜਾ ਨਾਨਕ ਗੁਰੂ, ਇਹ ਜਿਹੜਾ ਸਾਚ ਰੂਪੀ ਗੁਰੂ, ਇਹ ਜਿਹੜਾ ਸੱਚ ਰੂਪੀ ਪੁੱਤਰ ਪੈਦਾ ਹੋਇਆ ਹੈ ਨਾ, ਇਹ ਉਹ ਬੇਨਤੀ ਕਰ ਰਿਹਾ ਹੈ। ਇਸ ਅਵਸਥਾ ਨੂੰ ਕਹਿੰਦੇ ਨੇ ਕਿਹੜਾ? ਜਿਹੜਾ ਇਹ ਹੁਣ ਸੱਚ ਰੂਪੀ ਪੁੱਤਰ ਪੈਦਾ ਹੋਇਆ ਹੈ, ਜਿਸ ਨੂੰ ਕਹਿੰਦੇ ਨੇ ਇਹ ਗੁਰੂ ਨਾਨਕ ਪੈਦਾ ਹੋਇਆ, ਜਿਸ ਨੂੰ ਕਹਿੰਦੇ ਜਿਨ ਗੁਰੂ ਜਣਿਆ ਮਾਏ। ਇਸ ਤਰ੍ਹਾਂ ਨਾਨਕ ਪੈਦਾ ਹੁੰਦਾ ਹੈ। ਇਸ ਸ਼ਬਦ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ, ਨਾਨਕ ਜੀ ਨੂੰ ਦੱਸਿਆ ਜਾ ਰਿਹਾ ਹੈ ਸਾਚ, ਕਹਿੰਦੇ ਜਿਹੜਾ ਉਹ ਸਾਚ ਰੂਪੀ ਪੁੱਤਰ ਪੈਦਾ ਹੋਇਆ ਹੁੰਦਾ ਹੈ, ਉਹ ਸਾਰਿਆਂ ਦੇ ਜੋਗ ਦੇ ਨਾਲ। ਇੱਥੇ ਉਹ ਸੱਚ ਰੂਪੀ ਪੁੱਤਰ ਜਿਸ ਨੂੰ ਗੁਰਬਾਣੀ ਪੋਤਰਾ ਆਖਦੀ ਹੈ, ਪਿਓ ਦਾਦੇ ਜਿਵੇਹਾ ਪੋਤਰਾ ਪ੍ਰਵਾਨ, ਇਹ ਉਹ ਪੋਤਰਾ ਬੇਨਤੀ ਕਰ ਰਿਹਾ ਹੈ। ਇਸ ਬੇਨਤੀ ਨੂੰ ਗੁਰਬਾਣੀ ਅਰਜਨ ਅਵਸਥਾ ਆਖਦੀ ਹੈ। ਹੁਣ ਇਹ ਪੋਤਰਾ, ਇਹ ਵਾਲਾ ਜਿਹੜਾ ਸੱਚ ਰੂਪੀ ਪੁੱਤਰ ਪੈਦਾ ਹੋਇਆ, ਇਹ ਜਨ ਬਣ ਕੇ ਆਪਣੇ ਪਿਤਾ ਮਨ ਜੀ ਨੂੰ ਆਖ ਰਿਹਾ ਹੈ, ਜਿਸ ਨੇ ਹੁਣ ਮਨ ਦੇ ਵਿੱਚ ਨਾਮ ਪਾ ਕੇ ਇਹ ਪੁੱਤਰ ਦਾ ਜਨਮ ਹੋਇਆ। ਉਹ ਹੁਣ ਸੱਚ ਰੂਪੀ ਪੁੱਤਰ ਜਿਹੜਾ ਪੈਦਾ ਹੋਇਆ ਹੈ, ਉਹ ਹੁਣ ਅਰਜ ਕਰ ਰਿਹਾ ਹੈ ਜਨ ਬਣ ਕੇ। ਇਹ ਉਹ ਸੱਚ ਰੂਪੀ ਪੁੱਤਰ ਅਰਜਨ ਬਣ ਕੇ, ਅਰਜ ਪੋਤਰਾ ਬਣ ਕੇ, ਅਰਜਨ ਬਣ ਕੇ, ਜਿਹੜਾ ਨਾਨਕ ਰੂਪੀ ਪੁੱਤਰ ਪੈਦਾ ਹੋਇਆ ਸੀ, ਸੱਚ ਰੂਪੀ ਪੁੱਤਰ ਪੈਦਾ ਹੋਇਆ ਸੀ, ਇਹ ਹੁਣ ਅਰਜ ਕਰ ਰਿਹਾ ਹੈ। ਅਰਜਨ ਅਵਸਥਾ, ਇਹ ਹੁਣ ਜਨ ਬਣ ਕੇ ਅਰਜ ਕਰ ਰਿਹਾ। ਅਰਜਨ ਅਵਸਥਾ, ਇਹ ਅਰਜ ਸਾਚ ਕਹਿ ਬੇਨਤੀ, ਇਹ ਅਰਜਨ ਅਵਸਥਾ ਬਿਆਨ ਕਰ ਰਿਹਾ ਹੈ ਕਿ ਮੇਰੇ ਮਨ ਜੀ, ਮੇਰੇ ਪਿਤਾ ਜੀ, ਤੁਹਾਡੇ ਮਨ ਵਿੱਚ ਜਿਹੜਾ ਸੱਚ ਪਾ ਗਿਆ ਸੀ, ਉਸ ਤੁਹਾਡੇ ਮਨ ਵਿੱਚ ਜਿਹੜਾ ਨਾਮ ਵਸਿਆ ਸੀ, ਜਿਨ ਕੈ ਰਾਮ ਵਸੈ ਮਨ ਮਾਹੇ, ਮੈਂ ਹੁਣ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਮੈਨੂੰ ਪੁੱਤਰ ਨੂੰ, ਮੈਂ ਤੁਹਾਡੇ ਪੁੱਤਰ ਨੂੰ ਸੱਚ ਦੇਂਦੇ ਰਹਿਣਾ ਤੇ ਸੱਚ ਦੇ ਵਿੱਚ ਮੈਂ ਵੀ ਸਮਾਇਆ। ਇੱਥੇ ਅਰਜਨ ਅਵਸਥਾ ਬੇਨਤੀ ਕਰ ਰਹੀ ਹੈ। ਅਰਜਨ ਅਵਸਥਾ ਕਿਹੜੀ? ਇਹ ਜਿਹੜਾ ਸਾਚ ਰੂਪੀ ਪੁੱਤਰ ਪੈਦਾ ਹੁੰਦਾ ਹੈ, ਇੱਥੇ ਉਹ ਬੇਨਤੀ ਕਰ ਰਿਹਾ ਹੈ। ਇੱਥੇ ਗੁਰੂ ਪੈਦਾ ਹੋਇਆ। ਇਸ ਤਰੀਕੇ ਦੇ ਨਾਲ ਗੁਰੂ ਨਾਨਕ ਦਾ ਜਨਮ ਹੁੰਦਾ ਹੈ। ਇਸ ਤਰੀਕੇ ਦੇ ਨਾਲ ਗੁਰੂ ਜੰਮਦਾ ਹੈ। ਇਹ ਸਾਚ ਗੁਰੂ ਨਾਨਕ ਸਾਚ ਨੂੰ ਆਖਦੇ ਨੇ। ਨਾਨਕ ਇਸ ਅਵਸਥਾ ਤੱਕ ਸਤਿਗੁਰੂ ਜੀ ਸਾਨੂੰ ਪਹੁੰਚਦੇ ਨੇ। ਇਹ ਅਵਸਥਾ ਵਾਲੇ, ਇਹ ਅਵਸਥਾ ਕਿਹਦੀ ਸੀ? ਮਹਿਲਾ ਤੀਜਾ ਜਿਹੜਾ ਉੱਪਰ ਬੋਲ ਰਹੇ ਨੇ। ਮਹਿਲਾ ਤੀਜਾ ਦੇ ਵਿੱਚ
ਨਾਨਕ ਰੂਪੀ ਗੁਰੂ ਜੰਮਿਆ। ਇਸ ਤਰੀਕੇ ਨਾਲ ਸਾਚ ਰੂਪੀ ਨਾਨਕ ਦਾ ਜਨਮ ਹੋਇਆ। ਫਿਰ ਉਹ ਸਾਚ ਰੂਪੀ ਨਾਨਕ ਬੇਨਤੀ ਕਰ ਰਿਹਾ ਹੈ, ਸਾਚ ਰੂਪੀ ਪੋਤਰਾ ਆਪਣੇ ਪਿਤਾ ਦੇ ਅੱਗੇ ਬੇਨਤੀ ਕਰ ਰਿਹਾ ਹੈ ਕਿ ਮੈਨੂੰ ਸੱਚ ਦੇਵੋ ਤੇ ਮੈਂ ਸੱਚ ਵਿੱਚ ਹਮੇਸ਼ਾ ਇਸ ਤਰ੍ਹਾਂ ਹੀ ਸਮਾਇਆ ਰਵਾਂ, ਕਿਉਂਕਿ ਮੈਂ ਸੱਚ ਰੂਪੀ ਹੀ ਹੁਣ ਜਿਹੜਾ ਜਨਮ ਹੈ। ਉਹ ਅਵਸਥਾ ਬਿਆਨ ਕਰ ਰਿਹਾ ਸਾਡੀ ਵੀ, ਜਦੋਂ ਸਾਡੇ ਅੰਦਰ ਸੱਚ ਵੀ ਪ੍ਰਗਟ ਹੋ ਜਾਏਗਾ ਫਿਰ ਵੀ ਅਸੀਂ ਅਰਜ਼ ਕਰੀ ਰੱਖਣੀ ਹੈ ਕਿ ਮਨ ਜੀ, ਮੇਰੇ ਪਿਤਾ ਜੀ, ਮੈਨੂੰ ਆਪਣਾ ਨਾਮ ਦਿੰਦੇ ਰਹਿਣਾ। ਪ੍ਰਾਪਤ ਹੋ ਵੀ ਗਿਆ ਫਿਰ ਵੀ ਉਹ ਅਰਦਾਸ ਨਹੀਂ ਅਸੀਂ ਛੱਡਣੀ। ਅਰਜਨ ਅਵਸਥਾ ਸਾਨੂੰ ਫਿਰ ਉਹੀ ਸਮਝਾਏ ਕਿ ਅਸੀਂ ਅਰਜ਼ ਕਰੀ ਹੀ ਜਾਣਾ ਹੈ, ਸੱਚ ਦੇਵੋ। ਸੱਚ ਆਲਰੇਡੀ ਪ੍ਰਗਟ ਹੋ ਗਿਆ ਹੈ, ਫਿਰ ਵੀ ਅਸੀਂ ਆਪਣੇ ਪਿਤਾ ਜੀ ਨੂੰ ਕਹਿਣਾ ਹੈ ਕਿ ਸਾਨੂੰ ਸੱਚ ਦੇਵੋ, ਕਿ ਤਾਂ ਕਿ ਅਸੀਂ ਸੱਚ ਵਿੱਚ ਸਮਾਏ ਰਹੀਏ। ਜਿਹਨੂੰ ਉੱਪਰ ਮਨ ਸਮਾਹ ਨਾਮ ਧਿਆਨ ਹੁੰਦਾ ਸੀ ਤੇ ਮਨ ਸੱਚ ਵਿੱਚ ਸਮਾ ਗਿਆ ਸੀ, ਉਸ ਤੋਂ ਜਿਹੜਾ ਪੁੱਤਰ ਜਨਮ ਹੁੰਦਾ ਉਹ ਵੀ ਸੱਚ ਰੂਪੀ ਪੁੱਤਰ ਜਨਮ ਹੁੰਦਾ ਹੈ। ਉਸੇ ਨੂੰ ਹੀ ਨਾਨਕ ਗੁਰੂ ਜਣਿਆ ਮਾਇਆ ਆਖਿਆ ਜਾਂਦਾ ਹੈ। ਉਹ ਬੇਨਤੀ ਕਰ ਰਿਹਾ ਹੈ, ਮੈਨੂੰ ਸੱਚ ਦਿੰਦੇ ਰਹੋ, ਮੈਂ ਸੱਚ ਵਿੱਚ ਸਮਾਇਆ ਰਹਾਂ। ਇਹ ਸਾਰੇ ਬੰਦ ਵੀ ਸਤਿਗੁਰੂ ਜੀ ਸਾਨੂੰ ਇੱਥੇ ਲਿਆ ਕੇ ਛੋੜ ਰਹੇ ਨੇ। ਸਾਡੇ ਅੰਦਰ ਸੱਚ ਰੂਪੀ ਨਾਨਕ ਨੂੰ ਜਨਮ ਦੇਣ ਦੀ ਤਰੀਕਾ ਸਤਿਗੁਰੂ ਜੀ ਦੱਸ ਰਹੇ ਨੇ, ਤੇ ਉਸ ਅਵਸਥਾ ਤੇ ਜਾ ਕੇ ਅਸੀਂ ਬੇਨਤੀ ਕਰੀਏ, ਅਸੀਂ ਅਰਜਨ ਹਮੇਸ਼ਾ ਬਣੇ ਹੀ ਰਹਿਣਾ ਹੈ, ਅਰਜ਼ ਕਰਦੇ ਹੀ ਰਹਿਣਾ ਹੈ ਜਨ ਬਣ ਕੇ। ਹਾਂਜੀ ਜੀ ਵੀਰ ਜੀ, ਆਪ ਜੀ ਨੇ ਬੜਾ ਖੂਬਸੂਰਤੀ ਨਾਲ ਆਪ ਜੀ ਨੇ ਅਰਜਨ ਨੂੰ ਵੀ ਇੱਕ ਨਵਾਂ ਦ੍ਰਿਸ਼ਟਾਂਤ ਦੇ ਕੇ ਆਪ ਜੀ ਨੇ ਖੋਲਣਾ ਕੀਤਾ ਹੈਗਾ ਕਿ ਅਰਜਨ ਵਾਲੀ ਅਵਸਥਾ ਕਿਹੜੀ ਅਵਸਥਾ ਹੈ, ਕਿਸ ਤਰੀਕੇ ਦੇ ਨਾਲ ਆਪ ਜੀ ਨੇ ਨਵਾਂ ਦ੍ਰਿਸ਼ਟਾਂਤ ਦਿੱਤਾ ਹੈਗਾ ਬੜੀ ਖੂਬਸੂਰਤੀ ਦੇ ਨਾਲ। ਬਿਲਕੁਲ ਠੀਕ ਆਪ ਜੀ ਸਮਝਾ ਰਹੇ ਹੋ ਕਿ ਹਰ ਵਕਤ ਅਸੀਂ ਅਰਜਨ ਵਾਲੀ ਅਵਸਥਾ ਵਿੱਚ ਹਮੇਸ਼ਾ ਰਹਿਣਾ ਹੈਗਾ। ਆਖਰੀ ਪਦੇ ਦੀ ਸਮਾਪਤੀ ਵੀ ਜਿਹੜੀ ਹੈ ਅਰਜਨ ਵਾਲੀ ਅਵਸਥਾ ਵਿੱਚ ਹੀ ਗੁਰੂ ਸਾਹਿਬ ਨੇ ਕੀਤਾ ਹੈਗਾ ਕਿ ਅਸੀਂ ਉਸ ਅਵਸਥਾ ਵਿੱਚ ਟਿਕੇ ਰਹੀਏ ਜਿਸਦੇ ਵਿੱਚ ਸਦਾ ਬੇਨਤੀ ਕਰਦੇ ਰਹੀਏ, ਸਦਾ ਸਦਾ ਤੇਰੇ ਗੁਣ ਗਾਵਾਂ, ਅਰਦਾਸ ਵਾਲੀ ਬੇਨਤੀ ਵਾਲੀ ਅਵਸਥਾ ਕਰਦੇ ਰਹੀਏ। ਅੱਜ 10ਵੇਂ 16 ਦੀ ਸਮਾਪਤੀ ਹੋਈ ਹੈਗੀ। ਆਓ 2 ਪਦਿਆਂ ਦਾ ਅੱਜ ਪਾਠ ਹੋਇਆ, ਆਓ ਰਲ ਮਿਲ ਕੇ ਪਾਠ ਕਰ ਲਈਏ। ਫਿਰ ਪਾਠ ਸੈਸ਼ਨ ਦੀ ਸਮਾਪਤੀ ਹੈਗੀ, ਫਿਰ ਸਵਾਲ ਜਵਾਬ ਦੀ ਆਰੰਭਤਾ ਹੋਣੀ ਹੈਗੀ। ਸਦਾ ਭਗਤ ਤੇਰੀ ਸ਼ਰਣਾਈ, ਅਗਮ ਅਗੋਚਰ ਕੀਮਤ ਨਹੀਂ ਪਾਈ। ਜਿਉ ਤੁਧ ਭਾਵੇ ਤਿਉ ਤੂ ਰਾਖੇ, ਗੁਰਮੁਖ ਨਾਮ ਧਿਆਏ। ਸਦਾ ਸਦਾ ਤੇਰੇ ਗੁਣ ਗਾਵਾਂ, ਸੱਚੇ ਸਾਹਿਬ ਤੇਰੇ ਮਨ ਭਾਵਾਂ। ਨਾਨਕ ਸਾਚ ਕਹੇ ਬੇਨੰਤੀ, ਸੱਚ ਦੇਵੋ ਸੱਚ ਸਮਾਏ। ਨਾਨਕ ਸਾਚ ਕਹੇ ਬੇਨੰਤੀ, ਸੱਚ ਦੇਵੋ ਸੱਚ ਸਮਾਏ। ਹੋਈਆਂ ਬੇਅੰਤ ਫੁੱਲਾਂ ਦੀ ਕਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਤਜਿੰਦਰ ਵੀਰ ਜੀ, ਜੁਝਾਰ ਵੀਰ ਜੀ ਦਾ ਹੈਗਾ ਵੀਰ ਜੀ ਫਰਸਟ ਕੁਐਸਚਨ। ਜੁਝਾਰ ਵੀਰ ਜੀ ਆਪਣੀ ਆਡੀਓ ਔਨ ਕਰ ਲਓ। ਹੈਲੋ, ਕੈਨ ਯੂ ਹੀਅਰ ਮੀ? ਜੀ ਵੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਚ ਇੱਕ ਪੰਕਤੀ ਆਉਂਦੀ ਹੈ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਝ ਤੇਰਾ ਭਾਣਾ। ਉਹਦੇ ਥੋੜੀ ਵਿਚਾਰ ਮੈਂ ਚਾਹਾਂਗਾ ਕਿ ਸਾਰੀ ਸੰਗਤ ਸਾਂਝ ਕਰੇ ਪਲੀਜ਼। ਜੀ ਹਰਵਿੰਦਰ ਵੀਰ ਜੀ, ਆਪ ਜੀ ਜੀ ਹਰਵਿੰਦਰ ਵੀਰ ਜੀ। ਬਾਣੀ ਇੱਕ ਸਾਨੂੰ ਇੱਕ ਜਿਹੜਾ ਜੀਵਨ ਜਾਚ ਦਿੰਦੀ ਹੈ ਨਾ, ਉਹਦੇ ਵਿੱਚ ਮੰਨੋ ਇੱਕ ਰੱਬ ਦੀ ਕਿਰਪਾ ਦਾ ਸਦਕਾ ਕਹਿ ਲੋ, ਜਾਂ ਜਿਹੜਾ ਕਹਿੰਦੀ ਇਹ ਕੰਮ ਕਰ, ਲੇਕਿਨ ਉਹ ਕੰਮ ਕਰਦਿਆਂ ਵੀ ਮਤਾਂ ਤੂੰ ਕਿਸੇ ਗੁਮਾਨ ਵਿੱਚ ਆ ਜਾਵੇਂ ਕਿ ਮੈਂ ਕਰਨਾ ਸ਼ੁਰੂ ਹੋ ਗਿਆ। ਜੇ ਤੈਨੂੰ ਤੇਰੇ ਤੋਂ ਕੋਈ ਬੰਦਾ ਐਸਾ ਕੋਈ ਨਜ਼ਰ ਆ ਰਿਹਾ ਹੈ, ਜੇ ਤੂੰ ਚੰਗੇ ਕੰਮ ਕਰਨਾ ਪਏ, ਜੇ ਬਾਣੀ ਕਹਿੰਦੀ ਹੈ ਜੋ ਵੀ ਬਾਣੀ ਦੇ ਸਿਧਾਂਤ ਨੇ ਬਈ ਇਹ ਫਲਾਣਾ ਕੰਮ ਕਰੋ, ਪਰਤਰਿਆ ਰੂਪ ਨਾ ਪੇਕੇ ਨੇ, ਤੇ ਉਹ ਆਸ ਪਾਸੇ ਨਾ ਜਾਓ, ਜਾਂ ਵੀ ਸਵੇਰੇ ਉੱਠਣ ਵਾਲਾ ਕੰਮ ਹੈ ਜਾਂ ਪੜ੍ਹਾਈ ਕਰਨ ਵਾਲਾ ਕੰਮ ਹੈ। ਲੇਕਿਨ ਮਤਾਂ ਤੇਰੇ ਮਨ ਵਿੱਚ ਇਹ ਥੋੜੀ, ਜੇ ਤੇਰੇ ਮਨ ਵਿੱਚ ਇਹ ਸੋਚ ਆ ਗਈ ਨਾ ਕਿ ਬਈ ਮੈਂ ਕਰਨਾ ਸ਼ੁਰੂ ਹੋ ਗਿਆ। ਜਿਹੜਾ ਬੰਦਾ ਜਿਹੜਾ ਸਵੇਰੇ ਉੱਠਦਾ ਹੈ ਨਾ, ਉਹ ਪਹਿਲਾਂ ਸਵੇਰੇ ਉੱਠ ਕੇ ਦੇਖਦਾ ਹੈ ਗੁਆਂਢ ਦੀ ਖਿੜਕੀ ਚ, ਅੱਛਾ ਉਹ ਬੰਦਾ ਤਾਂ ਸੁੱਤਾ ਪਿਆ, ਉਹ ਮੂਰਖ ਹੈ, ਮੈਂ ਸਿਆਣਾ ਵਾਂ, ਮੈਂ ਜਾਗ ਪਿਆ। ਤੇ ਗੁਰੂ ਇਸ ਪੱਖੋਂ ਜਿਹੜਾ ਨਾ ਮੇਰੇ ਗੱਲ ਕਰਦਾ ਵੀ ਕਿ ਮਤਾਂ ਤੂੰ ਕਿਸੇ ਹੰਕਾਰ ਵਿੱਚ ਆ ਜਾਏ, ਇੱਕ ਨਾ ਤੇ ਜੇ ਤੇਰੇ ਤੇ ਉਸ ਮਾਲਕ ਦੀ ਕਿਰਪਾ ਹੋ ਵੀ ਰਹੀ ਹੈ ਨਾ, ਤੇ ਉਸ ਮਾਲਕ ਦੀ ਵਡਿਆਈ ਹੈ। ਉਹ
जोर ना सुरती ज्ञान विचार। एक और बानी दो पंक्तियां आंदे ने, कहंदा एक पंक्ति आंदी कहंदा उत्तम सेदार उत्तम कहिए नीच कर्म बह रोए। ਜਿਹੜੇ ਚੰਗੇ ਗੁਣਾ ਵਾਲੇ ਨੇ, ਜਿਹੜੇ ਉੱਤਮ ਜੀਵਨ ਵਾਲੇ ਨੇ, ਉਹ ਰੱਬ ਦੀ ਦਰਗਾਹ ਵਿੱਚ ਉੱਤਮ ਮੰਨੇ ਜਾਣਗੇ। ਉੱਤਮ ਸੇਦਾਰ ਉੱਤਮ ਕਹੀਏ, ਨੀਚ ਕਰਮ ਬਹਿ ਰੋਏ। ਹੁਣ ਇਸ ਦੇ ਜਦੋਂ ਉਲਟ ਅਸੀਂ ਜਦੋਂ ਜਪਜੀ ਸਾਹਿਬ ਵਿੱਚ ਦੇਖਣਾ, ਕਹਿੰਦੇ ਨਾਨਕ ਉੱਤਮ ਨੀਚ ਨਾ ਕੋਏ। ਹੁਣ ਇੱਥੇ ਸੇਮ ਹੈ, ਕਹਿੰਦੇ ਨਾ ਵੀ ਵਰਤੈ ਸਭ ਕੁਛ ਤੇਰਾ ਪਾਣਾ, ਕਹਿੰਦੇ ਨਾਨਕ ਉੱਤਮ ਨੀਚ ਨਾ ਕੋਏ। ਇੱਕ ਪਾਸੇ ਕਹਿੰਦੇ ਨੇ ਉੱਤਮ ਸੇਦਾਰ ਉੱਤਮ ਕਹੀਏ, ਉਹ ਤੇ ਕਹਿੰਦੇ ਵੀ जोर ना जीवन मरण ना जोर, जोर ना राज, जोर ना सुरती ज्ञान विचार, जोर ना जुक्ति छुटे संसार, जिसका जोर कर वेखे सोए। जे तू आज समझ ना पाए कि मैं आज बाणी दे अच्छी विचार तो मैंने समझ आने शुरू हो गए, कल रब तुम छला कर देवे, रब की करेगा? जोर ना सुरती, जे तेरे को रब ओ तेरी सत्या जीवन रूप सत्या खिच ले, की कर लेगा? जोर ना जीवन मरण ना जोर, जोर ना राह पाओ तेरे विच। जे तू चंगे काम करना भी पैना, मेरे ख्याल नाल गुरबानी दी चाल हमेशा, जे तेरे मन विच ए रत्ता मात्र भी जे फुरना आ गया ना कि मैं करना शुरू कर दिता है और वो फलाना बंदा नहीं करदा पिया, वो गंदा है, वो माड़ा है, उन्होंने समझ नहीं है, मैं सियाना वां, मैनू को जो द मोमेंट साडे मन विच वो चीज आएगी ना, तू सारा किता कराए ना, सारे इस तो तेरा वो जीरो कह ला या नेगेटिव वो चले जाएगा। ਤੇ ਮੇਰੇ ਖਿਆਲ ਨਾਲ ਉਸ ਪ੍ਰਥਾ ਜਿਹੜੇ ਸ਼ਬਦ ਕਹੇ ਜਾ ਰਹੇ ਨੇ, ਮਤਾ ਕੋਈ ਬੰਦਾ ਸਮਝੇ ਕਿ ਮੈਂ ਬੜਾ ਸਿਆਣਾ ਹੋ ਗਿਆ ਵਾਂ, ਜਾਂ ਵੀ ਇਹਦੇ ਉਸ ਮਾਲਕ ਦੀ ਆਪਣੇ ਵੀ ਸਾਰੇ ਸਾਡੇ ਜੀਵਨ ਦੀ ਕਿਰਿਆ ਉਹ ਹੀ ਹੋਵੇ ਕਿ ਅਸੀਂ ਰੱਬ ਨੂੰ ਪਾ ਜਾਈਏ। ਮੇਰੇ ਸਾਹਮਣੇ ਇਸ ਪ੍ਰਥਾ ਇਹ ਸ਼ਬਦ ਚੱਲਦਾ ਪਿਆ। ਹਾਂਜੀ ਵੀਰ ਜੀ। ਹਰਵਿੰਦਰ ਵੀਰ ਜੀ, ਇੱਕ ਪੱਖ ਆਪ ਜੀ ਨੇ ਰੱਖਿਆ ਹੈ, ਇੱਕ ਪੱਖ ਨਾਲ ਦੇ ਨਾਲ ਇੱਕ ਪੱਖ ਹੋਰ ਵੀ ਸਮਝ ਆਉਂਦਾ ਹੈਗਾ ਕਿ ਦੁਨਿਆਵੀ ਤੌਰ ਤੇ ਅਸੀਂ ਜਿਹੜਾ ਕਿਸੇ ਨੂੰ ਮੂਰਖ ਜਾਂ ਕਿਸੇ ਨੂੰ ਸਿਆਣਾ ਕਿਸ ਨੂੰ ਕਹਿੰਦੇ ਹੈਗੇ, ਦੁਨਿਆਵੀ ਤੌਰ ਤੇ ਜੋ ਚਲਾਕੀਆਂ ਬਹੁਤੀ ਕਰਦਾ ਹੈਗਾ ਅਸੀਂ ਕਹਿੰਦੇ ਆ ਬੜਾ ਸਿਆਣਾ ਹੈ। ਦੁਨਿਆਵੀ ਤੌਰ ਤੇ ਜੋ 4 ਪੈਸੇ ਕਮਾਉਣ ਲੱਗ ਪੈਂਦਾ ਹੈਗਾ ਅਸੀਂ ਕਹਿੰਦੇ ਆ ਬਹੁਤ ਸਿਆਣਾ ਹੈਗਾ। ਪਰ ਜਿਹੜਾ ਇੰਝ ਸਮਝ ਲਈਏ ਸਤਿਗੁਰੂ ਦਾ ਜਿਹੜਾ ਪੱਖ ਹੈ ਔਰ ਦੁਨਿਆਵੀ ਪੱਖ ਹੈਗਾ, ਉਹ ਦੋਨੋਂ ਉਲਟ ਪੱਖ ਚੱਲਦੇ ਹੈਗੇ ਹਨ। ਦੁਨਿਆਵੀ ਤੌਰ ਤੇ ਅਸੀਂ ਕਿਸੇ ਨੂੰ ਮੂਰਖ ਤੇ ਸਿਆਣੇ ਦਾ ਲੇਬਲ ਕਰ ਦਿੰਦੇ ਹੈਗੇ, ਦੁਨਿਆਵੀ ਤੌਰ ਤੇ ਅਸੀਂ ਕਹਿ ਦਿੰਦੇ ਹਾਂ ਕਿ ਫਲਾਣਾ ਮੂਰਖ ਹੈ, ਫਲਾਣਾ ਸਿਆਣਾ ਹੈਗਾ। ਪਰ ਗੁਰੂ ਸਾਹਿਬ ਕਹਿ ਰਹੇ ਹੈਗੇ ਕਿ ਨਹੀਂ, ਨਾ ਕੋ ਮੂਰਖ ਨਾ ਕੋ ਸਿਆਣਾ, ਸਭ ਕੋ ਵਰਤੇ ਤੇਰਾ ਪਾਣਾ। ਮੈਂ ਮਾਫੀ ਚਾਹੁੰਦਾ ਕਰ ਪੰਕਤੀ ਥੋੜੀ ਗਲਤ ਉਚਾਰਨ ਕਰ ਰਿਹਾ ਹੈਗਾ ਕਿ ਸਭ ਕੁਝ ਤੇਰੇ ਪਾਣੇ ਵਿੱਚ ਹੀ ਵਰਤ ਰਿਹਾ ਹੈਗਾ, ਤੇਰੇ ਪਾਣੇ ਦੇ ਅੰਦਰ ਹੀ ਹੋ ਰਿਹਾ। ਜੀ ਭਵਿੰਦਰ ਵੀਰ ਜੀ, ਇਹਨੂੰ ਹੋਰ ਥੋੜਾ ਜਿਹਾ ਆਪ ਜੀ ਹੋਰ ਖੋਲ ਕੇ ਜਿਹੜਾ ਹੈਗਾ ਆਪ ਹੋਰ ਕਲੀਅਰ ਕਰ। हाँ जी, ऑडियो जी ਹੁਣ ਆ ਰਹੀ ਆਵਾਜ਼। ਬਹੁਤ ਸਿੰਪਲ ਹੈ ਔਰ ਤੁਸੀਂ ਦੋਵਾਂ ਨੇ ਬਹੁਤ ਅੱਛਾ ਬਿਆਨ ਕਰ ਦਿੱਤਾ ਹੈ। ਅਸੀਂ ਸਰੀਰਕ ਤੌਰ ਤੇ ਕਿਸੇ ਮਨੁੱਖ ਨੂੰ ਲੇਬਲ ਨਹੀਂ ਕਰ ਸਕਦੇ ਆ। ਜਪਜੀ ਨੇ ਮੈਨੂੰ ਇਹ ਸਿਖਾਇਆ ਕਿ ਪੁੰਨੀ ਪਾਪੀ ਆਖਣ, ਇਹ ਲੇਬਲ ਨਹੀਂ ਕਰਨਾ। ਪੁੰਨੀ ਪਾਪੀ ਆਖਣ ਨਾ ਹੈ, ਤੂੰ ਕਿਸੇ ਨੂੰ ਲੇਬਲ ਨਾ ਲਾਇਆ ਕਰ। ਦੂਜੀ ਗੱਲ, ਇਸ ਦੁਨੀਆ ਵਿੱਚ ਜਿਹੜਾ ਬੰਦਾ ਸਾਡੇ ਖਿਆਲਾਂ ਦਾ ਨਹੀਂ ਨਾ ਹੁੰਦਾ, ਜਿਹੜਾ ਸਾਨੂੰ ਚੰਗਾ ਨਹੀਂ ਲੱਗਦਾ ਜਾਂ ਸਾਡੇ ਖਿਆਲ ਮੰਨਦਾ ਨਹੀਂ ਜਾਂ ਸੁਣਦਾ ਨਹੀਂ ਔਰ ਵਿਚਾਰਾਂ ਕਰਨ ਤੋਂ ਬਾਵਜੂਦ ਵੀ ਨਹੀਂ ਮੰਨਦਾ, ਤਾਂ ਆਮ ਤੌਰ ਤੇ ਦੁਨੀਆ ਕਹਿ ਦਿੰਦੀ ਹੈ ਉਹ ਮੂਰਖ ਹੈ। ਲੋ ਬਾਣੀ ਚ ਆਇਆ ਨਾ, ਮੂਰਖ ਹੈ ਨਾਲ ਨਾਲ ਲੁੱਟੀਏ। ਅਸੀਂ ਬੜੀ ਤਿਉੜੀ ਚੜਾ ਕੇ ਨਾ ਉਹਦੇ ਬਾਰੇ ਇਤਨਾ ਨਫ਼ਰਤ ਭਰਿਆ ਸਟੇਟਮੈਂਟ ਦੇ ਦਿੰਦੇ ਹਾਂ। ਮੂਰਖ ਹੈ ਮੇਰਾ ਮਨ ਜਦੋਂ ਅਗਿਆਨਤਾ ਵਸ ਹੁੰਦਾ ਹੈ। ਅੱਛਾ, ਇਸ ਤੋਂ ਇਲਾਵਾ ਦੁਨੀਆ ਵਿੱਚ ਕੋਈ ਵੀ ਮਨੁੱਖ ਨਾ ਸਿਆਣਾ ਹੈ ਨਾ ਮੂਰਖ ਹੈ। ਮੈਂ ਸਿਰਫ ਉਸ ਟਰਮ ਨੂੰ ਸਮਝ ਰਿਹਾ। ਇਹ ਗੱਲ ਵੱਖਰੀ ਹੈ ਕਿ ਉਸ ਸ਼ਬਦ ਦੀ ਡਿਟੇਲ ਅਤੇ ਫਿਰ ਉਸ ਦੀ ਵਿਚਾਰ, ਇਟ ਟੇਕਸ ਮੈਨੀ ਡੇਜ਼ ਮੰਥਸ ਟੂ ਅੰਡਰਸਟੈਂਡ ਕੈਮਿਸਟਰੀ, ਕਿਉਂਕਿ ਉਹਦੇ ਅਗਲੇ ਪਿਛਲੇ ਸ਼ਬਦ ਵੀ ਦੇਖਾਂਗੇ। ਫਿਲਹਾਲ ਅਸੀਂ ਇਤਨਾ ਸਮਝ ਸਕਦੇ ਹਾਂ ਕਿ ਕੁਦਰਤ ਦਾ ਨਿਯਮ ਹੈ। ਫਰਜ਼ ਕਰੋ ਮੈਂ ਬਚਪਨ ਵਿੱਚ ਗੁਰਦੁਆਰੇ ਲੰਗਰ ਪਕਾਉਣ ਜਾਂਦਾ ਸੀ ਤੇ ਲੱਕੜਾਂ ਪਾਉਂਦੇ ਸੀ ਥੱਲੇ ਲੋਹ ਦੇ, ਤੇ ਮੈਂ ਆਪਣੀ ਮਦਰ ਦੇ ਨਾਲ ਜਾਂਦਾ ਸੀ ਤੇ ਮੈਂ ਵੀ ਉਹ ਲੈ ਕੇ ਲੰਬੀ ਜੀ ਉਹਨੂੰ ਕਹਿ ਲਓ ਕੜਛਾ ਜਿਹਾ, ਉਹਦੇ ਨਾਲ ਫੁਲਕਾ ਪਰਤਾਉਂਦਾ ਸੀ, ਸਭ ਕੁਝ ਕਰਦਾ ਸੀ। ਫਲਿਪ ਕਰਦੇ ਨੇ ਫੁਲਕੇ ਨੂੰ, ਤਾਂ ਉਹ ਕਈ ਵਾਰੀ ਨਾ ਉਹ ਆ ਕੇ ਨਾ ਦੇਖਦੇ ਸਨ ਕਿ ਇੱਕ ਪਾਸੇ ਫੁਲਕੇ ਸੜ ਗਏ ਨੇ ਔਰ ਇੱਕ ਪਾਸੇ ਫੁਲਕੇ ਕੱਚੇ ਰਹਿ ਗਏ ਨੇ। ਸੋ ਜਿਹੜਾ ਸਿਆਣਾ ਸੀ ਨਾ, ਉਹ ਆ ਕੇ ਕਹਿੰਦਾ ਸੀ ਇਸ ਪਾਸੇ ਤਾ ਘੱਟ ਹੈ, ਇਸ ਪਾਸੇ ਤਾ ਜ਼ਿਆਦਾ ਹੋ ਗਿਆ। ਉਹ ਥੱਲੇ ਨਾ ਲੱਕੜਾਂ ਦਾ ਬੈਲੈਂਸ ਕਰਨ ਦੀ ਕੋਸ਼ਿਸ਼ ਕਰਦਾ ਸੀ। ਉਹ ਕੁਦਰਤ ਦੇ ਨਿਯਮ ਵਿੱਚ
ਲਿਆਂਦਾ ਸੀ, ਲੇਕਿਨ ਕੁਦਰਤ ਦੇ ਦੋ ਨਿਯਮ ਪਹਿਲਾਂ ਹੀ ਵਾਪਰ ਰਹੇ ਸਨ। ਇੱਕ, ਜਿਸ ਪਾਸੇ ਸੇਕ ਜ਼ਿਆਦਾ ਹੋ ਗਿਆ ਉਸ ਪਾਸੇ ਫੁਲਕੇ ਸੜ ਗਏ ਸਨ, ਜਿਸ ਪਾਸੇ ਸੇਕ ਪੂਰਾ ਨਹੀਂ ਸੀ ਹੋਇਆ ਉਸ ਪਾਸੇ ਫੁਲਕੇ ਕੱਚੇ ਰਹਿ ਗਏ ਸਨ। ਇਹ ਕੁਦਰਤ ਦਾ ਨਿਯਮ ਹੈ, ਇਹ ਸਿਸਟਮ ਹੈ। ਜਿਹੜਾ ਮਨੁੱਖ ਮਨ ਕਰਕੇ ਸੱਚ ਨੂੰ ਸਮਝ ਨਹੀਂ ਰਿਹਾ ਹੈ, ਅਸੀਂ ਉਹਨੂੰ ਲੇਬਲ ਤਾਂ ਨਹੀਂ ਕਰ ਸਕਦੇ ਕਿ ਉਹ ਮੂਰਖ ਹੈ, ਪਰ ਹਰ ਕੋਈ ਆਪਣੇ ਬਾਰੇ ਸੋਚੇ। ਜੇ ਮੈਂ ਮਨ ਕਰਕੇ ਮੂਰਖ ਹਾਂ ਤਾਂ ਇਹ ਕੁਦਰਤ ਦੇ ਨਿਯਮ ਵਿੱਚ ਗੱਲ ਇੰਜ ਵਾਪਰਦੀ ਹੈ ਕਿ ਮੈਂ ਬਚਪਨ ਤੋਂ ਜਿਹੜੇ ਖਿਆਲ ਐਕੂਮੂਲੇਟ ਕੀਤੇ ਹੋਏ ਨੇ ਉਹਨਾਂ ਦਾ ਮੁਜਸਮਾ ਹੀ ਤੇ ਹਾਂ ਮੈਂ, ਤਾਂ ਮੈਂ ਮੂਰਖਾਂ ਵਾਲੇ ਖਿਆਲ ਐਕੂਮੂਲੇਟ ਕਰ ਲੈਨੇ। ਮੈਂ ਢੀਠ ਹੋ ਗਿਆ। ਨਾਨਕ ਸੇਨਰ ਅਸਲ ਖਰ ਖੋਤੇ, ਜੇ ਬਿਨ ਗੁਣ ਗਰਭ ਕਰਨ ਤੇ ਮੈਂ ਐਵੇਂ ਹੀ ਹੰਕਾਰ ਕਰੀ ਜਾਂਦਾ। ਬਸ ਇਸ ਤਰੀਕੇ ਦੇ ਨਾਲ ਅਸੀਂ ਸਮਝਣਾ ਹੈ, ਪਰ ਇਹਦੇ ਚੋਂ ਅਸੀਂ ਫਿਲਹਾਲ ਅੱਜ ਇਤਨਾ ਹੀ ਗੁਣ ਪਿਕਅਪ ਕਰਨਾ ਹੈ। ਅਸੀਂ ਕਿਸੇ ਮਨੁੱਖ ਨੂੰ ਮੂਰਖ ਨਹੀਂ ਕਹਿਣਾ, ਔਰ ਮੂਰਖ ਨਾਲ ਨਾ ਲੁਝੀਏ। ਕਿਸੇ ਮਨੁੱਖ ਵਾਸਤੇ ਪੰਕਤੀ ਨਹੀਂ ਵਰਤਣੀ ਹੈ। ਜਦੋਂ ਮੈਂ ਆਪਣੇ ਮਨ ਦੇ ਬਾਰੇ ਸੋਚਦਾ ਹਾਂ, ਇਹ ਮੈਨੂੰ ਮੰਦੇ ਖਿਆਲ ਦਿੰਦਾ ਹੈ, ਤਾਂ ਉਸ ਅਵਸਥਾ ਨੂੰ ਅਸੀਂ ਸਮਝਣਾ ਮੂਰਖ ਨਾਲ ਨਾ ਲੁਝੀਏ। ਕਿਸੇ ਮਨੁੱਖ ਤੇ ਲੇਬਲ ਨਹੀਂ ਕਰਨਾ। ਸੋ ਕੁਦਰਤ ਦੇ ਨਿਯਮ ਵਿੱਚ ਜੇ ਉਹ ਮਨੁੱਖ ਆਪਣਾ ਅਵਗੁਣੀ ਜੀਵਨ ਜੀ ਰਿਹਾ ਹੈ ਤਾਂ ਉਸੇ ਫੁਲਕੇ ਸੜੇ ਵਾਂਗੂ ਹੈ ਜਿਸ ਪਾਸੇ ਤ੍ਰਿਸ਼ਨਾ ਦਾ ਸਾੜਾ ਜ਼ਿਆਦਾ ਵੱਧ ਗਿਆ, ਅਵਗੁਣੀ ਖਿਆਲਾਂ ਦਾ ਐਕੂਮੂਲੇਟ ਗੰਦ ਜ਼ਿਆਦਾ ਹੋ ਗਿਆ। ਪਰ ਅਸੀਂ ਕਿਸੇ ਬਾਰੇ ਜਜਮੈਂਟ ਨਹੀਂ ਕਰ ਸਕਦੇ। ਅਲਟੀਮੇਟਲੀ ਮੈਂ ਇਹ ਸਮਝਾਂਗਾ ਮੇਰਾ ਫੁਲਕਾ ਤਾਂ ਸੜਿਆ ਹੈ ਮੇਰੀ ਸੋਚਣੀ ਦਾ, ਕਿਉਂਕਿ ਮੈਨੂੰ ਤ੍ਰਿਸ਼ਨਾ ਦੀ ਅੱਗ ਨੇ ਜ਼ਿਆਦਾ ਸਤਾਇਆ, ਸੜ ਗਿਆ। ਸੋ ਮੈਨੂੰ ਕੁਦਰਤ ਦੇ ਨਿਯਮ ਵਿੱਚ ਮੇਰੀ ਤਪਦੀ ਲੋ ਨੂੰ ਤਪਤ ਕੜਾਹਾ ਬੁਝ ਗਿਆ ਕਰਨਾ ਹੈ, ਤੇ ਤਾਂ ਕਿ ਇਹਦੇ ਵਿਚਕਾਰ ਪ੍ਰੋਪਰ ਢੰਗ ਨਾਲ ਸੁਮਤ ਦਾ, ਸੰਤੋਖ ਦਾ ਭੋਜਨ ਦੇ ਫੁਲਕੇ ਪੱਕ ਸਕਣ। ਅੱਜ ਦੇ ਸ਼ਬਦ ਵਿੱਚ ਉਹਨੂੰ ਅਸੀਂ ਭੁਗਤ ਕੇ ਆਣਾ, ਉਹ ਵਾਲੀ ਭੁਗਤ ਦਾ ਖਜ਼ਾਨਾ, ਖਾਣਾ ਰੋਟੀ ਭੋਜਨ ਪੱਕ ਸਕੇ। ਮੈਨੂੰ ਮੂਰਖ ਤੋਂ ਸਿਆਣਾ ਬਣਨਾ ਹੈ। जी जी ਵੀਰ ਜੀ, ਬੜੇ ਖੂਬਸੂਰਤ ਐਗਜ਼ਾਮਪਲ ਦੇ ਕੇ ਆਪ ਜੀ ਨੇ ਜਿਹੜਾ ਹੈਗਾ ਤ੍ਰਿਸ਼ਨਾਵਾਂ ਦਾ ਆਪ ਜੀ ਨੇ ਸਮਝਾਣਾ ਕੀਤਾ। ਸੁਖਵਿੰਦਰ ਵੀਰ ਜੀ, ਆਪ ਜੀ ਵੀ ਕੁਝ ਦੋ ਅੱਖਰ ਕਹਿ ਦਿਓ ਇਸ ਬਾਬਤ। जी सुखविंदर वीर जी, आवाज नहीं आ रही आप जी की। ਸੁਖਵਿੰਦਰ ਵੀਰ ਜੀ, ਅਜੇ ਵੀ ਆਵਾਜ਼ ਨਹੀਂ ਆ ਰਹੀ ਆਪ ਜੀ ਦੀ। शायद वो हैगे नहीं, उन्होंने वीडियो भी ऑफ की हुई है। नेक्स्ट क्वेश्चन ले लिए तजिंदर सिंह जी जी जी, नेक्स्ट क्वेश्चन ले जी। तजिंदर सिंह ਵੀਰ ਜੀ, अपनी ऑडियो ऑन करके प्लीज क्वेश्चन पुट ऑन कर लो ਵੀਰ ਜੀ। ਹਾਂਜੀ ਵੀਰ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਿਵੇਂ ਸੁਖਵਿੰਦਰ ਵੀਰ ਜੀ ਨੇ ਹੁਣੇ ਅਰਜਨ ਪਦ ਨੂੰ ਬਿਆਨ ਕੀਤਾ ਸੀ, ਉਵੇਂ ਸ਼ਾਇਦ ਇੱਕ ਸ਼ਬਦ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹਿ ਆਇਓ। ਇਦਾਂ ਥੋੜਾ ਜਿਹਾ ਹੋਰ ਵਿਸਤਾਰ ਨਾਲ ਅਗਰ ਰਿਲੇਟ ਕਰ ਸਕੀਏ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਵਿੰਦਰ ਵੀਰ ਜੀ, ਤੁਸੀਂ ਵਿਚਾਰ ਚਾਲੂ ਕਰੋ, ਉਸ ਤੋਂ ਬਾਅਦ ਸੁਖਵਿੰਦਰ ਵੀਰ ਜੀ ਸ਼ਾਇਦ ਕਿੱਥੇ ਬਿਜ਼ੀ ਨੇ, ਆ ਜਾਣਗੇ ਵਾਪਸ। ਸ਼ਬਦ ਡਿਸਪਲੇ ਤੇ ਕਰ ਦਿੰਦੇ। ਜਿਸ ਲਾਈਨ ਨਾਲ ਸੁਖਵਿੰਦਰ ਜੀ ਸਮਝਾ ਰਹੇ ਨੇ ਉਹ ਤੇ ਉਹ ਐਕਸਪਲੇਨ ਕਰ ਪਾਵਾਂਗੇ। ਆਈ ਥਿੰਕ ਮੈਨੂੰ ਤਾਂ ਜੋ ਸਮਝ ਆਉਂਦੀ ਪਈ ਹੈ ਕਿ ਜਿਨ੍ਹਾਂ ਨੇ, ਅਸੀਂ ਜਦੋਂ ਗੁਰੂ ਨਾਨਕ ਕਹਿੰਦੇ ਆ ਨਾ, ਅਸੀਂ ਕਹਿੰਦੇ ਆ ਨਿਊਟਨਸ ਲਾਅ। ਨਿਊਟਨ ਦਾ ਲਾਅ ਨਿਊਟਨ ਦਾ ਪੈਦਾ ਕੀਤਾ ਹੋਇਆ ਨਹੀਂ ਹੈ। ਨਿਊਟਨ ਨੇ ਜੋ ਲਾਅ ਆਫ ਨੇਚਰ ਸੀ, ਆਫ ਗ੍ਰੈਵਿਟੀ ਕਹਿ ਲਓ, ਐਕਸ਼ਨ ਐਂਡ ਰਿਐਕਸ਼ਨ ਆਰ ਇਕੁਅਲ ਐਂਡ ਆਪੋਜ਼ਿਟ, ਉਹਨੇ ਉਹ ਹੁਕਮਾਂ ਦੇ ਨਾਲ ਸਾਡੀ ਸਾਂਝ ਪਾਈ। ਅਸੀਂ ਉਹਨੂੰ ਕਹਿੰਦੇ ਆ ਇਹ ਗੁਰੂ ਨਾਨਕ ਹੈ। ਗੁਰੂ ਨਾਨਕ ਜਿਹਨੂੰ ਸੁਣਿਆ ਵੇਖਿਆ। ਹੁਣ ਗੁਰੂ ਨਾਨਕ ਐਜ਼ ਅ ਪਰਸਨ ਤੇ ਨਹੀਂ ਨੇ। ਜਿਹਦੇ ਜੋ ਗੁਰੂ ਨਾਨਕ ਦੀਆਂ ਜੋ ਗੱਲਾਂ ਸਨ, ਜੋ ਸਿਧਾਂਤ ਸਨ, ਉਹਨਾਂ ਨੇ ਉਹਨੂੰ ਜਿਹਨੂੰ ਦੇਖਿਆ, ਜੋ ਰੱਬੀ ਨਿਯਮ, ਜਿਹੜੇ ਨਿਯਮ ਉਹ ਸਾਡੀ ਸਾਂਝ ਪਾਉਂਦੇ, ਮੇਰੇ ਫਰੀਦਾ ਬੁਰੇ ਦਾ ਭਲਾ ਕਰ। ਹੁਣ ਇਹ ਕੋਈ ਟੈਂਜੀਬਲ ਤੇ ਹੈ ਨਹੀਂ। ਇਹਨਾਂ ਨੂੰ ਕੋਈ ਬੰਦਾ ਇਹਨਾਂ ਤੋਂ ਕਹੇਗਾ ਮੈਨੂੰ ਪ੍ਰਮਾਣ ਦੱਸ ਵੀ ਤੈਨੂੰ ਤੂੰ ਕਿਹਦਾ ਬੁਰਾ ਕੀਤਾ, ਕਿਹਦਾ ਬੁਰਾ ਹੋ ਗਿਆ, ਤੇ ਦੇ ਆਰ ਨੋਟ ਟੈਂਜੀਬਲ। ਲੇਕਿਨ ਗੁਰੂ ਜਾਣਦਾ ਹੈ, ਗੁਰੂ ਜਾਣਦਾ ਹੈ। ਗੁਰੂ ਤੇਰੇ ਭਲਾਈ ਵਾਸਤੇ ਫਰੀਦਾ ਬੁਰੇ ਦਾ ਭਲਾ ਕਰ, ਜਾਂ ਜਿਸ ਅੰਤਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਈ ਭਲਾ। ਜੇ ਤੂੰ ਆਪਣਾ ਭਲਾ ਚਾਹੁੰਦਾ ਹੈ, ਤਾਤ ਪਰਾਈ ਖਤਮ। ਤਾਤ ਪਰਾਈ ਦਾ ਮਤਲਬ ਕਿਸੇ ਹੋਰ ਵਾਸਤੇ ਸਾਲਾ ਰੱਖਣਾ, ਈਰਖਾ ਰੱਖਣਾ ਆਪਣੇ ਮਨ ਵਿੱਚ।
ਤੇ ਉਹ ਜਿਹੜਾ ਗੁਰ ਅਰਜਨ ਜਿਨ ਸੁਣਿਆ ਪੇਖਿਆ ਤੇ ਫਿਰ ਗਰਭਾਸ ਨਾ ਜਿਨੇ ਗੁਰੂ ਅਰਜਨ ਦੇਵ ਜੀ ਨੇ ਜੋ ਰੱਬੀ ਸਿਧਾਂਤਾਂ ਦੀ ਸਾਂਝ ਸਾਡੇ ਨਾਲ ਪਾਈ, ਜਿਸਨੇ ਉਹਦੇ ਦਰਸ਼ਨ ਕਰ ਲਿੱਤੇ ਨਾ, ਉਹ ਫਿਰ ਵਿਕਾਰਾਂ ਦੇ ਕਾਰਨ, ਜਮਾਂ ਦੇ ਕਾਰਨ ਉਹਦੀ ਘੜੀ ਘੜੀ ਆਤਮਕ ਮੌਤ ਹੋ ਕੇ ਉਹ ਵੱਖ-ਵੱਖ ਜੁਨੀਆਂ ਨਹੀਂ ਭੋਗੇਗਾ, ਫਿਰ ਗਰਭਾਸ ਨਾ ਭਰਿਆ ਰਹੇ। ਉਹ ਜਿਹੜਾ ਵੱਖ-ਵੱਖ ਅੰਤਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੇ ਜੇ ਮਰ ਕੇ ਸ਼ੂਕਰ ਜੋਨ ਵੱਲ ਉਤਰੇ ਵਾਲਾ ਉਹ ਸੂਰਾ ਹਰ ਕਰਤੂਤ ਪਸ਼ੂ ਕੀ ਮਾਨਸ ਯਾਦ ਕਰਨਾ ਸ਼ੁਰੂ ਹੋ ਜਾਂਦਾ ਸੀ। ਲੇਕਿਨ ਜਿਸਨੇ ਅਰਜਨ ਗੁਰੂ ਨੂੰ ਸੁਣ ਲਿੱਤਾ, ਪਾਓ ਅਰਜਨ ਗੁਰੂ ਦੇ ਸਿਧਾਂਤ ਹੈ, ਸਿਧਾਂਤ ਸਾਰੇ ਰੱਬੀ ਨੇ। ਗੁਰੂ ਕਿਤੇ ਵੀ ਨਹੀਂ ਦਾਵਾ ਕਰਦੇ ਪਏ ਕਿ ਇਹ ਮੇਰੇ ਸਿਧਾਂਤ ਤੋਂ ਕਹਿੰਦਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਧੁਰ ਕੀ ਬਾਣੀ ਆਈ ਇਹ ਅੱਖਰ ਤੈਨੇ ਆਖਿਆ ਜਿਨ ਜਗਤ ਉਪਾਇਆ। ਗੁਰੂ ਕਿਤੇ ਵੀ ਨਹੀਂ ਕਹਿੰਦਾ ਪਿਆ ਕਿ ਇਹ ਮੇਰੇ ਸਿਧਾਂਤ ਨੇ, ਇਹ ਹੈ ਰੱਬੀ ਸਿਧਾਂਤ। ਸਤਪੁਰਖ ਜਿਨ ਜਾਣਿਆ ਸਤਗੁਰ ਤਿਸਕਾ ਨਾਮ। ਸਤਪੁਰਖ ਨੂੰ ਜੋ ਪੂਰਨ ਡਿਟੇਲਸ ਵਿੱਚ ਜਾਣਦਾ ਹੋਵੇ ਉਹ ਹੀ ਸਤਿਗੁਰੂ ਹੈ। ਤੇ ਉਹਨਾਂ ਦੇ ਪ੍ਰਗਟ ਕੀਤੇ ਹੋਏ ਨਿਯਮ ਜਿਹੜੇ ਨੇ ਨਾ, ਅਸੀਂ ਉਹਨੂੰ ਜਸਟ ਲਾਈਕ ਨਿਊਟਨਸ ਲਾਅ, ਨਿਊਟਨ ਦਾ ਲਾਅ ਨਿਊਟਨ ਦਾ ਪੈਦਾ ਕੀਤਾ ਹੋਇਆ ਨਹੀਂ ਹੈ, ਗ੍ਰੈਵਿਟੀ ਦਾ। ਹਵਿੰਦਰ ਜੀ ਇੱਕ ਨਾ ਕੁਐਸਚਨ ਨਾਲ ਹੀ ਆਇਆ ਹੋਇਆ ਜਿਹੜਾ ਤੁਸੀਂ ਹੁਣੇ ਵਿਚਾਰ ਵੀ ਕੀਤੀ ਹੈ, ਫਰੀਦਾ ਭੁੱਲੇ ਦਾ ਭਲਾ ਕਰ, ਉਸ ਬਾਬਤ ਵੀ ਥੋੜੀ ਖੁੱਲ ਕੇ ਵਿਚਾਰ ਕਰੋ। ਨੈਕਸਟ ਕੁਐਸਚਨ ਹਾਂ, ਮੈਂ ਉਹਨੂੰ ਨਾਲ ਪੜ੍ਹ ਲਿੱਤਾ, ਮੈਂ ਤਾਂ ਹੀ ਉਹਨੂੰ ਕੋਡ ਵੀ ਕੀਤਾ ਵੀ ਉਹਨੇ ਰੱਬੀ ਨਿਯਮ ਹੈ ਨਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਝ ਪਾ। ਉਹਨੇ ਰੱਬੀ ਨਿਯਮ ਹੈ ਫਰੀਦਾ ਬੁਰੇ ਦਾ। ਜੇ ਤੂੰ ਚਾਹਨਾ ਨਾ, ਹੁਣ ਇਹ ਟੈਂਜੀਬਲ ਨਹੀਂ ਹੈ, ਲਾਅ ਆਫ ਗ੍ਰੈਵਿਟੀ ਮੈਜਰ ਕੀਤੀ ਜਾ ਸਕਦੀ ਹੈ। ਅਸੀਂ ਕਹਿੰਦੇ ਹਾਂ ਕਿ ਲਾਅ ਆਫ ਨੇਚਰ ਹੈ, ਜਿਹੜੇ ਨੇਚਰ ਦੇ ਲਾਅ ਜਿਹੜੇ ਨੇ ਨਾ, ਦੇ ਕੈਨ ਵੀ ਉਹਨਾਂ ਦਾ ਫੋਰਸ ਹੈ, ਉਹਨਾਂ ਦਾ ਉਹ 9.8 kg ਹੈ, ਜੋ ਵੀ ਹੈ ਉਹਦੇ ਯੂਨਿਟਸ ਵੀ ਨੇ, ਸਭ ਕੁਝ ਹੈ। ਹੁਣ ਇਹ ਜਿਹੜੇ ਰੱਬੀ ਨਿਯਮ ਨੇ ਨਾ, ਇੱਕ ਕਹਿ ਲਓ ਨਾ, ਇੱਕ ਸਪਿਰਿਚੁਅਲ ਲਾਅਸ ਨੇ, ਇੱਕ ਹੈ ਦੋਨੋਂ ਰੱਬ ਨੇ ਕੁਦਰਤ ਨੂੰ ਜੋ ਵੀ ਸੂਰਜ ਚੜੇਗਾ ਉਹ ਇਤਨੇ ਡੁੱਬੇਗਾ, ਇਹ ਉਹਦੇ ਲਾਅਸ ਆਫ ਨੇਚਰ ਹਨ। ਰੱਬ ਦੇ ਕੁਝ ਸਪਿਰਿਚੁਅਲ ਲਾਅਸ ਵੀ ਨੇ। ਹੁਣ ਪਰਤਰੇ ਰੂਪ ਨਾ ਪੇਖੇ ਨੇਤਰ ਜਾਂ ਬੇੜਾ ਅਕਲ ਫਰੀਦਾ ਬੁਰੇ ਦਾ ਭਲਾ ਕਰ, ਜਿਸ ਅੰਤਰ ਤਾਕਤ ਪਰਾਈ ਹੋਵੇ, ਇਹ ਸਾਰੇ ਰੱਬੀ ਨਿਯਮ ਨੇ, ਲੇਕਿਨ ਇਹ ਟੈਂਜੀਬਲ ਨਹੀਂ ਨੇ। ਤੁਹਾਨੂੰ ਗੁਰੂ ਤੇ ਭਰੋਸਾ ਕਰਨਾ ਪਏਗਾ ਇਹਨਾਂ ਦੇ ਪ੍ਰਥਾਈ ਕਿ ਵੀ ਉਹਨੇ ਰੱਬ ਦਾ ਨਿਯਮ ਹੈ ਵੀ ਜੇ ਤੂੰ ਕਹਿੰਦੇ ਵੀ ਮੈਂ ਉਹਦਾ ਭਲਾ ਨਹੀਂ ਕਰਦਾ, ਨਾ ਕਰ, ਤੇਰੀ ਮਰਜ਼ੀ ਆ, ਲੇਕਿਨ ਉਹ ਨਿਯਮਾਂ ਦੇ ਅਧੀਨ। ਅਸੀਂ ਕਹਿੰਦੇ ਵੀ ਮੈਂ ਟੈਕਸ ਨਹੀਂ ਪੇ ਕਰਦਾ, ਨਾ ਪੇ ਕਰ। ਜਦੋਂ ਡੰਡਾ ਪਏਗਾ, ਜਦੋਂ ਸਰਕਾਰ ਆ ਕੇ ਦੇ ਕੋਲ ਹਿਸਾਬ ਮੰਗੇਗੀ, ਤਾਂ ਤੈਨੂੰ ਉਹ ਕਹਿੰਦਾ ਲੇਖਾ ਦੇਣਾ ਸੁਹੇਲਾ, ਜੋ ਦਿਲ ਸੂਚੀ ਹੋਏ ਤੇ ਸੱਚੇ ਦਰਬਾਰ ਮੇ ਪੱਲਾ ਨਾ ਪਕੜੇ ਕੋਏ। ਉੱਥੇ ਤੂੰ ਕੋਈ ਵਕੀਲ ਕਰ ਲੇਗਾ, ਇੱਥੇ ਤੂੰ ਰਿਸ਼ਵਤ ਦੇ ਸਕਣਾ, ਰੱਬ ਦੀ ਦਰਗਾਹ ਵਿੱਚ ਕੀ ਕਰੇਗਾ? ਤੇ ਗੁਰੂ ਤੈਨੂੰ ਰੱਬੀ ਨਿਯਮਾਂ ਦੀ ਸੋਝੀ ਦਿੰਦਾ ਪਿਆ, ਸੁਚੱਜਾ ਜੀਵਨ ਜਾਚ ਕੈਸੀ ਹੈ ਕਿ ਵੀ ਜਿਹੜਾ ਫਰੀਦਾ ਬੁਰੇ ਦਾ ਤੂੰ ਨਾਰਮਲ। ਸਾਡੀ ਟੈਂਡੈਂਸੀ ਕੀ ਹੈ ਕਿ ਯਾਰ ਉਹਨੇ ਕਿਹਾ ਮੈਂ ਤੇ ਉਹਨੂੰ ਛੱਡਣ ਵਾਲਾ ਨਹੀਂ ਹਾਂ, ਮੈਂ ਤੇ ਉਹ ਗੁਰੂ ਕਹਿੰਦੇ ਨਹੀਂ, ਗੁਰੂ ਕਹਿੰਦੇ ਚੇਂਜ ਕਰ। ਗੁਰੂ ਤੁਹਾਡੇ ਥਾਟ ਪ੍ਰੋਸੈਸ ਨੂੰ ਚੇਂਜ ਕਰਦਾ ਪਿਆ ਨਾ, ਐਸੀ ਪ੍ਰਥਾ ਹੀ ਚੇਂਜ ਕਰਦਾ ਪਿਆ। ਹਾਂਜੀ ਵੀਰ ਹਾਂਜੀ ਵੀਰ ਜੀ, ਬੜਾ ਸੋਹਣਾ ਆਪ ਜੀ ਨੇ ਐਗਜ਼ਾਮਪਲ ਦੇ ਕੇ ਜਿਹੜਾ ਗੱਲ ਕੀਤੀ ਹੈ ਨਿਊਟਨ ਲਾਅ ਦੀ, ਉਸ ਦੇ ਨਾਲ ਹੀ ਕਈ ਗੱਲਾਂ ਜੇਕਰ ਅਸੀਂ ਉਸ ਚੀਜ਼ ਨੂੰ ਸਮਝ ਲਈਏ ਨਾ, ਤੇ ਕਈ ਗੱਲਾਂ, ਕਈ ਨਿਯਮ ਕਲੀਅਰ ਹੋ ਜਾਂਦੇ ਹੈਗੇ। ਜਿਹੜਾ ਵਾਹਿਗੁਰੂ ਦਾ ਜਾਪ ਕਰਨਾ ਹੈਗਾ, ਜਿਸ ਤਰ੍ਹਾਂ ਕਈ ਉਸ ਤੇ ਉਲਝ ਜਾਂਦੇ ਨੇ, ਸਿਧਾਂਤ ਕਲੀਅਰ ਕਈਆਂ ਨੂੰ ਜੇਕਰ ਨਹੀਂ ਹੋਇਆ। ਜੇ ਅਸੀਂ ਜਿਹੜੀ ਅਰਦਾਸ ਵੀ ਕਰਦੇ ਹੈਗੇ ਨਾ, ਸਭ ਤੋਂ ਪਹਿਲੇ ਪ੍ਰਥਮ ਅਕਾਲ ਪੁਰਖ ਸਿਮਰ ਕੇ ਗੁਰੂ ਨਾਨਕ ਲਈ ਧਿਆਈ, ਫਿਰ ਅੰਗਦ ਗੁਰ ਤੇ ਅਮਰਦਾਸ, ਸਾਰੇ ਜਗ੍ਹਾ ਤੇ ਸਿਮਰਨ ਦਾ ਜ਼ਿਕਰ ਆ ਰਿਹਾ ਹੈਗਾ। ਲੇਕਿਨ ਸਿਮਰਨਾ ਇਹ ਨਹੀਂ ਕਿ ਅਕਾਲ ਪੁਰਖ ਨੂੰ ਵਾਹਿਗੁਰੂ ਕਰਕੇ ਸਿਮਰਨਾ ਹੈ, ਨਾਨਕ ਨੂੰ ਨਾਨਕ ਜਾਂ ਸ਼੍ਰੀ ਹਰਿਕ੍ਰਿਸ਼ਨ ਕਹੀਏ, ਜਿਸ ਜਿੱਥੇ ਸਭ ਦੁੱਖ ਜਾਏ ਤੇ ਸ਼੍ਰੀ ਹਰਿਕ੍ਰਿਸ਼ਨ ਪੜ੍ਹਨਾ ਸ਼ੁਰੂ ਕਰ ਦਈਏ, ਜਾਂ ਗੁਰੂ ਤੇਗ ਬਹਾਦਰ ਸਿਮਰੀਏ ਘਰ ਨੌ ਨਿਧਾਵੇ ਤਾਏ। ਉਸ ਤੋਂ ਭਾਵੇਂ ਜਿਹੜਾ ਇੱਕ ਰੱਬੀ ਸਿਧਾਂਤ ਚੱਲੀ ਆ ਰਿਹਾ ਹੈ, ਉਸ ਸਿਧਾਂਤ ਨੂੰ ਬੁੱਝ ਕੇ ਉਸ ਸਿਧਾਂਤ ਦੇ ਉੱਤੇ ਟੁਰਨਾ ਕਰੀਏ। ਉਹ ਗੱਲ ਵਾਹਿਗੁਰੂ ਜਪਿਆ, ਰਾਮ ਸਭ ਕੋ ਕਹਿਆ ਰਾਮ ਨਾ ਹੋਏ, ਰਾਮ ਕਿਹਾ, ਰਾਮ ਦੀ ਪ੍ਰਾਪਤੀ ਨਹੀਂ ਹੋ ਜਾਣੀ, ਰਾਮ ਦੇ ਸਿਧਾਂਤ ਤੇ ਟੁਰਿਆ ਰਾਮ ਦੀ ਪ੍ਰਾਪਤੀ ਹੋ ਜਾਣੀ ਹੈ। ਜੇ ਇਸ ਗੱਲ ਨੂੰ ਸਮਝ ਲਈਏ ਤੇ ਸਾਡੀ ਕਈ ਗੱਲਾਂ ਬਿਲਕੁਲ ਕਲੀਅਰ ਹੋ ਜਾਂਦੀਆਂ, ਮੇਰੇ ਖਿਆਲ ਨਾਲ ਸ਼ੀਸ਼ੇ ਵਰਗੀ ਕਲੀਅਰ ਹੋ ਜਾਂਦੀਆਂ ਹੈਗੀਆਂ ਜੀ। ਜਿਹੜੀ ਆਪਾਂ ਸ਼ਬਦ ਵੀ ਕੋਟ ਕਰਨੇ ਆ, ਅੰਤਕਾਲ ਜੋ ਲੜਕੇ ਸਿਮਰੇ, ਕੋਈ ਬੰਦਾ ਕਦੀ ਸੁਣਿਆ ਲੜਕਾ ਬੋਲਦਿਆਂ ਹੋਇਆ? ਅੰਤਕਾਲ ਜੋ ਇਸਤਰੀ ਸਿਮਰੇ, ਕਦੀ ਕਿਸੇ ਨੂੰ ਸੁਣਿਆ ਇਸਤਰੀ? ਉੱਥੇ ਵਰਡ ਸਿਮਰੇ, ਅੰਤਕਾਲ ਜੋ ਲੜਕੇ ਸਿਮਰੇ, ਉਹਨੇ ਆਪਣੇ ਇੰਟਰਸਟ ਆਫ ਹਿਸ ਓਨ ਚਾਈਲਡ ਆਪਣੇ ਦਿਮਾਗ ਵਿੱਚ ਰੱਖਿਆ। ਅੰਤਕਾਲ ਜੋ ਲੜਕੇ ਸਿਮਰੇ, ਅੰਤਕਾਲ ਜੋ ਇਸਤਰੀ ਸਿਮਰੇ,
ਉਹਨਾਂ ਦੀ ਪਹਿਲਾਂ ਉਹਨਾਂ ਦਾ ਇੰਟਰਸਟ ਨੂੰ ਹੀ ਉਹਨੇ ਅੱਗੇ ਰੱਖ ਕੇ ਕੰਮ ਕੀਤਾ ਵਾਲੀ ਗੱਲ ਹੈ। ਰਿਪੀਟੀਸ਼ਨ ਵਾਲੀ ਗੱਲ ਜਿਹੜੀ ਹੈ ਗੁਰਮਤ ਟੂ ਸਮ ਐਕਸਟੈਂਟ ਤੁਸੀਂ ਉਹਨੂੰ ਯਾਦ ਕਰਨਾ ਚਾਹੁੰਦੇ ਹੋ, ਮੈਮੋਰਾਈਜ਼ ਕਰਨਾ ਚਾਹੁੰਦੇ ਹੋ, ਬੜੀ ਚੰਗੀ ਗੱਲ ਹੈ। ਕੋਈ ਜੇ ਬਾਣੀ ਪੜੋਗੇ ਬਾਰ-ਬਾਰ ਨਹੀਂ ਪੜੋਗੇ, ਨਾ ਉਚਾਰਨ ਸਪਸ਼ਟ ਹੋਏਗਾ, ਨਾ ਉਹ ਤੁਹਾਨੂੰ ਮੈਮੋਰਾਈਜ਼ ਹੋਏਗੀ। ਉਸ ਲੈਵਲ ਤੱਕ ਉਹਨੂੰ ਐਜ਼ ਇਨ ਜਸਟ ਲਾਈਕ ਐਨ ਐਜੂਕੇਸ਼ਨ ਸਿਸਟਮ, ਅਸੀਂ ਐਜੂਕੇਸ਼ਨ ਵਾਸਤੇ ਵੀ ਸਾਰੇ ਥਿਓਰਮਸ ਫਾਰਮੂਲਾ ਯਾਦ ਕਰਨੇ ਆ, ਰਟਨੇ ਵੀ ਆ, ਚੰਗੇ ਵੀ ਨੇ, ਕੋਈ ਮਾੜੀ ਗੱਲ ਨਹੀਂ। ਸਾਨੂੰ ਸਕੂਲ ਵਿੱਚ ਸਿਖਾਇਆ ਜਾਂਦਾ 2 ਦਾ ਟੇਬਲ 4 ਦਾ ਟੇਬਲ, ਲੇਕਿਨ ਇਹ ਨਹੀਂ 50 ਸਾਲਾਂ ਤੱਕ ਅਸੀਂ 2 ਦਾ ਟੇਬਲ ਪੜ੍ਹਦੇ ਜਾਈਏ। ਵੀ ਹੈਵ ਟੂ ਮੂਵ ਅਹੈਡ। ਉਹਨੂੰ ਸਿਮਰਨ ਤੋਂ ਪਾਓ, ਉਹਨੂੰ ਚੇਤੇ ਵਿੱਚ ਲੈ ਆਣਾ, ਜਿਹੜਾ ਵੀ ਜੋ ਰਵੀ ਸਿਧਾਂਤ ਨੂੰ ਚੇਤੇ ਵਿੱਚ ਆਣਾ। ਹਾਂਜੀ ਹਾਂਜੀ, ਮੈਂ ਕੁਝ ਜੀ 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 ਇਕਬਾਲ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਲਿਖਿਆ ਗੁਰੂ ਨਾਨਕ ਜਿਨ ਭੇਖਿਆ, ਗੁਰੂ ਨਾਨਕ ਜੀ ਨੇ ਸੁਣਿਆ ਭੇਖਿਆ। ਗੁਰਬਾਣੀ ਦਾ ਮੂਲ ਸਿਧਾਂਤ ਇਹ ਹੈ ਜਿਹੜਾ, ਹੁਣ ਉੱਥੇ ਗੁਰੂ ਨਾਨਕ ਨੂੰ ਰਾਰੇ ਦੀ ਔਂਕੜ ਵੀ ਹੈ ਤੇ ਨਾਨਕ ਦੇ ਕੱਕੇ ਨੂੰ ਵੀ ਔਂਕੜ ਹੈ। ਉੱਥੇ ਅਰਥ ਬਣਦੇ ਹੈਗੇ ਗੁਰੂ ਨਾਨਕ ਨੇ, ਲੇਕਿਨ ਉੱਥੇ ਜਿਹੜਾ ਸ਼ਬਦ ਹੈਗਾ ਜਿਹਦੇ ਪੁਰਾਤਨ ਪੀੜਾਂ ਦੇਖਦੇ ਆ ਨਾ, ਉੱਥੇ ਨਾਨਕ ਦੇ ਕੱਕੇ ਨੂੰ ਔਂਕੜ ਨਹੀਂ ਹੈਗਾ। ਸ਼ਬਦ ਗੁਰਬਾਣੀ ਤੇ ਕਹਿੰਦੀ ਵੀ ਗੁਰੂ ਦੀ ਗੱਲ ਕਰਦੀ, ਗੁਰੂ ਦੇ ਨਾਲ ਸਿੰਬਲ ਨਾ ਕਿਤੇ ਵੀ ਨਹੀਂ ਲੱਗਦਾ। ਜਿਵੇਂ ਗੁਰੂ ਅਰਜਨ ਭੱਟਾਂ ਦੇ ਸਰੀਰ 'ਚ ਹੈ, ਗੁਰਬਾਣੀ ਦਾ ਸਿਧਾਂਤ ਨਹੀਂ ਹੈ ਕਿ ਗੁਰੂ ਦੇ ਨਾਲ ਨਾਨਕ ਨਾਮ ਸ਼ਬਦ ਜੋੜ ਕੇ ਉਹ ਕਲੀਅਰ ਕੀਤਾ ਜਾਵੇ ਆਹ ਗੁਰੂ, ਬਿਲਕੁਲ ਨਹੀਂ। ਗੁਰਬਾਣੀ ਕਹਿੰਦੀ ਹੈ ਗੁਰੂ। ਇੱਥੇ ਨਾਨਕ ਆਖਦਾ ਕਿ ਜਿਸ ਨੇ ਗੁਰੂ ਨੂੰ ਸੁਣਿਆ ਤੇ ਭੇਖਿਆ ਸੇ ਫਿਰ ਗਿਰਬਾਸ ਨਾ ਭਰਿਆ ਵੇ। ਇੱਥੇ ਸ਼ਬਦ ਇਹ ਬਣੇ, ਪੁਰਾਤਨ ਬੀੜਾਂ 'ਚ ਏਦਾਂ ਹੀ ਹੈ, ਕੱਕੇ ਨੂੰ ਔਂਕੜ ਨਹੀਂ ਹੈ। ਨਾਨਕ, ਇੱਥੇ ਨਾਨਕ ਬਿਲਕੁਲ ਸਹੀ ਔਂਕੜ ਹੈ। ਸਾਚ ਕਹੇ ਬੇਨੰਤੀ, ਜਿਹੜਾ ਵਿਸ਼ਰਾਮ ਨਾਨਕ ਤੇ ਲਾ, ਨਾਨਕ ਸਾਚ ਕਹੇ ਬੇਨੰਤੀ ਸੱਚ ਦੇਵੋ। ਇਸ ਤਰ੍ਹਾਂ ਹੀ ਇਹ ਜਿਹੜਾ ਗੁਰੂ ਪਦ ਦੀ ਪਦਵੀ ਜਿਹੜੀ ਹੈਗੀ ਆ, ਉਹ ਗੁਰੂ ਨਾਨਕ ਨੂੰ ਪ੍ਰਾਪਤ ਹੈ, ਲੇਕਿਨ ਗੁਰੂ ਨਾਨਕ ਨੇ ਕਿਤੇ ਵੀ ਗੁਰੂ ਆਪਣੇ ਆਪ ਨੂੰ ਨਹੀਂ ਜਣਾਇਆ, ਚਾਹੇ ਉਹ ਪਹਿਲੀ ਪਾਤਸ਼ਾਹੀ ਹੈ, ਚਾਹੇ ਪੰਜਵੀਂ ਹੈ, ਚਾਹੇ ਕੋਈ ਵੀ ਆ। ਇਸ ਲਈ ਇਹ ਜਿਹੜੇ ਮੇਰੀ ਖੋਜ ਮੁਤਾਬਕ ਜਦੋਂ ਮੈਂ ਇਹਨਾਂ ਸ਼ਬਦਾਂ ਨੂੰ ਜਿੱਥੇ ਵੀ ਪੰਜਵੇਂ ਪਾਤਸ਼ਾਹ ਦੇ ਜ਼ਿਆਦਾ ਸ਼ਬਦਾਂ ਨੂੰ ਜਿੱਥੇ ਪੰਜਵੇਂ ਪਾਤਸ਼ਾਹ ਨੇ ਗੁਰੂ ਨਾਨਕ ਨੂੰ ਗੁਰੂ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਗੁਰੂ ਪਾਤਸ਼ਾਹ ਨੇ ਨਹੀਂ ਬਣਾਇਆ। ਇਹ ਰਲਗੱਡ ਕੀਤੀ ਗਈ ਹੈ, ਇਹਦੇ ਵਿੱਚ ਸ਼ਬਦਾਂ ਦੀ ਹੇਰ-ਫੇਰ ਕੀਤੀ, ਵਿਆਕਰਨ ਨਿਯਮ ਨੂੰ ਤੋੜ ਕੇ, ਹੋਰ ਕੁਛ ਨਹੀਂ ਕੀਤਾ। ਔਂਕੜ ਲਾਇਆ ਜਾਂ ਸਿਹਾਰੀ ਲਾਤੀ, ਕੰਮ ਬਣ ਗਿਆ। ਜੋ ਬਣਾਉਣਾ ਚਾਹੁੰਦੇ ਸੀ ਉਹ ਬਣਾਉਣਾ ਚਾਹੁੰਦੇ ਸੀ ਵੀ ਦੇਹ ਨੂੰ ਗੁਰੂ ਪ੍ਰਗਟ ਕਰਕੇ ਸਿੱਖਾਂ ਨੂੰ ਦੇਹੀ ਦੇ ਨਾਲ ਜੋੜ ਦਿੱਤਾ ਜਾਵੇ। ਸੋ ਜਦੋਂ ਗੁਰੂ ਨਾਨਕ ਜਿਹਨੇ ਸੁਣਿਆ ਭੇਖਿਆ, ਏਦਾਂ ਦੇ ਹੋਰ ਵੀ 7-8 ਪ੍ਰਮਾਣ ਮੈਂ ਕੱਢੇ ਸੀ ਜਿੱਥੇ ਗੁਰੂ ਨਾਨਕ ਨੂੰ ਗੁਰੂ ਬਣਾਇਆ ਹੈ, ਤੇ ਪਰ ਪੁਰਾਤਨ ਗੁਰਾਂ ਨੇ ਬਿਲਕੁਲ ਨਹੀਂ ਬਣਾਇਆ। ਸੋ ਇਸ ਗੱਲ ਦਾ ਖਿਆਲ ਰੱਖਿਆ ਜਾਵੇ। ਇਹ ਸਿਧਾਂਤ ਹੈ ਵੀ ਗੁਰਬਾਣੀ ਦੇ ਵਿੱਚ ਗੁਰੂ ਦੇ ਨਾਲ ਕੋਈ ਨਾਂ ਐਡੀਸ਼ਨ ਨਹੀਂ ਕੀਤਾ ਜਾ ਸਕਦਾ। ਗੁਰੂ ਅਰਜਨ ਵੀ ਨਹੀਂ ਹੋ ਸਕਦਾ, ਭਾਵਾਂ ਭੱਟਾਂ ਦੇ ਸਰੀਰ 'ਚ ਹੈ, ਗੁਰੂ ਨਾਨਕ ਨੂੰ, ਗੁਰੂ ਅੰਗਦ ਦੇਵ ਨੂੰ, ਗੁਰੂ ਰਾਮਦਾਸ, ਏਦਾਂ ਕਿਤੇ ਵੀ ਸਿਰਫ ਗੁਰੂ ਦੀ ਗੱਲ ਕਰਦਾ ਬਾਣੀ। ਬਾਣੀ ਸਿਰਫ ਕਹਿੰਦਾ ਗੁਰੂ ਨੂੰ, ਜਿਸ ਨੇ ਵੀ ਗੁਰੂ ਨੂੰ ਸੁਣਿਆ ਪਿਆ, ਜਿਹੜਾ ਵੀ ਗੁਰੂ ਦੀ ਸ਼ਰਨ ਪਿਆ, ਜਿਹੜਾ ਵੀ ਗੁਰੂ ਦੇ ਗੁਣਾਂ ਨੂੰ ਆਪਣੇ ਹਿਰਦੇ 'ਚ ਧਾਰਦਾ। ਇਸ ਤਰ੍ਹਾਂ ਹੀ ਸਾਰੇ ਪਾਸੇ ਦਾ ਸਿਧਾਂਤ ਹੈ ਜੀ। ਕਿਸੇ ਵੀ ਸਰੀਰ ਨੂੰ ਨਾਲ ਜੋੜ ਕੇ ਦੱਸਣ ਦੀ ਗੁਰਬਾਣੀ ਨੇ ਕੋਸ਼ਿਸ਼ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਕਬਾਲ ਵੀਰ ਜੀ, ਇੱਕ ਗੱਲ ਹੋਰ ਕਲੀਅਰ ਕਰਿਆ ਜੇ। ਇਹ ਗੱਲ ਆਪ ਜੀ ਨੇ ਬਿਲਕੁਲ ਠੀਕ ਕਹੀ ਹੈ ਕਿ ਗੁਰੂ ਸਾਹਿਬ ਨੇ ਆਪਣੇ ਨਾਲ ਕਦੀ ਗੁਰੂ ਨਹੀਂ ਲਗਾਉਣਾ ਕੀਤਾ। ਤੇ ਫਿਰ ਗੁਰੂ ਅੱਖਰ ਕਦੋਂ ਤੋਂ, ਕੁਛ ਇਹਦੀ ਖੋਜ ਹੈ ਆਪ ਜੀ ਦੀ ਕਿ ਗੁਰੂ ਕਦੋਂ ਤੋਂ ਇਸਤੇਮਾਲ ਹੋਣ ਲੱਗ ਪਿਆ? ਕੁਛ ਇਸ ਬਾਰੇ ਕੁਛ ਜਾਣਕਾਰੀ ਹੈ ਆਪ ਜੀ ਨੂੰ? ਔਰ ਦੂਜੀ ਗੱਲ, ਔਰ ਇੱਕ ਗੱਲ ਹੋਰ ਦੱਸਿਆ ਜੇ, ਜਿਹੜਾ ਅੱਜ ਦਾ ਪਤਾ ਆਖਰੀ ਸੀ ਨਾਨਕ ਸਾਚ ਕਹੇ ਬੇਨੰਤੀ, ਉੱਥੇ ਆਪ ਜੀ ਕਹਿ ਰਹੇ ਹੋ ਕਿ ਔਂਕੜ ਨਹੀਂ ਆਈ? ਨਹੀਂ, ਉੱਥੇ ਤਾਂ ਨਾਨਕ ਕਹਿੰਦਾ ਹੈ, ਜਿੱਥੇ ਇਕੱਲਾ ਇੰਡੀਵਿਜੂਅਲ ਤੌਰ ਤੇ ਨਾਨਕ, ਉੱਥੇ ਬਾਬਾ ਨਾਨਕ, ਉੱਥੇ ਗੁਰੂ ਨਹੀਂ ਨਾ ਸ਼ਬਦ ਹੈ। ਗੁਰੂ ਨਾਨਕ ਤਾਂ ਆਇਆ ਹੀ ਨਹੀਂ ਹੈਗਾ ਜੀ। ਗੁਰੂ ਦੇ ਨਾਲ ਨਾਨਕ ਨਹੀਂ ਲੱਗ ਸਕਦਾ। ਨਾਨਕ ਤਾਂ ਬਹੁਤ ਥਾਂ ਤੇ ਬੋਲਦਾ ਹੀ ਹੈਗਾ। ਨਾਨਕ ਨੀਚ ਵੀ ਔਂਕੜਾ ਹੈ, ਨਾਨਕ ਨੀਚ ਵੀ ਹੈ, ਨਾਨਕ ਦਾਸ ਵੀ ਹੋ ਸਕਦਾ, ਨਾਨਕ ਜਨ ਹੋ ਸਕਦਾ, ਪਰ ਗੁਰੂ ਪਦ ਨਾਨਕ ਦੇ ਨਾਲ ਐਜ਼ ਏ ਬਾਬੇ ਨਾਨਕ ਨੂੰ ਗੁਰੂ ਬਣਾ ਕੇ ਗੁਰਬਾਣੀ ਨੇ ਕਿਤੇ ਪੇਸ਼ ਨਹੀਂ ਕੀਤਾ ਪੁਰਾਤਨ ਬੀੜਾਂ 'ਚ। ਜੀ, ਇਹ ਠੀਕ ਹੋ ਗਿਆ, ਪੁਆਇੰਟ ਕਲੀਅਰ ਹੋ ਗਿਆ। ਔਰ ਦੂਜੀ ਚੀਜ਼ ਆਪ ਜੀ ਦੂਜੇ ਸਵਾਲ ਦਾ ਵੀ ਦੱਸ ਦਿਆ ਜੇ, ਗੁਰੂ ਪਦ ਕਦੋਂ ਤੋਂ ਲੱਗਣਾ ਆਰੰਭ ਹੋਇਆ? ਗੁਰੂ ਪਦ ਬਾਬੇ ਨਾਨਕ ਨੂੰ
जी गुरु साहिबान ਨੂੰ ਗੁਰੂ ਕਦੋਂ ਆਪ ਜੀ ਦੀ ਕੋਈ ਖੋਜ ਹੈ ਇਸ ਬਾਬਤ ਕੀ ਕਦੋਂ ਗੁਰੂ ਪਦ ਜਿਹੜਾ ਹੈਗਾ ਇਹ ਸੰਗਤ ਵੱਲੋਂ ਜਿਹੜਾ ਪਦਵੀ ਸਰੂਪ ਆਖਦੇ ਨੇ ਗੁਰੂ ਨਾਨਕ ਜੀ ਨੇ ਸੁਣਿਆ ਵੇਖਿਆ ਫਿਰ ਗਿਰਵਾਸਨਾ ਪਰਿਆ ਉੱਥੇ ਨਹੀਂ, ਉੱਥੇ ਨਾਨਕ ਆਖਦਾ ਵੇ ਜਿਸਨੇ ਵੀ ਉੱਥੇ ਸ਼ਬਦ ਅਰਥ ਬਣਦਾ ਨਾਨਕ ਇਹ ਨਾਨਕ ਆਖ ਕੇ ਜਿਸਨੇ ਵੀ ਗੁਰੂ ਨੂੰ ਸੁਣਿਆ ਤੇ ਵੇਖਿਆ, ਜਿਸਨੇ ਵੀ ਗੁਰੂ ਨੂੰ ਸੁਣਿਆ ਤੇ ਵੇਖਿਆ ਸੇ ਫਿਰ ਗਿਰਵਾਸਨਾ। ਉੱਥੇ ਇਹ ਬਣਦੇ ਆ ਜੀ ਅਰਥ। ਉੱਥੇ ਇਹ ਨਹੀਂ ਕਿਹਾ ਵੀ ਗੁਰੂ ਨਾਨਕ ਨੂੰ ਹੀ ਜਿਹਨੇ ਸੁਣਿਆ ਵੇਖਿਆ। ਇਹਦਾ ਕੀ ਮਤਲਬ ਹੋ ਗਿਆ? ਇਹ ਤਾਂ ਗੁਰੂ ਦੀ ਗੱਲ ਆ ਜਿਸਨੇ ਕਾਮਨ ਸਾਰੇ ਸੰਸਾਰ ਜਗਤ ਨੇ ਆਪਣੇ ਗੁਰੂ ਨੂੰ ਸੱਚੇ ਗੁਰੂ ਨੂੰ ਜਿਸਨੇ ਵੀ ਸੁਣਿਆ ਵੇਖਿਆ ਹੈ। ਇੱਥੇ ਵਰਲਡ ਵਾਈਡ ਦੀ ਗੱਲ ਹੈ, ਇਕੱਲੇ ਬਾਬੇ ਨਾਨਕ ਨੂੰ ਦੇਖ, ਬਾਬੇ ਨਾਨਕ ਨੂੰ ਤਾਂ ਆਪਣਾ ਉੱਤਰੀ ਭਾਰਤ ਕਹਿ ਲਓ ਜਾਂ ਸਾਰੇ ਨਹੀਂ ਦੇਖ ਸਕਦੇ, ਸਾਰਾ ਸੰਸਾਰ ਨਹੀਂ ਦੇਖਿਆ ਹੋਊਗਾ। ਇਸ ਕਰਕੇ ਗੁਰੂ ਸੱਚੇ ਗੁਰੂ ਨੂੰ ਜਿਸਨੇ ਵੀ ਸੁਣਿਆ ਵੇਖਿਆ। ਗੁਰੂ ਪਦਵੀ ਲਈ ਇਕੱਲਾ ਬਾਬਾ ਨਾਨਕ ਜਾਂ ਆਪਣਾ ਨੌੜ ਉੱਤਰੀ ਖਿੱਤਾ ਨਹੀਂ ਹੈਗਾ। ਗੁਰੂ ਪਦ ਪਤਾ ਨਹੀਂ ਅਕਾਲ ਪੁਰਖ ਨੇ ਕਿਹਨੂੰ ਗੁਰੂ ਬਣਾ ਕੇ ਪੇਸ਼ ਕੀਤਾ ਹੈ, ਉਹੀ ਜਾਣੇ, ਉਹਦੀ ਰਮਜ਼ ਜਾਣੇ। ਸਾਨੂੰ ਗੁਰੂ ਨਾਨਕ ਮਿਲਿਆ, ਠੀਕ ਹੈ ਜੀ। ਬਾਬਾ ਨਾਨਕ ਮਿਲਿਆ ਗੁਰੂ ਸ਼ਬਦ ਦੇਣ ਵਾਲਾ, ਔਰ ਬਾਬੇ ਨਾਨਕ ਨੇ ਉਸ ਗੁਰੂ ਸ਼ਬਦ ਨੂੰ ਆਪ ਪਦਵੀ ਪ੍ਰਾਪਤ ਕੀਤੀ ਹੈ। ਭਾਵ ਕਿ ਉਹ ਸ਼ਬਦ ਉਸੇ ਸਰੀਰ ਰਾਹੀਂ ਆਇਆ, ਇਸ ਕਰਕੇ ਉਹ ਪਦਵੀ ਪ੍ਰਾਪਤ ਕਰਨ ਯੋਗ ਬਣੇ। ਹਾਂਜੀ, ਐਸੇ ਬਹੁਤ ਸਾਰੇ ਸ਼ਬਦ ਨੇ। ਮੈਂ ਹੁਣੇ ਜਸਟ ਸਰਚ ਕਰਨਾ ਪਿਆ ਵੀ ਜਿੱਥੇ ਗੁਰੂ ਨਾਨਕ ਵਿੱਚ ਰਾਰੇ ਨੂੰ ਵੀ ਔਂਕੜ ਹੋਵੇ ਤੇ ਨਾਨਕ ਨੂੰ ਵੀ ਔਂਕੜ ਹੋਵੇ ਨਾ, ਵੀ ਗੁਰੂ ਨਾਨਕ ਹਰ ਸੋਏ, ਜਾਂ ਗੁਰੂ ਨਾਨਕ ਤੁਠਾ ਮੇਰੇ ਪਿਆਰੇ ਮੇਲੇ ਹਰੇ, ਗੁਰੂ ਨਾਨਕ ਜਿਹਨੂੰ ਸੁਣਿਆ ਵੀ ਕਦੇ ਹੁਣ ਅਸੀਂ ਡਿਸਕਸ ਕੀਤਾ ਹੈ। ਫਿਰ ਗੁਰੂ ਨਾਨਕ ਬੋਲੇ ਦਰਗਾਹ ਪਰਵਾਨ, ਗੁਰੂ ਨਾਨਕ ਤੁਠਾ ਭਾਏ ਰੋ, ਹਰ ਵਸਦਾ ਨੇੜਾ। ऐसे बहुत ने। मैं सर्च भी पा के देखना, मैं मेरा जिस फर्स्ट स्क्रीन चलती पई है, गुरु नानक तुठा मिलिया हर राय, गुरु नानक मिलिया पार ब्रह्म तेरिया चरणा को बलिहारा, गुरु नानक तुठा मेले हर भाई, गुरु नानक उपदेश कहत है जो सुने सो। ऐसे बहुत गुरमान ने जिथे गुरु दे रारे ਨੂੰ ਵੀ ਔਂਕੜ ਹੈ ਤੇ ਨਾਨਕ ਦੇ ਕੱਕੇ ਨੂੰ ਵੀ ਔਂਕੜ ਹੈ। ਐਸੇ ਮੈਂ ਹਜੇ मैं कहना स्क्रीन ਵਿੱਚ ਹੋਰ ਜੋ 1/3 ਸ਼ੇਅਰ ਕੀਤੀ ਹੈ, ਹੋਰ ਬਹੁਤ ਸਾਰੇ ਨੇ। ਬਿਲਕੁਲ ਜੀ ਇਕਬਾਲਵੀਰ ਜੀ, ਇਸ ਬਾਰੇ ਆਪ ਜੀ ਵਿਚਾਰ ਦੇ ਦਿਓ। ਮੈਂ ਵੀ ਇਹ ਜਿਹੜੇ ਸ਼ਬਦ ਹੈਗੇ ਆ, ਜਦੋਂ ਇਹਨਾਂ ਸਾਰਿਆਂ ਨੂੰ ਮੇਰੇ ਕੋਲ ਵੀ 25-30 ਸ਼ਬਦ ਮੈਂ ਕੱਢੇ ਹੋਏ ਹੈਗੇ ਆ ਤਕਰੀਬਨ। ਇਹ ਪੰਨਾ ਨੰਬਰ ਮੈਂ ਗਿਣਨਾ ਲਾਹਾਂ 375, 396, 451, 612, 632, 733, 746। ਇਹ ਤਾਂ ਬਹੁਤ ਸ਼ਬਦ ਮੈਂ ਵੀ ਕੱਢੇ ਹੋਏ ਆ, ਜਿਵੇਂ ਵੀਰ ਹਰਵਿੰਦਰ ਸਿੰਘ ਨੇ ਹੈਗਾ। ਬਿਲਕੁਲ। ਪਰ ਜਦੋਂ ਚਾਂਸ ਬੜਾ ਘੱਟ ਨਹੀਂ ਲੱਗਦਾ। ਜਦੋਂ ਵੀ ਮੈਂ ਇਹਨਾਂ ਸ਼ਬਦਾਂ ਨੂੰ ਪੁਰਾਤਨ ਵੀੜ ਦੇ ਵਿੱਚ ਜਾ ਕੇ, ਜਿਹੜੀਆਂ ਪੁਰਾਤਨ ਸੀਗੀਆਂ, ਉਹਨਾਂ ਨੂੰ ਜਾ ਕੇ ਦੇਖਿਆ, ਖੋਜਿਆ, ਢੰਡੋਲਿਆ, ਤਾਂ ਉਹਦੇ ਵਿੱਚ ਇਹ ਸ਼ਬਦ ਨਹੀਂ ਹੈ। ਉਹਨੂੰ ਔਂਕੜ ਜਿਹੜਾ ਹੈਗਾ ਉਹ ਨਹੀਂ ਲੱਗਾ ਹੈਗਾ। ਉੱਥੇ ਕੇਵਲ ਨਾਨਕ ਪਦ, ਜੇ ਨਾਨਕ ਦੀ ਗੱਲ ਕੀਤੀ ਉਹਨੇ ਦਾਸ ਬਣ ਕੇ ਕੀਤੀ ਹੈ, ਤੇ ਫਿਰ ਤਾਂ ਉਹ ਉੱਥੇ ਸਹੀ ਹੈਗੇ ਔਂਕੜ ਜੋ ਵੀ ਆਉਂਦਾ। ਜਦੋਂ ਗੁਰੂ ਨਾਮ ਬਣਾਇਆ ਗਿਆ ਉਹ ਗਲਤ ਆ ਜਾਂਦੇ ਸਾਰੇ ਪ੍ਰਮਾਣਿਕ ਜਿਹੜੇ। ਗੁਰੂ ਨਾਨਕ ਮੇਰੀ ਭੈਣ ਸਵਾਰੀ ਜਦੋਂ ਕਹਿੰਦੇ ਆ, ਠੀਕ ਹੈ ਨਾ, ਉੱਥੇ ਰਾਰੇ ਨੂੰ ਸਿਹਾਰੀ ਆ ਜਾਂਦੀ ਹੈ। ਗੁਰੂ ਨਾਨਕ ਦੋਨਾਂ ਨੂੰ ਸਿਹਾਰੀ, ਨਾਨਕ ਨੂੰ ਵੀ ਸਿਹਾਰੀ ਹੈ, ਰਾਰੇ ਨੂੰ ਵੀ ਗੁਰੂ ਨਾਨਕ ਨੇ। ਪਰ ਪਦ ਸ਼ਬਦ ਜਿਹੜਾ ਆਉਂਦਾ ਨਾ, ਨਾਨਕ ਆਖ ਕੇ ਗੁਰੂ ਨੇ ਮੇਰੀ ਭੈਣ ਸਵਾਰੀਆਂ। ਗੁਰੂ ਨਾਨਕ ਨੇ ਨਹੀਂ, ਨਾਨਕ ਆਖਦਾ ਹੈ ਕਿ ਗੁਰੂ ਨੇ ਮੇਰੀ ਭੈਜ ਸਵਾਰੀ ਹੈ, ਕਿਉਂਕਿ ਭੈਜ ਸਵਾਰਨ ਵਾਲਾ ਗੁਰੂ ਹੀ ਹੈ। ਗੁਰੂ ਦਾ ਸਿੰਬਲ ਨਾਲ ਐਡੀਸ਼ਨ ਉਹਦੇ ਨਾਂ ਨਹੀਂ ਲਾਇਆ ਜਾ ਸਕਦਾ। ਹਰਗੋਬਿੰਦ ਜਾਂ ਇਸ ਤਰ੍ਹਾਂ ਗੁਰਬਾਣੀ ਨੇ ਨਹੀਂ ਲਾਇਆ। ਅਸੀਂ ਜਾਂ ਭਾਈ ਗੁਰਦਾਸ, ਹੁਣ ਸਤਿਗੁਰੂ ਨਾਨਕ ਪ੍ਰਗਟਿਆ, ਭਾਈ ਗੁਰਦਾਸ ਤਾਂ ਕਹਿ ਸਕਦਾ, ਇਕਬਾਲ ਸਿੰਘ ਤਾਂ ਕਹਿ ਸਕਦਾ, ਪਰ ਬਾਬਾ ਨਾਨਕ ਦੀ ਜਿਹੜੀ ਬਾਣੀ ਧੁਰਕੀ ਬਾਣੀ ਹੈ, ਧੁਰਕੀ ਬਾਣੀ ਨਾਨਕ ਨੂੰ ਗੁਰੂ ਨਹੀਂ ਕਹਿੰਦੀ। ਇਸੇ ਕਰਕੇ ਇਹ ਜਿਹੜਾ ਰਲ ਗੱਡ ਹੋਈ ਆ। ਕਿਉਂਕਿ ਮੈਂ ਜਦੋਂ ਭੱਟਾਂ ਦੇ ਸਵਈਆਂ ਨੂੰ ਦੇਖਦਾ ਹੈਗਾ ਤਾਂ ਉੱਥੇ ਸਰੀਰਕ ਉਸਤਤ ਦੀ ਗੱਲ ਹੈਗੀ, ਔਰ ਭੱਟਾਂ ਦੇ ਸਵਈਆਂ ਤੋਂ ਬਿਨਾਂ ਬੀੜਾਂ ਵੀ ਪਈਆਂ ਮੌਜੂਦ ਆ। ਗੱਲ ਤਾਂ ਕੜਵੀ ਹੈਗੀ ਹੈ, ਇਹਦੇ ਚ ਕੋਈ ਔਖੀ ਗੱਲ ਨਹੀਂ। ਮੈਂ ਤਾਂ ਪਹਿਲਾਂ ਵੀ ਕਿਹਾ ਸੀ ਵੀ ਜਿਗਰਾ ਰੱਖ ਕੇ ਜੇ ਸੱਚ ਦੀ ਗੱਲ ਕਰਨੀ ਤਾਂ ਸੱਚ ਨੂੰ, ਜੋ ਸੱਚ ਆਉਂਦਾ ਉੱਥੇ ਬੋਲਣ ਦੀ ਹਿੰਮਤ ਵੀ ਬੰਦੇ ਚ ਆਉਣੀ ਚਾਹੀਦੀ ਹੈ। ਤੇ ਫਿਰ ਇਹਦਾ ਜੇ ਨਹੀਂ ਰੱਖਦਾ ਉਹ ਬੰਦਾ, ਤਾਂ ਜਿੰਨੀਆਂ ਮਰਜ਼ੀ ਇੱਥੇ ਵਿਆਖਿਆ ਕਰ ਲਓ, ਕੋਈ ਫਾਇਦਾ ਨਹੀਂ।
ਜੀ ਵੀਰ ਜੀ ਬਿਲਕੁਲ ਅਰਥ ਇਸੇ ਮੁਤਾਬਿਕ ਹੀ ਬਣਦੇ ਹੈਗੇ, ਕਿਉਂਕਿ ਜਦੋਂ ਗੁਰੂ ਪਦ ਦੀ ਗੱਲ ਆਉਂਦੀ ਹੈ ਤੇ ਉਸ ਸਿਧਾਂਤ ਦੀ ਗੱਲ ਆਉਂਦੀ ਹੈ, ਜਿਹੜਾ ਸਿਧਾਂਤ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਖੋਜ ਕੇ ਸਾਰਿਆਂ ਨੂੰ ਜਿਸ ਸਿਧਾਂਤ ਨਾਲ ਜੋੜਨਾ ਕੀਤਾ ਹੈਗਾ। ਜਦੋਂ ਸਿਧਾਂਤ ਦੀ ਗੱਲ ਆਉਂਦੀ ਹੈ, ਅਗਰ ਅਸੀਂ ਗੁਰੂ ਨਾਨਕ ਕਵਾਂਗੇ, ਅਗਰ ਗੁਰਬਾਣੀ ਵਿੱਚ ਇੰਝ ਅਰਥ ਸਮਝਾਂਗੇ ਤੇ ਗੁਰੂ ਨਾਨਕ ਪਾਤਸ਼ਾਹ ਤੇ ਕਹਿੰਦੇ ਨੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨਾ ਆਵਨ, ਕਿ ਮੈਨੂੰ ਚਿੱਤ ਵਿੱਚ ਨਹੀਂ ਆ ਰਿਹਾ, ਹੋਰ ਵੀ ਗਾ ਰਹੇ ਹਨ। ਭਾਵ ਸਿਧਾਂਤ ਵੱਡਾ ਹੈਗਾ, ਸਿਧਾਂਤ ਵੱਡਾ ਹੈ, ਸਿਧਾਂਤ ਪੂਰਨ ਹੈ। ਉਹਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਜੋ ਜੋ ਮੈਨੂੰ ਸਮਝ ਆਇਆ ਮੈਂ ਤੁਹਾਡੇ ਅੱਗੇ ਪਰੋਸ ਦਿੱਤਾ ਹੈ, ਪਰ ਮੈਂ ਇਹ ਗੱਲ ਨਹੀਂ ਕਹਿ ਰਿਹਾ, ਇਹ ਦਾਅਵਾ ਨਹੀਂ ਕਰ ਰਿਹਾ ਕਿ ਮੈਂ ਪੂਰੀ ਤਰ੍ਹਾਂ ਪਾ ਲਿਆ ਹੈ। ਤੇ ਇਸ ਤਰੀਕੇ ਦੇ ਨਾਲ ਅਗਰ ਅਸੀਂ ਇਹਨੂੰ ਸਮਝਣਾ ਕਰੀਏ ਤੇ ਗੁਰੂ ਨਾਨਕ ਪਾਤਸ਼ਾਹ ਵੀ ਉਸ ਸਿਧਾਂਤ ਨਾਲ ਜੋੜਨਾ ਕਰ ਰਹੇ ਹਨ, ਕਿਉਂਕਿ ਇਹ ਉਪਦੇਸ਼ ਹੈ ਇਹ ਸਾਰੇ ਸੰਸਾਰ ਨੂੰ ਹੈ ਜੀ। ਇਸ ਕਰਕੇ ਸੰਸਾਰ ਨੂੰ ਜਦੋਂ ਸੰਬੋਧ ਕੀ ਬਾਬੇ ਨੇ ਹੋਣਾ ਆ, ਉਸ ਲਈ ਗੱਲ ਉਹੀ ਕਹਿਣੀ ਹੈ ਵੀ ਜਿਹੜਾ ਗੁਰੂ ਦੇ ਸ਼ਰਨ ਪੈਂਦਾ, ਨਾ ਕਿ ਉਹ ਇਹ ਕਹੂਗਾ ਵੀ ਜਿਹੜਾ ਨਾਨਕ ਦੀ ਸ਼ਰਨ ਪੈਂਦਾ, ਗੁਰੂ ਨਾਨਕ ਦੀ ਸ਼ਰਨ, ਇਸ ਤਰ੍ਹਾਂ ਨਹੀਂ ਕਹਿ ਸਕਦੇ। ਜੀ ਬਿਲਕੁਲ ਯੂਨੀਵਰਸਲ ਟਰੁੱਥ ਜਿਹੜਾ ਹੈ, ਸਾਰਾ ਸਿਧਾਂਤ ਜਿਹੜਾ ਹੈ ਸਾਰਿਆਂ ਵਾਸਤੇ ਸਾਂਝਾ ਸਿਧਾਂਤ ਹੈਗਾ। ਕੋਈ ਵੀ ਭਾਵੇਂ ਕਾਲਾ ਹੋਏ, ਗੋਰਾ ਹੋਏ, ਭਾਵੇਂ ਕਿਸੇ ਵੀ ਸ਼੍ਰੇਣੀ ਦਾ ਹੋਏ, ਕਿਸੇ ਵੀ ਜਾਤ ਪਾਤ ਦਾ ਹੋਏ, ਸਾਰੇ ਹੀ ਵਿੱਚ ਆ ਜਾਂਦੇ ਹਨ। ਭੁਪਿੰਦਰ ਵੀਰ ਜੀ ਆਪ ਜੀ ਥੋੜਾ ਇਸ ਬਾਬਤ ਥੋੜਾ ਵਿਚਾਰ ਖੋਲ ਦਿਓ, ਜਿਹੜੀ ਡਿਸਕਸ਼ਨ ਚੱਲ ਰਹੀ ਸੀ। ਸੁਖਵਿੰਦਰ ਵੀਰ ਜੀ ਨਹੀਂ ਹੈਗੇ ਸ਼ਾਇਦ। ਹਾਂ ਨਹੀਂ, ਭੁਪਿੰਦਰ ਵੀਰ ਜੀ ਨੂੰ ਮੈਂ ਬੇਨਤੀ ਕੀਤੀ। ਹਾਂ ਭੁਪਿੰਦਰ ਵੀਰ ਜੀ, ਓਕੇ ਆਡੀਓ ਆਫ, ਹਾਂਜੀ ਹੁਣ ਠੀਕ ਹੈ ਜੀ। ਇਕਬਾਲ ਵੀਰ ਜੀ ਤੁਸੀਂ ਪੁਰਾਤਨ ਬੀਣਾ ਨੂੰ ਵੀ ਖੋਜਦੇ ਹੋ, ਮੈਂ ਧੰਨਵਾਦੀ ਹਾਂ ਤੁਸੀਂ ਜੋ ਵਿਚਾਰ ਕੀਤੀ। ਜਿਹੜੀ ਅਸੀਂ ਇੱਕ ਦਿਨ ਪਹਿਲਾਂ ਮੈਂ ਸ਼ਾਇਦ ਇਹ ਪੰਕਤੀ ਕੋਟ ਕੀਤੀ ਸੀ ਬਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਇਹ 500 ਸਾਲਾ ਗੁਰਪੁਰਬ ਤੇ ਨਾ ਗੁਰੂ ਨਾਨਕ ਸਾਹਿਬ ਦੇ ਬਾਰੇ ਇਸ ਤਰ੍ਹਾਂ ਗਾਇਆ ਜਾਂਦਾ ਸੀ। ਤਾਂ ਆਮ ਦੁਨੀਆ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਉਹ ਪਹਿਲੀ ਪਾਤਸ਼ਾਹੀ ਨੂੰ ਹੀ ਸਮਝਦੀ ਸੀ। ਪਰ ਸਾਰੇ ਮੇਰੇ ਇੰਦਰੀ ਗਿਆਨਿਦਰੇ, ਸਾਰੇ ਮੇਰੇ ਥਾਟ ਪ੍ਰੋਸੈਸ, ਮੇਰੇ ਸੋਚਣੀ ਦੇ ਢੰਗ ਦੇ ਅੰਦਰ ਮੇਰੀ ਇਸ ਅਵਸਥਾ 'ਚ ਪ੍ਰਗਟ ਹੋ ਗਈ ਗੁਰ ਨਾਨਕ ਕੀ ਵਡਿਆਈ। ਗੁਰ ਜਿਹੜਾ ਹੈ ਨਾ, ਗੁਰ ਲਫ਼ਜ਼ ਅਸੀਂ ਆਪਣੇ ਜੀਵਨ ਤੇ ਉਸ ਟੈਕਨੀਕ, ਉਸ ਵਿਧੀ ਨੂੰ ਅਪਣਾ ਕੇ ਜੀਂਦੇ ਹਾਂ ਨਾ, ਤਾਂ ਜਦੋਂ ਉਸ ਅਵਸਥਾ ਨੂੰ ਕਹਿੰਦੇ ਨੇ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ। ਇੰਝ ਹੀ ਗੁਰ ਨਾਨਕ ਜੀ ਆਖਦੇ ਹਨ, ਜਿਨ ਸੁਣਿਆ ਪੇਖਿਆ, ਜਿਨ੍ਹਾਂ ਨੇ ਸੁਣਿਆ ਅਤੇ ਪੂਰੀ ਤਰ੍ਹਾਂ ਕੰਨ ਦੇ ਕੇ ਧਿਆਨ ਨਾਲ ਸੁਣ ਕੇ ਉਹਨੂੰ ਮੰਨਿਆ, ਸੁਣਿਆ ਮੰਨਿਆ, ਮਨ ਕੀਤਾ ਪਾਓ ਸੇ ਫਿਰ ਗਰਭਾਸ ਨਾ ਭਰਿਆ ਰੇ। ਦੁਨੀਆ ਨੇ ਉਹ ਗਰਭਾਸ ਬਣਾਇਆ ਹੋਇਆ ਸਰੀਰਕ ਤੌਰ ਤੇ। ਅਸੀਂ ਪਿਛਲੇ ਜਨਮ ਵਿੱਚ ਕਿਸੇ ਹੋਰ ਮਾਂ ਦੇ ਸੀ, ਇਸ ਜਨਮ ਵਿੱਚ ਕਿਸੇ ਹੋਰ ਮਾਂ ਦੇ ਘਰ ਜੰਮਿਆ। ਪਿਛਲੇ ਜਨਮ ਵਿੱਚ ਕੁੱਤੇ ਬਿੱਲੀ ਦੀ ਸਾਡੀ ਮਾਂ ਸੀ, ਇਸ ਜਨਮ ਵਿੱਚ ਅਸੀਂ ਸਰੀਰਕ ਮਾਂ ਦੇ ਘਰ ਜੰਮਿਆ ਇਨਸਾਨੀ ਜਾਮੇ ਵਿੱਚ। ਇਸ ਤਰੀਕੇ ਦਾ ਗਰਭਾਸ ਦੁਨੀਆ ਸਮਝਦੀ ਹੈ। ਗੁਰਮਤ ਕਹਿੰਦੀ ਹੈ ਮਾਇਆ ਇਹ ਜਿਹੜਾ ਗਰਭਾਸ ਹੈ ਨਾ, ਇਹ ਮਾਇਆ ਨਾਮ ਹੈ ਗਰਭ ਜੂਨ ਕਾ, ਉਸ ਤੋਂ ਅਸੀਂ ਛੁੱਟਦੇ ਹਾਂ। ਸੋ ਅਲਟੀਮੇਟਲੀ ਇਹ ਸਾਰੇ ਅਰਥਾਂ ਨੂੰ ਆਪਣੇ ਤੇ ਟੁਕਾ ਕੇ ਸਮਝਣ ਵਾਸਤੇ ਹੀ ਅਸੀਂ ਸਾਂਝ ਕੀਤੀ ਸੀ ਜਦੋਂ ਜਪਜੀ ਦੀ ਵਿਚਾਰ ਕੀਤੀ ਸੀ ਕਿ ਅਦਵੈਤ ਅਵਸਥਾ ਨੂੰ ਨਾਨਕ ਕਹਿੰਦੇ ਨੇ। ਜੋ ਇਨਸਾਨ ਅਦਵੈਤ ਅਵਸਥਾ ਪ੍ਰਾਪਤ ਕਰਦਾ ਹੈ, ਗੁਰੂ ਸਾਹਿਬ ਕੋਈ ਅਵਸਥਾ ਨੂੰ ਨਾਨਕ ਕਹਿੰਦੇ ਨੇ। ਜਪਜੀ ਸਾਹਿਬ ਰੋਜ਼ ਅਸੀਂ ਵਿਚਾਰ ਰਹੇ ਹਾਂ, ਸ਼ਾਮੀ 5 ਵਜੇ ਤੁਸੀਂ ਦੇਖ ਰਹੇ ਹੋ ਸਾਰੇ, ਨਹੀਂ ਤਾਂ ਬਾਅਦ ਵਿੱਚ ਵੀ YouTube ਤੇ ਦੇਖ ਸਕਦੇ ਹੋ। ਜਦੋਂ ਮੇਰਾ ਮਨ ਚੰਗੇ ਗੁਣ ਲੈਣ ਦੀ ਜਾਚਨਾ ਕਰਦਾ ਨਾ, ਉਹਨੂੰ ਲਹਿਣਾ ਕਹਿੰਦੇ ਨੇ। ਅਤੇ ਚੰਗੇ ਗੁਣਾਂ ਦਾ ਸ਼ਿੰਗਾਰ ਇਹ ਮਨ ਸੁੰਦਰ ਆਪਣਾ ਬਣਾਉਂਦਾ, ਉਸ ਅਵਸਥਾ ਨੂੰ ਅੰਗਦ ਕਹਿੰਦੇ ਨੇ। ਅਤੇ ਜਦੋਂ ਚੰਗੇ ਗੁਣ ਲੈ ਕੇ ਵਿਕਾਰਾਂ ਹੱਥੀ ਮਰਦਾ ਨਹੀਂ, ਉਹਨੂੰ ਅਮਰਦਾਸ ਕਹਿੰਦੇ ਨੇ। ਅਤੇ ਜਦੋਂ ਹਮੇਸ਼ਾ ਸੱਚ ਦੀ ਸੰਗਤ ਵਿੱਚ ਰਹਿੰਦਾ, ਉਹਨੂੰ ਰਾਮਦਾਸ ਕਹਿੰਦੇ ਨੇ। ਸੱਚ ਦੀ ਸੰਗਤ ਨੂੰ ਸਰੋਵਰ ਕਹਿੰਦੇ ਨੇ, ਰਾਮਦਾਸ ਸਰੋਵਰ ਨਾਤੇ ਕਹਿੰਦੇ ਨੇ, ਰਾਮਦਾਸ ਸਰੋਵਰ ਨੀਕਾ ਕਹਿੰਦੇ ਨੇ।
ਅਤੇ ਸੱਚ ਦੀ ਸੰਗਤ ਜਿਹੜਾ ਮਾਣ ਕੇ ਵਿਕਾਰਾਂ ਹੱਥੀ ਮਰਦਾ ਨਹੀਂ ਹੈ, ਅਮਰਦਾਸ ਔਰ ਰਾਮਦਾਸ ਬਣ ਗਿਆ, ਉਹੀ ਮਨ ਅਰਜਨ ਬਣ ਜਾਂਦਾ ਹੈ ਜਦੋਂ ਉਹ ਬਾਣੀ ਉਚਾਰਨ ਲੱਗ ਪੈਂਦਾ ਹੈ। ਮਨ ਆਪਣੇ ਅੰਗਾਂ ਨੂੰ ਸੁਣਾਉਣ ਲੱਗ ਪੈਂਦਾ ਹੈ। ਮਨ ਭੱਟ ਬਣ ਕੇ, ਮਨ ਭੱਟ ਬਣ ਜਾਂਦਾ। ਇਹ ਅੰਦਰ ਦੀ ਅਵਸਥਾ ਅਸੀਂ ਮਾਣ ਸਕਦੇ ਹਾਂ। ਤੇ ਮੈਂ ਇਹ ਬੇਨਤੀ ਕਰ ਰਿਹਾ ਕਿ ਇਹ ਜਿਹੜੀ ਸਟੋਰੀ ਅਸੀਂ ਸੁਣਦੇ ਹਾਂ, ਗੁਰੂ ਸਾਹਿਬ ਜਿਨ੍ਹਾਂ ਨੂੰ ਅਸੀਂ ਦੇਖਦੇ ਹਾਂ, ਉਹਨਾਂ ਦੇ ਪੁੱਤਰਾਂ ਨੇ ਉਹਨਾਂ ਨੂੰ ਦੇਖਿਆ ਵੀ, ਸਭ ਕੁਝ ਕੀਤਾ, ਪਰ ਉਸ ਰਾਹ ਤੇ ਨਹੀਂ ਚੱਲੇ। ਸੋ ਦੇਖਣ ਨਾਲ ਨਹੀਂ ਕੋਈ ਗੱਲ ਬਣਦੀ, ਅਲਟੀਮੇਟਲੀ ਸੁਣਿਆ ਵੇਖਿਆ, ਸੁਣ ਕੇ ਉਸ ਨੂੰ ਜੀਵਨ ਵਿੱਚ ਢਾਲ ਲੈਣਾ, ਤਾਂ ਅਸੀਂ आत्मक माया दे गर्भ विच नहीं पहनते हाँ। ऐसे गर्भ हम बहुत बसाए जब हम राम गर्भ होए आए। असी ये जात सीखनी है, असी राम गर्भ विच आ जाइए, भाव विजडम दी जीवन जात सीख लईए, फिर असी माया नाम गर्भ जोन विच नहीं पहनते हाँ। सो मैं लिमिटेड समय इस करके मैं इत्थे इस नूं संकोचदा ते मैं बेनती करदा, जे इस पक्षों असी विचारना शुरू कीता ना ਤਾਂ ਪਟਾਕੇ ਸਵਈਏ ਦੇ ਅਰਥ ਬਹੁਤ ਵਿਸਮਾਦਤ ਅਤੇ ਸਵਾਦਲੇ ਨਿਕਲ ਕੇ ਆਣਗੇ। ਜੀ ਜੀ ਵੀਰ ਜੀ, ਹਾਂ ਇਸ ਬਾਬਤ ਤੁਹਾਡੇ ਕੋਲ ਡਿਟੇਲ ਵਿੱਚ ਕਿਸੇ ਸਮੇਂ ਆਪ ਜੀ ਦੇ ਨਾਲ ਸਮੇਂ ਨਾਲ ਨਾ ਜਦੋਂ ਟਾਈਮ ਖੁੱਲਾ ਹੋਏਗਾ ਉਸ ਸਮੇਂ ਆਪ ਜੀ ਕੋਲੋਂ ਡਿਟੇਲ ਵਿੱਚ ਇਹ ਗੱਲ ਸਮਝਾਂਗੇ ਸਾਰੇ ਜਣੇ। ਸਮਾਂ ਵੈਸੇ ਹੋ ਗਿਆ ਹੈਗਾ। ਰਵਨੀਤ ਕੌਰ ਭੈਣ ਜੀ, ਆਪ ਜੀ ਸਵਾਲ ਪੁੱਛ ਲਓ, ਲੇਕਿਨ ਜਵਾਬ कल ही आप जी ਨੂੰ दे पावांगे क्योंकि समा लेट हो गया है। ते एक आधा मिनट अगर किसी और ने सांझ पानी में, पहले रवनीत कौर भैन जी आप जी सवाल पूछ लो। वीर जी सुखविंदर वीर जी आए ने के नहीं? सुखविंदर नहीं है क्या? हाँ, मेरा कोई ऐसे क्वेश्चन नहीं सी। वैसे तो आज भी भूपिंदर वीर जी ने जो उन्हें लास्ट वीक सब बोलिया, मेरा आंसर तो मिले हुआ, पर बस एक सांझ सुखविंदर वीर जी नाल करनी सी, तो मैं कल उन्होंने 1 मिनट विच दस दांगी, पूछ लांगी जी। ठीक जी है, एक 2 मिनट का समा है। जे 1-2 मिनट कोई सांझ पानी चाहे, कोई विचार देने चाहे, कोई जिस तरह गुरबाणी विचार चल रही है उस बाबत कुछ बोलना चाहे। जी वॉइस कट रही है जी प्रदीप वीर जी आप में अक्सर अच्छा एक मिनट चेंज कर लो ਹੁਣ ਆ ਰਹੀ? हाँ जी आगे जो जी ਭੁਪਿੰਦਰ ਜੀ ਆਪ ਜੀ ਨੇ ਹੁਣ ਇੱਕ ਅੱਖਰ ਯੂਜ਼ ਕੀਤਾ ਸੀ ਅਦਵੈਤ, ਤੁਸੀਂ ਪਲੀਜ਼ ਉਹਦਾ ਮੀਨਿੰਗ ਸਮਝਾ ਸਕਦੇ ਹੋ? ਅਦਵੈਤ ਕਿਹਨੂੰ ਕਹੀਦਾ? ਡੁਐਲਿਟੀ ਤੋਂ ਖਤਮ। द्वैत ड्युअलिटी ਹੁੰਦਾ, ਅਦਵੈਤ ਹੁੰਦਾ ਡੁਐਲਿਟੀ ਖਤਮ। ਓਕੇ ਠੀਕ, ਥੈਂਕ ਯੂ ਜੀ। ਜਦੋਂ ਮੇਰਾ ਮਨ ਨਿਜ ਕਾਰਜ ਚ ਨਹੀਂ ਐਂਟਰ ਕਰੇਗਾ ਨਾ, ਤਾਂ ਆਪਣੀ ਮਰਜ਼ੀ ਕਰੇਗਾ ਔਰ ਕਦੇ ਸ਼ਰੀਫ ਬਣ ਜਾਏਗਾ, ਕਦੇ ਸ਼ੈਤਾਨ ਬਣ ਜਾਏਗਾ। ਅਸੀਂ ਇਸ ਤਰ੍ਹਾਂ ਹੀ ਕਨਫਿਊਜ਼ਡ ਰਹਿੰਦੇ ਹਾਂ। ਕਨਫਿਊਜ਼ਡ ਡੁਐਲਿਟੀ ਦੀ ਅਵਸਥਾ ਹੀ ਹੁੰਦੀ ਹੈ। ਜਦੋਂ ਡੁਐਲਿਟੀ ਛੋੜਦੇ ਹਾਂ ਔਰ ਨਿਜ ਕਾਰ ਦੀ ਹੀ ਗੱਲ ਸੁਣਾ, ਰੱਬੀ ਗੁਣਾ ਦੀ ਗੱਲ ਹੀ ਸੁਣਾ, ਸਤਿਗੁਰੂ ਨੂੰ ਹੀ ਫੋਲੋ ਕਰਾਂ, ਤਾਂ ਡੁਐਲਿਟੀ ਛੁੱਟ ਗਈ ਨਾ। ਹਾਂਜੀ ਐਤ ਗਈ ਠੀਕ जी। थैंक यू थैंक संगत विच कोई 1-2 मिनट कोई अगर सांझ पानी चाहे तो 2 मिनट ਲਈ कोई भी सांझ कोई विचार देनी चाहे तो 2 मिनट ਲਈ कोई गल करनी चाहे तो कर ले। फिर उसके बाद क्योंकि समाप्ति वाल वध गए ਅਸੀਂ, फिर समाप्ति है कि अपनी ऑडियो ऑन करके कोई भी विचार देनी चाहे तो सांझ पा ले। पाल ਵੀਰ ਜੀ ਮੇਰਾ ਇੱਕ ਕੁਐਸਚਨ ਕੀ ਹੈਗਾ, ਜਨਰਲ ਉਹ ਗੱਲ ਕਰ ਰਿਹਾ ਮੈਂ ਭੁਪਿੰਦਰ ਵੀਰ ਜੀ ਨਾਲ, ਇਹਦੇ ਉੱਤੇ ਸਾਂਝ ਬੇਸ਼ੱਕ ਤੁਸੀਂ ਕੱਲ ਪਾ ਦੇਣਾ ਕਿ ਧਰਮ ਕੀ ਚੀਜ਼ ਹੈ। ਧਰਮ ਕੀ ਚੀਜ਼ ਹੈ? ਹਿੰਦੁਸਤਾਨ ਤੇ ਪੂਰੇ ਵਰਲਡ ਦੇ ਵਿੱਚ ਅਲੱਗ-ਅਲੱਗ ਬਹੁਤ ਤਰ੍ਹਾਂ ਦੇ, ਹਜ਼ਾਰਾਂ ਤਰ੍ਹਾਂ ਦੇ ਧਰਮ ਹੈਗੇ ਨੇ। ਇਹਨਾਂ ਦੀ ਉੱਤੇ ਕੁਝ ਵਿਚਾਰ ਵਿਆਖਿਆ ਕੀਤੀ ਜਾਏ, ਔਰ ਕੀ ਇਹ ਵੀ ਹੈਗਾ ਕਿ ਜਿੱਥੇ ਜਿੱਥੇ ਧਰਮ ਹੈਗਾ ਉੱਥੇ ਉੱਥੇ ਹੀ ਜ਼ਿਆਦਾ ਲੜਾਈਆਂ ਝਗੜੇ ਜਾਂ ਉਹ ਸਭ ਹੈਗਾ, ਜਾਂ ਜਿੱਥੇ ਲੋਕੀ ਧਰਮ ਨੂੰ ਨਹੀਂ ਮੰਨਦੇ ਜਾਂ ਘੱਟ ਮੰਨਦੇ ਨੇ ਉਹ ਕੰਟਰੀਜ਼ ਜਾਂ ਉਹ ਦੇਸ਼ ਸੁੱਖ ਸ਼ਾਂਤੀ ਨਾਲ ਰਹਿ ਰਹੇ? ਇਸ ਦੇ ਉੱਤੇ ਕੋਈ ਅਗਰ ਵਿਚਾਰ ਕਰਨਾ ਚਾਹੋ ਤੇ ਤੁਸੀਂ ਕੱਲ ਅੱਜ ਹੀ ਤੁਸੀਂ ਹਿੰਟ ਦੇ ਸਕਦੇ ਹੋ ਭੁਪਿੰਦਰ ਜੀ ਨੂੰ। ਮੈਂ ਇਸ
ਸਾਰੀ ਦੁਨੀਆ ਦਾ ਇੱਕੋ ਹੀ ਧਰਮ ਹੈ। ਜਿਹੜੇ ਜਿੱਥੇ ਜਿੱਥੇ ਧਰਮ ਨੇ ਔਰ ਲੜਾਈਆਂ ਹੋ ਰਹੀਆਂ ਉਹ ਸੋ ਮਨੁੱਖ ਦੇ ਬਣਾਏ ਕਨਵੈਨਸ਼ਨਲ ਪਲੈਨਡ ऑर्गेनाइज्ड सो कार्ड मजहब ने, ऑर्गेनाइज्ड रिलीजन्स ने, पर एको धर्म कोई वो सारी दुनिया दा इको ही धर्म है। वो भावें एथिस्ट कम्युनिस्ट होवे, सब दा अंदर दी आवाज जिथे रब जी रहंदे ने उस दी गल नूं सुन के अवगुणा नूं छड्डना, गुणा नूं धारण करना, यही धर्म है। ये सारियां दा इको धर्म। तो फिर लड़ाई झगड़े या ये सब क्यों? एक कम्युनल हेट्रेड है क्योंकि अंदर दी गल सुन नहीं ना रहे असी। हर किसी नूं अपना मजहब अपना सो कार्ड धर्म बचाण दी पई है, पर अंदर दा धर्म असी जींदे नहीं हां। We want to protect the so called बाहर वाला religion, but we don't want to live the religion। सतगुर की बाणी सतस्वरूप है, गुरबाणी बनी, असी गुरबाणी नहीं बनना चाहते ना। असी की पूरी दुनिया में असी किसी दे धर्म ग्रंथ नूं कुछ नहीं कह सकते कि वो गलत है, पर हो सकता है ओदा भी धर्म अंदर वाला सिखाण वास्ते गल चल रही होवे। ठीक है। हाँ, धर्म ते कदी कुछ गलत चीज ते कदी किसी का धर्म नहीं सिखांदा। धर्म तो हमेशा सच्चाई दसदा सब दी, पर फिर भी लड़ाई झगड़े इको धर्म नूं लैके 10-10 खड़े हो जांदे हन। ਉਹ ਜਿਹੜੇ ਜਿਨ੍ਹਾਂ ਨੂੰ ਧਰਮ ਕਹਿ ਰਹੇ ਹੋ ਨਾ ਆਪ ਜੀ ਜਸਪਾਲ ਵੀਰ ਜੀ, ਉਹ ਭੇਖ ਹਨ। ਉਹ ਭੇਖ ਹੈਗੇ ਹਨ। ਅਸਲ ਵਿੱਚ ਧਰਮ ਜਿਹੜਾ ਸੱਚ ਦਾ ਧਰਮ ਹੈ ਉਹ ਇੱਕੋ ਹੀ ਧਰਮ ਹੈਗਾ। ਉਹ ਅਸੀਂ ਭੇਖਾਂ ਦੀ ਲੜਾਈ ਹੈ ਕਿ ਮੇਰਾ ਭੇਖ ਜ਼ਿਆਦਾ ਸੋਹਣਾ ਹੈ, ਦੂਜਾ ਕਹਿੰਦਾ ਮੇਰਾ ਭੇਖ, ਜਿਹੜਾ ਭੇਖ ਮੇਰੇ ਤਰੀਕੇ ਨਾਲ ਬਣਾਇਆ ਜਾਏ ਉਹ ਜ਼ਿਆਦਾ ਚੰਗਾ ਹੈਗਾ। ਉਹ ਭੇਖਾਂ ਦੀ ਲੜਾਈ ਹੈਗੀ ਹੈ। ਸੌਖੇ ਅੱਖਰਾਂ ਵਿੱਚ ਇਹਨੂੰ ਇਸ ਤਰ੍ਹਾਂ ਸਮਝ ਲਈਏ, ਸੱਚ ਦਾ ਜਿਹੜਾ ਧਰਮ ਹੈ ਉਹ ਕੇਵਲ ਇੱਕੋ ਹੀ ਇੱਕ ਧਰਮ ਹੈਗਾ ਜਿਸ ਬਾਬਤ ਰੋਜ਼ਾਨਾ ਵਿਚਾਰ ਹੋ ਰਹੀਆਂ। ਉਹ ਸੱਚ ਦਾ ਸਿਧਾਂਤ ਜਿਹੜਾ ਯੂਨੀਵਰਸਲ ਟਰੂਥ ਹੈਗਾ ਉਹ ਇੱਕੋ ਹੀ ਹੈਗਾ। ਉਹ ਸਾਰੇ धर्म में श्रेष्ठ धर्म हर का नाम जप निर्मल करम। बिल्कुल निर्मल करम, बिल्कुल ठीक एग्जांपल जी। देता है। एक शब्द का अर्थ पूछना सी जे हुक्म है तो 10 देना, पर मैं कल समझा देना बेशक। एक शब्द कहो तो मैं तुम पढ़ दे थोड़ा जा। जी भी जी परमजीत अंकल बिल्कुल। ਅਸੀਂ ਪੜਦੇ ਆ ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜੇ ਮੁਖ ਕੰਠ ਸਵਾਰ। ਇਹਦੇ ਜਿਹੜਾ ਅਰਥ ਇਹਨਾਂ ਸਮਝਾਇਆ ਨਾ ਵੇ ਉਂਝ ਜਿੱਥੇ ਲਿਖਿਆ ਪੜੋ ਤਾਂ ਨਾਭੀ ਬ੍ਰਹਮਾ ਜੀ ਦੀ ਵਿਸ਼ਨੂੰ ਦਾ ਤੇ ਨਾਭੀ ਦਾ ਸਭ ਇਹਦੇ ਸਮਝ ਨਹੀਂ ਆਉਂਦਾ ਜੀ ਅਰਥ ਜੀ। ਹਾਂ ਜੀ ਕੱਲ ਤੁਹਾਡਾ ਕੁਐਸਚਨ ਫਸਟ ਲੈ ਲਾਂਗੇ, ਇਸ ਤੇ ਖੁੱਲ ਕੇ ਵਿਚਾਰ ਕਰ ਲਾਂਗੇ। ਗੱਲ ਕਰ ਰਹੇ ਥੋੜਾ ਇਹਦਾ ਲੰਬਾ ਜਵਾਬ ਬੰਦਾ ਹੈਗਾ, ਟਾਈਮ ਮੰਗਦਾ ਹੈ ਇਸ ਕੁਐਸਚਨ। ਠੀਕ ਹੈ ਤੇ ਕੱਲ ਇਹਨੂੰ ਲੰਬਾ ਜਵਾਬ ਜੀ ਵੀ ਠੀਕ ਹੈ ਵੀ ਜੀ। ਫਤਿਹ ਬੁਲਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।